ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਪ੍ਰੋਗਰਾਮ ਦਾ ਨਾਮ ਪ੍ਰਾਈਮ ਫੋਕਸ। ਅੱਜ ਹੋ ਸਕਦਾ ਮੇਰੀ ਆਵਾਜ਼ ਤੁਹਾਨੂੰ ਆਪ ਜੀ ਨੂੰ ਥੋੜ੍ਹੀ ਜਿਹੀ ਚੇਂਜ ਲੱਗੇ, ਕਿਉਂਕਿ ਥੋੜ੍ਹਾ ਜਿਹਾ ਖੰਘ ਜ਼ੁਕਾਮ ਦੀ ਸ਼ਿਕਾਇਤ ਹੈਗੀ ਹੈ। ਮੈਂ ਸਟਾਰਟਿੰਗ 'ਚ ਆਪ ਹੀ ਦੱਸਦੇ ਇਸ ਤੋਂ ਪਹਿਲਾਂ ਕਿ ਤੁਸੀਂ ਐਵੇਂ ਅੰਦਾਜ਼ੇ ਲਾਓ। ਬਾਕੀ ਖਬਰਾਂ ਵਾਲੀ ਗੱਲਬਾਤ ਹੈ ਉਹ ਆਪਾਂ ਕਰਨੀਆਂ ਨੇ, ਅਤੇ ਨਾਲ ਆਪਣੇ ਵੀਰ ਪਰਮੀਤ ਬਾਠੂ ਦੀ। ਹੋਰ ਬਾਠ ਸਾਹਿਬ ਕੀ ਹਾਲ ਜੀ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ, ਸਿਹਤਾਂ ਬਹੁਤ ਵਧੀਆ। ਮੈਂ ਕਹਿੰਦੇ ਹੁੰਦੇ ਨਾ ਕਿ ਆਪਾਂ ਕਾਂ ਪਵਾ ਦਈਏ ਨਵਾਂ। ਕਾਹਦੇ ਲਈ? ਉਹ ਹੁੰਦਾ ਨਹੀਂ ਕਾਂ ਵੀ ਕਹਿੰਦੇ ਇੱਥੇ ਹੁੰਦਾ, ਅੱਛਾ ਚੇਂਜ ਕਰਾ ਦਿੰਦੇ ਆ ਨਾ ਤਬਦੀਲੀ। ਨਹੀਂ ਪਤਾ ਨਹੀਂ ਕੀ ਕਾਰਨ ਬਣਿਆ, ਪਰ ਚਲੋ ਕੋਈ ਗੱਲ ਨਹੀਂ। ਕਹਿੰਦੇ ਮੌਸਮ ਦੀ ਤਬਦੀਲੀ ਨਾਲ ਹੋ ਜਾਂਦਾ ਹੈ। ਨਹੀਂ ਇਹ ਤਾਂ ਵੀ ਇਹ ਕੋਈ ਇਕੱਲਾ ਮੇਰੇ ਲਈ ਮੌਸਮ ਚੇਂਜ ਹੋਇਆ ਲੱਗਦਾ। ਆਹ ਵੀ ਰਹੇ ਤਾਂ ਇਕੱਠੇ ਆ, ਖਾਧਾ ਪੀਤਾ ਵੀ ਇਕੱਠਾ, ਮਾਤਰਾ 'ਚ ਫਰਕ ਹੋ ਸਕਦਾ। ਆਹੋ ਉਹੀ ਤਾਂ ਮੈਂ ਹੈਰਾਨ। ਚਲੋ ਕੋਈ ਗੱਲ ਨਹੀਂ। ਹੋਰ ਸੁਣਾਓ? ਹੋਰ ਸੰਧਾਲੀਆ ਸਾਹਿਬ ਬਿਲਕੁਲ ਠੀਕ ਠਾਕ ਹੈ। ਮੈਂ ਸੋਚਦਾ ਸੀ ਵੀ ਸਿਹਰਾ ਲੈਣ ਦੀ ਜਿਹੜੀ ਦੌੜ ਹੁੰਦੀ ਨਾ, ਸਿਹਰਾ ਲੈਣ ਦੀ, ਉਹ ਬੜੀ ਅਜੀਬੋ ਗਰੀਬ ਖਤਰਨਾਕ ਹੁੰਦੀ ਆ। ਤੁਸੀਂ ਇਹ ਦੇਖੋ ਕਿ ਮੱਲਕੇ ਪਿੰਡ ਦੇ ਵਿੱਚ ਬੇਅਦਬੀ ਹੋਈ ਸੀ ਧਾਰਮਿਕ ਰੂਪ ਦੇ ਵਿੱਚ, ਜਦੋਂ ਚਰਚਾ ਚੱਲੀ 6-7 ਸਾਲ ਹੋ ਗਏ, 2015 ਦਾ ਕੰਮ ਚੱਲੀ ਜਾਂਦਾ। 8 ਦਿਨ ਪਹਿਲਾਂ ਤੱਕ ਨਹੀਂ ਕੋਈ ਬੋਲਿਆ ਕਿ ਸਾਡੇ ਕਰਕੇ ਲੇਟ ਹੋਈ ਹੈ ਜੀ। ਵੈਸੇ ਵੀ ਕਿਉਂਕਿ ਸਾਰਿਆਂ ਨੂੰ ਪਤਾ ਕਿ ਬੇਅਦਬੀ ਹੋਈ ਹੈ, ਇਹਦੇ ਬਾਵਜੂਦ ਵੀ 8 ਸਾਲ ਕੇਸ ਚੱਲਦੇ ਨੂੰ ਹੋ ਗਏ। ਹੁਣ ਉਦੋਂ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਕਿ ਭਾਈ 8 ਸਾਲ ਨਹੀਂ ਸੀ ਹੋਣੇ ਚਾਹੀਦੇ, ਜ਼ਿੰਮੇਵਾਰੀ ਤਾਂ ਸਾਡੀ ਹੈ, ਸਰਕਾਰ ਸਾਡੀ ਹੈ। ਇੱਕ ਵੀ ਬੰਦੇ ਨੇ ਨਹੀਂ ਸੀ ਕਿਹਾ। ਤੇ ਉਹਦੇ ਤੋਂ ਵੀ ਵੱਡੀ ਗੱਲ ਕਿ ਸੈਂਕੜੇ ਕੇਸ ਦਰਜ ਹੋਏ ਵੱਖ-ਵੱਖ ਥਾਵਾਂ ਦੇ ਉੱਤੇ, ਵੱਖ-ਵੱਖ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ, ਤੇ ਬਾਕੀਆਂ ਦੇ ਅਜੇ ਫੈਸਲੇ ਆਉਣੇ ਬਾਕੀ ਨੇ। ਕਿਸੇ ਨੂੰ 7 ਸਾਲ, ਕਿਸੇ ਨੂੰ 8 ਸਾਲ, ਕਿਸੇ ਨੂੰ 6, 5, 3 ਸਾਲ। ਉਹਦੀ ਜ਼ਿੰਮੇਵਾਰੀ ਨਹੀਂ ਕੋਈ ਲੈਂਦਾ। ਉਹਨਾਂ ਸਾਰੇ ਕੇਸਾਂ ਦੇ ਵਿੱਚੋਂ ਇੱਕ ਕੇਸ ਦਾ ਨਤੀਜਾ ਆ ਗਿਆ, ਉਹਦੇ ਵਿੱਚ ਵੀ ਉਹਨਾਂ ਬੰਦਿਆਂ ਨੂੰ ਜ਼ਮਾਨਤਾਂ ਮਿਲ ਗਈਆਂ। ਅਜੇ ਉੱਪਰਲੀਆਂ ਅਦਾਲਤਾਂ 'ਚ ਉਹਨਾਂ ਨੇ ਜਾਣਾ। ਅੱਧਿਓਂ ਵੱਧ ਬੰਦੇ ਜਾਂ ਛੁੱਟ ਗਏ ਆ ਜਾਂ ਭਗੌੜੇ ਆ, ਤੇ ਸਾਰੇ ਪੱਟਾਂ ਦੇ ਥਾਪੀਆਂ ਮਾਰੀਆਂ। ਦੇਖਿਆ ਵੇ ਅਸੀਂ ਕਰਾਇਆ ਜੇ ਕੰਮ। ਜਾਣੀ ਜੇ ਤਾਂ ਮੰਨ ਲਓ ਕਿ 100 ਕੇਸ ਹੁੰਦਾ, ਵਿੱਚੋਂ 99 ਕੇਸਾਂ ਦੇ ਫੈਸਲੇ ਕਰਾ ਦਿੱਤੇ ਹੁੰਦੇ ਤਾਂ ਉਹਦੇ ਵਿੱਚ ਸਜ਼ਾਵਾਂ ਮਿਲ ਗਈਆਂ ਹੁੰਦੀਆਂ, ਫਿਰ ਬੰਦਾ ਪੱਟਾਂ ਦੇ ਥਾਪੀਆਂ ਮਾਰਦਾ ਚੰਗਾ ਲੱਗਦਾ। ਸਾਰੇ ਕੇਸ ਬਾਕੀ ਪਏ। ਇੱਕ ਕੇਸ ਦੇ ਵਿੱਚ ਉਹ ਵੀ ਹੇਠਲੀ ਅਦਾਲਤ ਨੇ ਜੇ ਫੈਸਲਾ ਦਿੱਤਾ, ਐਵੇਂ ਪੱਟ ਲਾਲ ਕਰੀ ਫਿਰਦੇ ਸਾਰੇ। ਦੇਖੋ ਗੱਲ ਇਹ ਹੈ ਵੀ ਜੇ ਪੱਟ ਲਾਲ ਨਹੀਂ ਕਰਨਗੇ ਤੇ ਫਿਰ ਕੱਲ੍ਹ ਨੂੰ ਲੋਕਾਂ ਦੇ ਨਹੁੰ ਕਿੱਦਾਂ ਨੀਲੇ ਹੋਣਗੇ? ਠੀਕ ਹੈ। ਕਿਉਂਕਿ ਜੇ ਇੱਧਰੋਂ ਆਪਣੇ ਆਪ ਨੂੰ ਵਿਖਾਇਆ ਜਾਊਗਾ ਵੀ ਅਸੀਂ ਕੀਤਾ ਜੀ, ਭਾਵੇਂ ਹੁਣ ਵਾਲੀ ਸਰਕਾਰ ਕਹੇ ਜਾਂ ਇਸ ਤੋਂ ਪਿਛਲੀ ਕਹੇ, 3 ਮਹੀਨੇ ਵਾਲੀ ਜਾਂ ਫਿਰ 4.5 ਵਾਲੀ ਕਹੇ, ਜਾਂ ਉਸ ਤੋਂ ਪਿਛਲੇ ਵਾਲੀ ਵੀ 1.5 ਸਾਲ ਵਾਲੀ ਕਹਿਣ, ਗੱਲ ਇਹ ਆ ਕਿ ਵੀ ਜਦੋਂ ਤਾਂ ਘਟਨਾ ਵਾਪਰ ਜਾਂਦੀ ਹੈ ਉਦੋਂ ਵਿਰੋਧੀ ਇਹ ਗੱਲ ਨਹੀਂ ਟਿਕਣ। ਅੱਛਾ ਫਿਰ ਕਰਾਤਾ ਜੇ, ਅਸੀਂ ਤੁਹਾਨੂੰ ਪਹਿਲਾਂ ਕਿਹਾ ਤੁਸੀਂ ਕਰਾ ਦੇਣਾ, ਤੁਸੀਂ ਫਿਰ ਕਰਦੇ ਹੀ ਕੁਛ ਨਹੀਂ, ਤੁਸੀਂ ਕੁਰਸੀ ਛੱਡ ਦਿਓ। ਜਦੋਂ ਕਹਿੰਦੇ ਵੀ ਅਸੀਂ ਕਰਾਵਾਂਗੇ, ਜਾਂਚ ਕਰਾਵਾਂਗੇ, ਇਹ ਜੀ ਉਹ ਜੀ, ਉਦੋਂ ਬਾਅਦ ਕਹਿੰਦੇ ਵੀ ਜੇ ਤਾਂ ਕੁਛ ਨਿਬੜ ਗਿਆ ਤੇ ਫਿਰ ਆਪਣੇ ਸਿਰ ਸਿਹਰਾ, ਜੇ ਕੁਛ ਨਾ ਨਿਬੜਿਆ ਤਾਂ ਫਿਰ ਵਿਰੋਧੀਆਂ ਨੂੰ ਮੌਕਾ ਮਿਲ ਜਾਂਦਾ। ਹੁਣ ਇਸ ਕੇਸ ਦੇ ਵਿੱਚ, ਕਿਉਂਕਿ ਇਹ ਵੀ ਮੇਰੇ ਖਿਆਲ ਨਾਲ ਜਦੋਂ ਕੇਸ ਨੂੰ ਆਪਾਂ ਗਾਂਹ ਫਰੋੜ ਕੇ ਵੇਖਦੇ ਤਾਂ ਉਹਦੇ 'ਚ ਕੋਈ ਗਵਾਹ ਗੂ ਮੁੱਕਰਨ ਤੱਕ ਦਾ ਕਈ ਕੁਛ ਦਾ ਰੌਲਾ, ਮਤਲਬ ਸਿੰਪਲ ਕੇਸ ਨਹੀਂ ਹੈਗਾ ਉਹ। ਹੁਣ ਤਦੇ ਤਾਂ ਅਗਲੇ ਨੂੰ ਜ਼ਮਾਨਤ ਵੀ ਮਿਲ ਗਈ, ਤੇ ਹੁਣ ਤੁਸੀਂ ਇਹ ਦੇਖੋ ਵੀ ਛੋਟੀ ਅਦਾਲਤ ਆ ਜੇਗਾ, ਹਾਈ ਕੋਰਟ ਤੋਂ ਗਾਂਹ ਸੁਪਰੀਮ ਕੋਰਟ, ਕਈ ਕੁਛ ਪਿਆ। ਪਰ ਉਹ ਗੱਲ ਆ ਵੀ ਜਦੋਂ ਇੱਕ ਖਬਰ ਬਣਦੀ ਹੈ ਕਿ ਹੁਣ ਤੁਸੀਂ ਦੇਖੋ ਵੀ ਉਹਦੇ ਵਿੱਚ ਵੀ ਡਿਟੇਲ 'ਚ ਜਾਵੇ ਜਾਂਦਾ ਤਾਂ ਫਿਰ ਗੱਲ ਹੋਰ ਨਿਕਲਣੀ ਆ। ਪਰ ਜਦੋਂ ਇੱਕ ਵੈਸੇ ਬੇਅਦਬੀ ਕਾਂਡ ਵਿੱਚ ਮਿਲੀ ਸਜ਼ਾ ਜੀ, ਉਦੋਂ ਬੰਦਾ ਕਹਿੰਦਾ ਵੀ ਯਾਰ ਆਮ ਬੰਦੇ ਨੂੰ ਇੰਨੀ ਕੁ ਸਮਝ ਆਉਂਦੀ। ਇਸ ਕਰਕੇ ਤੁਸੀਂ ਜਿਹੜਾ ਪੱਟ ਲਾਲ ਕਰਨ ਵਾਲੀ ਗੱਲ ਕੀਤੀ, ਅਗਲਾ ਕਹਿੰਦਾ ਦੋਵੇਂ ਪੱਟ ਲਾਲ ਕਰ ਲਓ, ਭਾਵੇਂ ਕ੍ਰੈਡਿਟ ਜ਼ਰੂਰ ਚਾਹੀਦਾ। ਤੁਸੀਂ ਦੇਖੋ ਸੰਧਾਲੀਆ ਸਾਹਿਬ, ਮੈਂ ਹੈਰਾਨ ਸੀ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਆ ਦੇਖਿਆ ਆ ਸਰਕਾਰ ਬਣੀ ਨੂੰ ਭਾਵੇਂ 3 ਤੋਂ 4 ਮਹੀਨੇ ਹੋਏ, ਬਾਕੀ ਸਾਰੇ ਮਸਲਿਆਂ ਜੋ ਕਹਿੰਦੇ ਆ ਸਾਨੂੰ ਅਜੇ ਟਾਈਮ ਤਾਂ ਦਿਓ, ਅਜੇ ਟਾਈਮ ਹੀ ਕੁਛ ਨਹੀਂ ਹੋਇਆ, ਅਸੀਂ ਅਜੇ ਸਮਝ ਰਹੇ ਹਾਂ, ਸਾਨੂੰ 6 ਮਹੀਨੇ ਸਾਲ ਤਾਂ ਦਿਓ। ਠੀਕ ਹੈ, ਆਪਾਂ ਵਾਰ-ਵਾਰ ਕਹਿੰਦੇ ਦਿੱਤਾ। ਇੱਥੇ ਜਦੋਂ ਸਜ਼ਾ ਹੋ ਗਈ, ਇੱਥੇ ਅਸੀਂ ਹਦਾਇਤਾਂ ਦਿੱਤੀਆਂ, ਸਾਡੇ ਵੱਲੋਂ ਐਡਵੋਕੇਟ ਜਨਰਲ ਸਾਹਿਬ ਪੇਸ਼ ਹੋਏ, ਉਹਨਾਂ ਨੂੰ ਅਸੀਂ ਬਾਰ-ਬਾਰ ਕਿਹਾ ਕਿ ਢਿੱਲ ਨਹੀਂ ਕੋਈ ਚਾਹੀਦੀ। ਆਹ ਦੇਖੋ ਸਜ਼ਾ ਮਿਲੀ, ਬਾਕੀ ਕੇਸਾਂ ਦੇ ਵਿੱਚ ਵੀ ਪਟਾਕੇ ਪਾ ਦਿਆਂਗੇ। ਠੀਕ ਹੈ ਜੀ, ਸਿਰ ਮੱਥੇ ਤੁਹਾਡੀ ਗੱਲ, ਤੁਸੀਂ ਕਹਿਤਾ ਕਰਤਾ ਹੋਊ 4 ਮਹੀਨੇ ਤੁਸੀਂ ਜੋ ਕਰਨਾ। ਕਾਂਗਰਸ ਪਾਰਟੀ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ, ਸਾਡੀ ਸਰਕਾਰ ਸੀ ਕਹਿੰਦੇ ਚਲਾਨ ਪੇਸ਼ ਹੋਇਆ, ਨਹੀਂ ਤਾਂ ਢਿੱਲ ਮੱਠੀ ਬੜੀ ਸੀ। ਉਸੇ ਚਲਾਨ ਦੇ ਸਿਰ 'ਤੇ ਤਾਂ ਕਹਿੰਦੇ ਸਜ਼ਾਵਾਂ ਹੋਈਆਂ, ਬਾਕੀ ਦਾ ਕੰਮ ਉਹੀ ਸੀ, ਚਲਾਨ ਤਾਂ ਅਸੀਂ ਪੇਸ਼ ਹੀ ਕਰਤਾ ਸੀ ਜਦੋਂ ਸਾਡੀ ਸਰਕਾਰ ਸੀ। ਠੀਕ ਹੈ ਜੀ, ਤੁਹਾਡਾ ਵੀ ਸਿਰ ਮੱਥੇ ਭਾਈ, ਤੁਸੀਂ ਜਦ ਕਹਿ ਹੀ ਦਿੱਤਾ, ਤੁਸੀਂ ਉਪ ਮੁੱਖ ਮੰਤਰੀ ਰਹੇ, ਚਲੋ ਕਾਂਗਰਸ ਨੇ ਕਰਾਤਾ। ਸ਼੍ਰੋਮਣੀ ਅਕਾਲੀ ਦਲ ਵਾਲੇ ਉਹ ਕਹਿੰਦੇ ਜੀ SIT ਤਾਂ ਅਸੀਂ ਬਣਾਈ ਸੀ, ਸਾਡੀ ਸਰਕਾਰ ਦੇ ਵੇਲੇ ਬਣਾਈ ਗਈ SIT ਨੇ ਜਾਂਚ ਕੀਤੀ, ਸਜ਼ਾ ਹੀ ਉਹਦੇ ਆਧਾਰ 'ਤੇ ਮਿਲੀ ਹੈ, ਬਾਕੀ ਤਾਂ ਐਵੇਂ ਗੱਲਾਂ ਹੀ ਕਰਦੇ ਆ। ਹੁਣ ਸੰਧਾਲੀਆ ਸਾਹਿਬ, ਮੈਂ ਕਹਿੰਦਾ ਕਿ ਬੱਝਵਾਂ ਸਿਹਰਾ ਸਾਂਝਾ ਸਾਰਿਆਂ ਦੇ ਬੰਨ੍ਹ ਦਿੰਦੇ ਆ, ਪਰ ਨਾਲ ਦੀ ਨਾਲ ਜਿਨ੍ਹਾਂ ਕੇਸਾਂ ਦੇ ਵਿੱਚ ਇੰਨਾ ਕੁ ਸਮਾਂ ਹੋ ਗਿਆ, ਅਜੇ ਕੰਮ ਅੱਧ ਵਿਚਾਲੇ ਤੁਰਿਆ ਫਿਰਦਾ, ਉਹਨਾਂ ਕੇਸਾਂ ਦਾ ਸਿਹਰਾ ਫਿਰ ਕਿਹਦੇ ਬੰਨੀਏ? ਜਾਂ
ਬਿਜਲੀ ਵਾਲੇ ਕੇਸ ਨੇ, ਪਾਣੀ ਵਾਲੇ ਕੇਸ ਨੇ, ਕਿੰਨੇ ਹੀ ਕੇਸ ਨੇ ਪੰਜਾਬ ਦੇ ਜਿੱਥੇ ਪੰਜਾਬ ਹਰਿਆ, ਮੂਧਰੇ ਮੂੰਹ ਡਿੱਗਿਆ, ਲੋਕ ਅੱਖਾਂ 'ਚ ਘਸੁੰਨਦੇ ਦੇ ਰੋਂਦੇ ਆ ਕਿ ਭਾਈ ਪੰਜਾਬ ਨਾਲ ਹੋ ਕੀ ਗਿਆ। ਮੈਂ ਕਹਿੰਦਾ ਥੋੜ੍ਹਾ ਜਿਹਾ ਫਰਾਖ ਦਿਲ ਕਰ ਹੋ ਕੇ, ਵੱਡਾ ਦਿਲ ਦਿਖਾ ਕੇ, ਵਿਸ਼ਾਲ ਹਿਰਦਾ ਦਿਖਾ ਕੇ ਮਾੜਾ ਜਿਹਾ ਕਹਿਣ ਕਿ ਭਾਈ ਇੱਥੇ ਉਸਤਤ ਸਾਡੀ ਕਰੋ, ਇੱਥੇ ਖਿੱਚ ਤੂ ਵੀ ਸਾਡੀ ਕਰੋ ਤਾਂ ਚੰਗਾ। ਨਹੀਂ ਦੇਖੋ, ਖਿੱਚ ਤੂ ਕੋ ਕਹਿੰਦਾ ਥੋੜਾ ਹੁੰਦਾ ਵੀ ਕਰੋ, ਖਿੱਚ ਤੂ ਤੇ ਹੋ ਜਾਂਦੀ ਹੈ। ਬਾਕੀ ਚਲੋ ਇਹ ਵੀ ਗੱਲ ਤੁਹਾਡੀ ਠੀਕ ਹੈ ਕਿ ਵੀ ਇੰਨੇ ਕੇਸਾਂ ਦੇ ਵਿੱਚੋਂ ਜਿਹਦਾ ਨਤੀਜਾ ਆ ਗਿਆ, ਹਰੇਕ ਬੰਦਾ ਕ੍ਰੈਡਿਟ ਦੌੜ ਦੇ ਵਿੱਚ ਤੇ ਪੈਂਦਾ। ਆਪਾਂ ਚਲੋ ਇੰਨੀ ਕੁ ਬੇਨਤੀ ਕਰਦੇ ਹਾਂ ਕਿ ਵੀ ਪਿਛਲੇ ਸਮੇਂ ਦੇ ਵਿੱਚ ਜਿਹਨੇ ਜੋ ਵੀ ਸਰਕਾਰ ਦੇ ਵਿੱਚ ਭਾਵੇਂ ਕੋਈ ਕਹਿ ਲਓ ਕਿ ਵੀ ਇੱਕ ਲਾਂਘ ਤੁਰਿਆ ਹੋਵੇ, ਕੋਈ ਦੋ ਲਾਂਘਾਂ ਤੁਰਿਆ ਹੋਵੇ, ਸਫ਼ਰ ਮਕਾਉਣ ਦੇ ਵਿੱਚ ਹਿੱਸਾ ਤੇ ਹਰੇਕ ਦਾ ਹੈਗਾ। ਚਲੋ ਮੈਂ ਨਾ ਵੀ ਜੇ ਹੁਣ ਕ੍ਰੈਡਿਟ ਦੌੜ ਦੇ ਚੱਕਰ ਦੇ ਵਿੱਚ ਪੈ ਕੇ ਇਹ ਚੀਜ਼ ਆਸੇ-ਪਾਸੇ ਨਾ ਕਰ ਲਈ ਜਾਵੇ, ਆਪਾਂ ਸਾਰਿਆਂ ਨੂੰ ਕ੍ਰੈਡਿਟ ਦੇ ਦਿੰਦੇ, ਹੋਣ ਵਾਲਿਆਂ ਨੂੰ ਵੀ, ਪਿਛਲਿਆਂ ਨੂੰ ਵੀ। ਬਸ ਇੰਨਾ ਵੀ ਹੁਣ ਜਿੱਦਾਂ ਇਹਦਾ ਮਸਲਾ ਹੱਲ ਹੋ ਗਿਆ, ਆਉਣ ਵਾਲੇ 2 4 6 ਮਹੀਨਿਆਂ ਦੇ ਵਿੱਚ ਜਿਹੜੇ ਬਾਕੀ ਦੇ ਮਸਲੇ ਨੇ ਇੰਨੇ ਸਾਲਾਂ ਤੋਂ ਤੁਰੇ ਆ ਰਹੇ, ਉਹਨਾਂ ਦਾ ਵੀ ਕੋਈ ਨਾ ਕੋਈ ਨਤੀਜਾ ਸਾਹਮਣੇ ਆ ਜਾਵੇ ਤੇ ਲੋਕਾਂ ਨੂੰ ਆਪੇ ਹੌਸਲਾ ਆ ਜਾਵੇ ਵੀ ਭਾਈ 2 3 ਸਰਕਾਰਾਂ ਲੱਗੀਆਂ, 3 4 ਮੁੱਖ ਮੰਤਰੀ ਲੱਗੇ, ਫਿਰ ਜਾ ਕੇ ਸਾਨੂੰ ਇਨਸਾਫ ਮਿਲਿਆ। ਪਰ ਚਲੋ ਜੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਵੇ ਤਾਂ ਲੋਕਾਂ ਨੂੰ ਆਪੇ ਭੁੱਲ ਜੂ। ਨਹੀਂ ਬਹੁਤ ਚੰਗਾ। ਮੌੜ ਮੰਡੀ ਦੇ ਨੇੜੇ ਇੱਕ ਵਾਰੀ ਬਲਾਸਟ ਹੋਇਆ ਸੀ ਇਲੈਕਸ਼ਨ ਤੋਂ ਪਹਿਲਾਂ, ਆਪਾਂ ਗੱਲ ਹੀ ਨਹੀਂ ਕਰਨੀ ਕਿਹਦੀ ਉਦੋਂ ਸਰਕਾਰ ਸੀ, ਕਿਹਦੀਆਂ ਬਾਅਦ 'ਚ ਬਣੀਆਂ। ਉਹ ਮੇਰੇ ਖਿਆਲ ਅੱਧ ਵਿਚਾਲੇ ਤੁਰਿਆ ਫਿਰਦਾ, ਕੰਮ ਅਜੇ ਲਟਕਿਆ ਹੀ ਫਿਰਦਾ, ਕਿਸੇ ਨੂੰ ਪਤਾ ਹੀ ਕੁਛ ਨਹੀਂ ਕਿ ਕਿੱਧਰਲੇ ਪਾਸੇ ਨੂੰ ਘੂਗੀ ਘੂੰ ਹੋਣੀ ਆ। ਉਹਦੀ ਜ਼ਿੰਮੇਵਾਰੀ ਕੌਣ ਲਊਗਾ? ਮੈਂ ਤਾਂ ਕਹਿੰਦਾ ਕਿਉਂਕਿ 3 ਹੀ ਤਰ੍ਹਾਂ ਨੇ ਇਹ ਮੇਨ, ਤਿੰਨੇ ਹੀ ਸਪਸ਼ਟ ਨੇ ਕਿ ਭਾਈ ਅਸੀਂ ਹੀ ਕੀਤਾ, ਸਾਡੇ ਸਿਰ ਦੇ ਉੱਤੇ ਹੋ ਗਿਆ, ਤੁਹਾਨੂੰ ਸਿਹਰਾ ਭਾਈ। ਮੜ ਜਾ ਮੌੜ ਮੰਡੀ ਵਾਲਾ ਹਿਸਾਬ ਕਿਤਾਬ ਜੇ ਲਵਾ ਦਿਓਗੇ ਤਾਂ ਫਿਰ ਮੌੜ ਮੰਡੀ ਦਾ ਵੀ ਦੱਸ ਦਿਓ। ਸੰਧਾਲੀਆ ਸਾਹਿਬ ਜੇ ਅੱਜ ਕੋਈ ਚੰਗੀ ਗੱਲ ਹੋਈ ਹੈ ਤਾਂ ਸਾਰੇ ਕਹਿੰਦੇ ਜੀ ਸ਼ੁਰੂ ਅਸੀਂ ਕੀਤਾ, ਇੱਕ ਕਹਿੰਦੇ ਜੀ ਮੇਨ ਕੰਮ ਤਾਂ ਅਸੀਂ ਕੀਤਾ, ਇਹਨਾਂ ਨੇ ਤਾਂ ਬਸ ਧੰਨਵਾਦੀ ਸ਼ਬਦ ਹੀ ਆਖਿਆ ਆ ਕੇ। ਠੀਕ ਹੈ, ਮੈਂ ਕਹਿੰਦਾ ਕਿ ਬਿਜਲੀ ਬੋਰਡ ਪ੍ਰਾਈਵੇਟ ਹੋ ਕੇ ਪਾਵਰਕਾਮ ਬਣ ਗਿਆ, ਉਹਦੇ ਵਿੱਚ ਕਿਹਦਾ ਹਿੱਸਾ? ਮੈਂ ਤਾਂ ਕਹਿੰਦਾ ਕਿ ਖੇਤੀਬਾੜੀ ਵਿਭਾਗ ਜਾਂ ਬਹੁਤ ਸਾਰੇ ਵਿਭਾਗਾਂ ਦੇ ਹਾਲਾਤ ਬੁਰੇ ਹੋ ਗਏ, ਸਰਕਾਰੀ ਸਕੂਲ ਜਿਹੜੇ ਹੈ ਉਹਨਾਂ ਤੋਂ ਵੱਧ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਹੋਈ ਜਾਂਦੀ ਹੈ। ਅਜੇ ਤੱਕ ਵੀ ਆਪਾਂ ਕੱਲ੍ਹ ਹੀ ਗੱਲ ਕੀਤੀ ਸੀ ਕਿ ਭਾਈ 500 ਤੋਂ ਵੱਧ ਜਿਹੜੇ ਆ ਉਹ ਫੜੇ ਗਏ ਆ ਪਾਸਪੋਰਟ, ਤੇ ਇੱਕ ਬੰਦੇ ਦੇ ਉੱਤੇ 100 ਤੋਂ ਵੱਧ ਠੱਗੀ ਦੇ ਪਰਚੇ ਦਰਜ ਸੀ, ਤੇ ਜਲੰਧਰ ਦੇ ਵਿੱਚ ਉਹ ਇਮੀਗ੍ਰੇਸ਼ਨ ਦਾ ਕੰਮ ਫੇਰ ਕਰੀ ਜਾਂਦਾ ਸੀ ਕਿ ਭਾਈ ਆ ਜਾਓ ਮੈਂ ਵੀਜ਼ੇ ਲਵਾ ਕੇ ਦਿੰਨਾ। ਉਹ ਜੇ ਸਾਰੀਆਂ ਚੀਜ਼ਾਂ ਮਾੜੀਆਂ ਤੋਂ ਮਾੜੀਆਂ, ਖਤਰਨਾਕ ਤੋਂ ਖਤਰਨਾਕ, ਭਿਆਨਕ ਤੋਂ ਭਿਆਨਕ ਹੋਈਆਂ, ਸਿਹਰਾ ਤਾਂ ਫਿਰ ਤੋਂ ਭੱਜਣਾ ਚਾਹੀਦਾ। ਹਾਂ ਨਹੀਂ ਬਰਾਬਰ ਦਾ। ਪਰ ਚਲੋ ਸਿਆਸਤ ਹੈ ਵਾਰ ਸਾਹਿਬ, ਸਿਆਸਤ ਦਾ ਕੰਮ ਹੈ ਚੱਲਣਾ, ਕਿਉਂਕਿ ਜੇ ਸਿਆਸਤ ਨਹੀਂ ਚੱਲੂਗੀ ਨਾ ਤੇ ਫਿਰ ਲੋਕਾਂ ਨੂੰ ਸਵਾਦ ਨਹੀਂ ਆਉਂਦਾ, ਆਪਣਾ ਕੰਮ ਹੀ ਨਹੀਂ ਚੱਲਣਾ। ਮੰਨ ਲਓ ਜੇ ਖਬਰ ਨਾ ਹੋ, ਦੋਵੇਂ ਭਰਾ ਬੈਠ ਰਹਾਂਗੇ ਇੱਥੇ ਕੋਟ ਪਾ ਕੇ ਤੇ ਆਪਾਂ ਕਹਾਂਗੇ ਯਾਰ ਕਰੀਏ ਕੀ, ਕੱਲ੍ਹ ਦਾ ਕੋਈ ਲੀਡਰ ਬੋਲੇ ਨਹੀਂ, ਜਾਂ ਫਿਰ ਯਾਰ ਹੋਰ ਕੋਈ ਗੱਲ ਸੁਣਾ ਲਓ, ਕਰੀਏ ਕੀ, ਮਾਰੇ ਉਹਨਾਂ ਕੰਮ ਹੀ ਸਾਰੇ ਸੈੱਟ ਕਰ ਦਿੱਤੇ। ਉਹ ਕਹਿੰਦੇ ਚਲੋ ਕੋਈ ਤੇ ਗੱਲ ਹੋਊਗੀ ਜਿਹੜੀ ਰਹਿ ਗਈ ਹੋਊਗੀ, ਕੁਛ ਵੀ ਨਹੀਂ ਰਿਹਾ, ਸਾਰੇ ਮਸਲੇ ਹੱਲ ਕਰ ਦਿੱਤੇ। ਪਾਣੀ ਅਚਾਨਕ ਰਾਤੋਂ ਰਾਤ ਤਾਂ ਆ ਗਿਆ ਹੈ ਨਾ, ਮਤਲਬ ਕਈ ਗੱਲਾਂ। ਤੇ ਇਸ ਕਰਕੇ ਮੈਨੂੰ ਲੱਗਦਾ ਹੁੰਦਾ ਵੀ ਜੋ ਕੁਛ ਵੀ ਹੈ ਜਿਵੇਂ ਵੀ ਹੈ ਇਹ ਸਾਈਕਲ ਚੱਲਦਾ ਰਹਿਣਾ ਚਾਹੀਦਾ। ਬਾਕੀ ਪਾਣੀ ਤੋਂ ਗੱਲ ਧਿਆਨ 'ਚ ਆਈ ਤਾਂ ਜਿਹੜੀ ਇੱਕ ਮਾੜੀ ਘਟਨਾ ਵਾਪਰੀ ਅਮਰਨਾਥ ਜੀ ਗੁਫਾ ਦੇ ਕੋਲ, ਜਿਹੜਾ ਬੱਦਲ ਫਟਿਆ, ਕਹਿੰਦੇ ਹੁਣ ਤੱਕ 13-14 ਲੋਕਾਂ ਦੀ ਮੌਤ ਦੀ ਖਬਰ ਹੈ, ਬਾਕੀ 40 ਤੋਂ ਵੱਧ ਅਜੇ ਲਾਪਤਾ ਨੇ। ਗਾਂ ਕੋਈ ਰੱਬ ਸੁੱਖ ਰੱਖੇ ਵੀ ਕੋਈ ਮਾੜੀ ਖਬਰ ਨਾ ਆਵੇ, ਜਿਹੜੇ ਲਾਪਤਾ ਨੇ ਉਹ ਵੀ ਲੱਭ ਜਾਣ। ਪਰ ਤੁਸੀਂ ਇਹ ਦੇਖੋ ਵੀ ਪਹਾੜਾਂ 'ਚ ਵੈਸੇ ਤਾਂ ਬੰਦਾ ਜਾਂਦਾ ਵੀ ਚਲੋ ਸ਼ਰਧਾ ਬਸ, ਪਰ ਅੱਗੇ ਆਪਾਂ ਉੱਤਰਾਖੰਡ ਨਾਲ ਰਿਲੇਟਡ ਵੀ ਸੁਣਿਆ ਸੀ, ਉੱਤਰਾਖੰਡ 'ਚ ਵੀ ਹਾਲਾਂਕਿ ਇੱਕ ਵੱਖਰੀ ਘਟਨਾ ਵਾਪਰੀ। ਬੰਦਾ ਜਾਂਦਾ ਤੇ ਸ਼ਰਧਾ ਦੇ ਤੌਰ ਤੇ ਆ, ਤੇ ਉੱਥੇ ਵੀ ਕੁਛ ਨਾ ਕੁਛ ਕੁਦਰਤੀ ਆਫਤ ਇਹੋ ਜਿਹੀ ਵਾਪਰ ਜਾਂਦੀ। ਸੰਧਾਲੀਆ ਸਾਹਿਬ ਦੇਖੋ, ਪ੍ਰਬੰਧ ਤਾਂ ਆਪਣੇ ਵੱਲੋਂ ਬਹੁਤ ਕੀਤੇ ਜਾਂਦੇ, ਪਰ ਬਹੁਤੇ ਪ੍ਰਬੰਧ ਸਿਕਿਉਰਿਟੀ ਦੇ ਹੁੰਦੇ ਆ। ਸਰਕਾਰਾਂ ਵੀ ਉੱਥੇ ਕਹਿ ਦਿੰਦੀਆਂ ਕਿ ਭਾਈ ਇਹ ਤਾਂ ਕੁਦਰਤੀ ਕਰੋਪੀ ਆ, ਪਹਾੜੀ ਇਲਾਕਿਆਂ ਦੇ ਵਿੱਚ ਮੌਸਮ ਇੱਦਾਂ ਰਹਿੰਦਾ, ਉਹਦੇ ਉੱਤੇ ਤਾਂ ਕੋਈ ਜ਼ੋਰ ਨਹੀਂ ਕੁਦਰਤ ਦੇ ਉੱਤੇ। ਠੀਕ ਹੈ ਭਾਈ, ਉਹ ਸਾਰੀਆਂ ਗੱਲਾਂ ਸੰਧਾਲੀਆ ਸਾਹਿਬ ਸਮਝ ਆਉਂਦੀਆਂ, ਪਰ ਜਿਨ੍ਹਾਂ ਪਰਿਵਾਰਾਂ ਦੇ ਘਰਾਂ ਦੇ ਵਿੱਚ ਦੁੱਖ ਆ ਗਿਆ ਨਾ, ਜਿਨ੍ਹਾਂ ਪਰਿਵਾਰਾਂ ਦੇ ਜੀਅ ਜਿਹੜੇ ਆ ਉਹ ਛੱਡ ਕੇ ਚਲੇ ਗਏ, ਉਹਨਾਂ ਦੇ ਗੁਜ਼ਾਰੇ ਬਹੁਤ ਔਖੇ ਹੋਣਗੇ। ਕਿਤੇ ਨਾ ਕਿਤੇ ਇਹ ਲੱਗਦਾ, ਕੋਈ ਮੰਨੇ ਨਾ ਮੰਨੇ, ਕਿ ਜਿਹੜਾ ਆਪਾਂ ਕੁਦਰਤ ਦੇ ਨਾਲ ਖਿਲਵਾੜ ਕਰੀ ਜਾਂਦੇ ਆ, ਉਹ ਖਿਲਵਾੜ ਦਾ ਨਤੀਜਾ ਤਾਂ ਸਾਨੂੰ ਵੇਲੇ ਕਵੇਲੇ, ਗਾਹੇ ਬਗਾਹੇ, ਸੱਜੇ ਖੱਬੇ, ਪੰਜਾਬ 'ਚ, ਹਿਮਾਚਲ 'ਚ, ਜੰਮੂ 'ਚ ਸਾਹਮਣੇ ਤਾਂ ਆਉਂਦਾ ਨਾ। ਕਿਉਂਕਿ ਜਦੋਂ ਤਾਪਮਾਨ ਵੱਧਦਾ ਹੈ ਜਾਂ ਹੋਰ ਕੁਦਰਤ ਦੇ ਖਿਲਾਫ ਆਪਾਂ ਕੰਮ ਕਰਦੇ ਹਾਂ, ਉਹਨੇ ਕਿਸੇ ਨਾ ਕਿਸੇ ਪਾਸਿਓਂ ਨਿਕਲ ਕੇ ਸਾਹਮਣੇ ਆਉਣਾ। ਗੁੜ ਖਾ ਲਓ, ਲੱਤ ਤੇ ਫੋੜਾ ਕਿਉਂ ਨਿਕਲਦਾ, ਮੂੰਹ ਤੇ ਕਿਉਂ ਨਿਕਲਦਾ। ਅੱਗੇ ਹੁੰਦੇ ਨਾ ਆਮ ਤੌਰ ਤੇ ਲੱਤਾਂ ਭਰੀਆਂ ਹੀ ਹੁੰਦੀਆਂ ਸੀ ਨਿਆਣੇ ਦੀਆਂ, 7-8 ਦਾਗ ਜਾਣੇ। ਕੀ ਹੈ, ਗੁੜ ਬੜਾ ਖਾਂਦਾ ਸੀ ਭੈਣ ਜੀ, ਬਹੁਤਾ ਹੀ ਗੁੜ ਖਾਂਦਾ ਸੀ, ਇਹ ਲੱਤ ਨਾਲ ਤਾਂ ਨਹੀਂ ਖਾਂਦਾ ਸੀ। ਜਾਣੀ ਤੁਸੀਂ ਕਾਰਵਾਈ ਕਿਤੋਂ ਕਰਦੇ ਹੋ, ਸਮੱਸਿਆ ਜਾ ਕੇ ਕਿਤੇ ਉਤਪੰਨ ਹੁੰਦੀ ਹੈ। ਇਸ ਕਰਕੇ ਥੋੜਾ ਜਿਹਾ ਇਸ ਘਟਨਾ ਤੋਂ ਸਿੱਖ ਲੈਣਾ ਚਾਹੀਦਾ। ਬਿਲਕੁਲ ਸਹੀ ਗੱਲ। ਬਾਕੀ ਉੱਤਰਾਖੰਡ ਦੇ ਵਿੱਚ ਵੀ ਉਹ ਕਿਹਾ ਜਾ ਰਿਹਾ ਕਿ ਵੀ ਦੇਖੋ ਆਰਟੀਗਾ ਕਾਰ ਸੀਗੀ ਤੇ ਦਰਿਆ ਪਾਰ ਕਰਦਿਆਂ ਜੀ ਉਹ ਥੱਲੇ ਡਿੱਗ ਪਈ, ਕਿਉਂਕਿ ਪਾਣੀ ਦਾ ਵਹਾਅ ਜ਼ਿਆਦਾ ਸੀ। ਪਹਿਲਾਂ ਖਬਰ ਆਈ ਜੀ ਉਹ ਟਰੈਕਿੰਗ ਕਰਨ ਗਏ ਸੀ, ਕੋਈ ਕਹਿੰਦੇ ਸੈਲਾਨੀ ਸੀ। ਬਾਅਦ ਦੇ ਵਿੱਚ ਕਹਿੰਦੇ ਵੀ ਸ਼ਾਇਦ ਉਹ ਵਿਚਾਰੇ ਆਰਕੈਸਟਰਾ ਗਰੁੱਪ ਵਾਲੇ ਸੀਗੇ, ਉਹਦਾ ਕੋਈ ਪ੍ਰੋਗਰਾਮ ਲਾਉਣ ਗਏ ਸੀ ਤੇ ਉਹਨਾਂ ਨੂੰ ਕੀ ਪਤਾ ਵੀ ਰਸਤੇ ਸਾਡੇ ਨਾਲ ਆਹ ਭਾਣਾ ਵਾਪਰ ਜਾਣਾ।
ਖੈਰ ਉਹ ਵੀ ਮਾੜੀ ਘਟਨਾ ਵਾਪਰੀ। ਦੇਖੋ ਗੱਲ ਇਹ ਆ ਵਾਟ ਸਾਹਿਬ ਵੀ ਜਦੋਂ ਬੰਦਾ ਮੈਨੂੰ ਲੱਗਦਾ ਅਣਜਾਣ ਰਾਹਾਂ 'ਤੇ ਜਾਂਦਾ ਨਾ, ਖਾਸ ਕਰਕੇ ਪਹਾੜੀ ਏਰੀਏ ਦੇ ਵਿੱਚ, ਉਹ ਆਪਾਂ ਭਾਵੇਂ ਪੰਜਾਬ ਦੀ ਗੱਲ ਕਰ ਲਈਏ, ਭਾਵੇਂ ਪੰਜਾਬੋਂ ਬਾਹਰਲੀ ਗੱਲ ਕਰ ਲਈ, ਜਾਂ ਆਪਾਂ ਇੱਧਰਲੀ ਵੀ ਗੱਲ ਕਰ ਲਈ, ਇੱਧਰ ਵੀ ਤਾਂ ਮਾੜੀਆਂ ਘਟਨਾਵਾਂ ਆਪਾਂ ਸੁਣਦੇ ਦੇਖਦੇ ਹੀ ਹਾਂ ਵੀ ਇੱਧਰ ਜਦੋਂ ਜਿਹੜੇ ਨਵੇਂ ਸਟੂਡੈਂਟ ਆਉਂਦੇ ਨੇ ਇੱਥੇ, ਕਿਉਂਕਿ ਇੱਥੇ ਆ ਕੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਕਿੱਥੇ ਕਿਹੜੀ ਚੀਜ਼ ਕਿਵੇਂ ਆਪਾਂ ਨੂੰ ਨੁਕਸਾਨ ਕਰ ਸਕਦੀ, ਉੱਥੇ ਵੀ ਇਹੋ ਜਿਹੀ ਘਟਨਾ ਵਾਪਰ ਜਾਂਦੀ। ਸੋ ਅਸੀਂ ਤਾਂ ਵਾਰ-ਵਾਰ ਇਹੀ ਬੇਨਤੀ ਕਰਦੇ ਹਾਂ ਵੀ ਜੇ ਨਵੇਂ ਥਾਂ ਜਾਣਾ ਹੋਵੇ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਥੋੜ੍ਹਾ ਜਿਹਾ ਕੰਮ ਦੇਣੇ ਵਾਲਾ ਰੱਖੇ ਬੰਦਾ। ਜੇ ਫਿਰ ਵੀ ਆ ਤਾਂ ਕਿਸੇ ਨਾ ਕਿਸੇ ਬੰਦੇ ਨੂੰ ਜਿਹੜਾ ਉਸ ਦਾ ਲੋਕਲ ਹੈ, ਜਿਹੜਾ ਜਾਣਕਾਰ, ਜਿਹੜਾ ਆਪਾਂ ਨੂੰ ਦੱਸ ਸਕਦਾ ਵੀ ਯਾਰ ਇੱਥੇ ਇਹੋ ਜਿਹਾ ਕੁਝ ਹੋ ਸਕਦਾ, ਉਹਨੂੰ ਜ਼ਰੂਰ ਨਾਲ ਰੱਖਿਆ ਜਾਵੇ। ਉਹ ਜਾਣੇ ਚਲੋ ਬਾਕੀ ਤਾਂ ਮਹਾਰਾਜ ਨੇ ਬਚਾਉਣਾ ਹੁੰਦਾ, ਪਰ ਫਿਰ ਵੀ ਜਿੰਨੀ ਕੁ ਆਪਣੇ ਵੱਲੋਂ ਬੰਦਾ ਰੱਖ ਸਕੇ ਅਵੇਅਰਨੈਸ ਉਨੀ ਤੇ ਰੱਖਣੀ ਚਾਹੀਦੀ। ਸੰਧਾਲੀਆ ਸਾਹਿਬ, ਇਹਨਾਂ ਦਿਨਾਂ ਦੇ ਵਿੱਚ ਨਾ ਅਖਬਾਰਾਂ ਦੇ ਉੱਤੇ ਕਈ ਵਾਰੀ ਮੋਟੀ ਜੀ ਕਰਕੇ ਖਬਰ ਛਪਦੀ ਹੁੰਦੀ ਹੈ ਜਾਂ ਵੱਡੀ ਕਰਕੇ ਫੋਟੋ ਲੱਗਦੀ ਹੁੰਦੀ ਹੈ। ਇੱਕ ਪੁਲ ਜਿਹਾ ਹੁੰਦਾ ਨਹਿਰ ਦਾ, ਨਹਿਰ 'ਚ ਪਾਣੀ ਹੁੰਦਾ ਤੇ ਨਿਆਣੇ ਨਹਿਰ 'ਚ ਛਾਲਾਂ ਮਾਰਦੇ ਹੁੰਦੇ ਆ, ਤੇ ਖਬਰ ਕੀ ਹੁੰਦੀ ਹੈ, ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਦੇ ਵਿੱਚ ਤਾਰੀਆਂ ਲਾਉਂਦੇ ਹੋਏ ਗੱਭਰੂ ਜਾਂ ਬੱਚੇ, ਇੱਕ ਅੱਧਾ ਪਾਣੀ 'ਚ ਹੁੰਦਾ, ਇੱਕ ਅੱਧਾ ਛਾਲ ਮਾਰ ਰਿਹਾ ਹੁੰਦਾ, ਇੱਕ ਅੱਧਾ ਪਿੱਛੇ ਛਾਲ ਮਾਰਨ ਦੀ ਤਿਆਰੀ 'ਚ ਹੁੰਦਾ। ਜਿਨ੍ਹਾਂ ਇਲਾਕਿਆਂ ਦੇ ਵਿੱਚ ਨਹਿਰਾਂ ਹੈਗੀਆਂ ਉੱਥੇ ਆਰਾਮ ਦੇ ਨਾਲ ਲੋਕ ਤਰ ਲੈਂਦੇ, ਕੋਈ ਗੱਲ ਨਹੀਂ, ਪਰ ਕਈ ਵਾਰੀ ਇਹਨਾਂ ਛੁੱਟੀਆਂ 'ਚ ਰਿਸ਼ਤੇਦਾਰਾਂ ਦੇ ਬੱਚੇ ਵੀ ਗਏ ਹੁੰਦੇ ਆ। ਦਿੱਲੀ ਦੇ ਬਰਾੜੀ ਇਲਾਕੇ ਦੇ ਵਿੱਚ 4 ਨੌਜਵਾਨ ਨਹਾਉਣ ਗਏ ਸੀ, ਨਹਿਰ ਦੇ ਵਿੱਚ ਰੁੜ ਗਏ, 3 ਦੀਆਂ ਲਾਸ਼ਾਂ ਲੱਭ ਪਈਆਂ, ਚੌਥੀ ਦਾ ਪਤਾ ਨਹੀਂ, ਲੱਭੇ ਹੋ ਗਏ ਆਪਣੇ ਗੱਲ ਕਰਦੇ ਕਰਦੇ। ਇਹ ਘਟਨਾਵਾਂ ਪੰਜਾਬ 'ਚ ਵੀ ਬਹੁਤ ਘਟਦੀਆਂ। ਨਹਿਰ ਦੇ ਵਿੱਚ ਅਕਸਰ ਲੋਕ ਰੁੜ ਜਾਂਦੇ ਆ ਜਦੋਂ ਬਰਸਾਤਾਂ ਦੇ ਕਰਕੇ ਪਾਣੀ ਤਾਂ ਆਇਆ ਹੁੰਦਾ। ਇਸ ਕਰਕੇ ਭਾਈ ਜੇ ਤਾਂ ਤਰਨਾ ਆਉਂਦਾ ਤਾਂ ਫੇਰ ਮਾੜਾ ਮੋਟਾ ਪੰਗਾ ਲੈਣ ਦੀ ਕੋਸ਼ਿਸ਼ ਕਰ ਲਿਓ। ਅਸੀਂ ਤਾਂ ਉਹ ਵੀ ਸਲਾਹ ਨਹੀਂ ਦਿੰਦੇ, ਕਿਉਂਕਿ ਪਾਣੀ ਵੀ ਸੁੱਖਣਾ ਪੰਜਾਬ ਦੇ ਵਿੱਚ ਇੱਦਾਂ ਦਾ ਹੀ ਹੁੰਦਾ। ਤੇ ਜੇ ਤੁਹਾਨੂੰ ਤਰਨਾ ਨਹੀਂ ਆਉਂਦਾ, ਅਜੇ ਕੱਚੇ ਖਿਡਾਰੀ ਹੋ, ਤਾਂ ਬਿਲਕੁਲ ਪੰਗਾ ਲੈਣ ਦੀ ਲੋੜ ਨਹੀਂ, ਕਿਉਂਕਿ ਮਗਰੋਂ ਮਾਪਿਆਂ ਦੇ ਦੁੱਖ ਨਹੀਂ ਦੇਖੇ ਜਾਂਦੇ। ਹਾਂ, ਇਹ ਗੱਲ ਹੈਗੀ ਆ ਜੀ। ਸੋ ਜਿੱਥੇ ਆਪਾਂ ਖਿਆਲ ਰੱਖ ਸਕਦੇ ਹਾਂ ਉੱਥੇ ਰੱਖਣਾ ਚਾਹੀਦਾ। ਪਰ ਗੱਲ ਇਹ WhatsApp ਵੀ ਖਿਆਲ ਜਿਨ੍ਹਾਂ ਦਾ ਰੱਖਣ ਦਾ ਫਰਜ਼ ਹੁੰਦਾ, ਜਦੋਂ ਉਹ ਖਿਆਲ ਨਹੀਂ ਰੱਖਦੇ ਨਾ, ਤੇ ਉਦੋਂ ਵੀ ਮਾੜੀ ਘਟਨਾ ਵਾਪਰਦੀ। ਹੁਣ ਚੰਡੀਗੜ੍ਹ 'ਚੋਂ ਜਿਹੜਾ ਸਕੂਲ ਦੇ ਵਿੱਚ ਕਹਿੰਦੇ ਵੀ ਬਹੁਤ ਪੁਰਾਣਾ, ਕੋਈ 200-250 ਸਾਲ ਪੁਰਾਣਾ ਰੁੱਖ ਡਿੱਗਿਆ, ਹੁਣ ਉਹਦੇ ਨਾਲ ਵੈਸੇ ਤਾਂ ਕਹਿੰਦੇ ਕਿ 18-19 ਲੋਕ ਜ਼ਖਮੀ ਵੀ ਹੋਏ ਨੇ, ਇੱਕ ਕੁੜੀ 16 ਸਾਲਾਂ ਦੀ ਉਹਦੀ ਮੌਤ ਵੀ ਹੋਈ ਆ। ਉਹ ਜਿਹੜੀ ਘਟਨਾ ਵਾਪਰੀ, ਹਰੇਕ ਨੇ ਜਦੋਂ ਸੁਣਿਆ ਹੋਊਗਾ, ਤੇ ਅਜੇ ਆਪਾਂ ਰੋਜ਼ ਗੱਲ ਕਰਦੇ ਨਾ ਵੀ ਸਕੂਲਾਂ 'ਚ ਜਾਂ ਹੋਰਨਾਂ ਥਾਵਾਂ ਦੇ ਉੱਪਰ ਰੁੱਖ ਲਾਉਣੇ ਚਾਹੀਦੇ ਆ, ਤੇ ਜਦੋਂ ਪਹਿਲੀ ਖਬਰ ਉੱਧਰੋਂ ਸੁਣੀ ਹੋਈ, ਯਾਰ ਉਹ ਇਹ ਤਾਂ ਖਤਰਨਾਕ ਬੜੀ ਚੀਜ਼ ਆ, ਮਹਾਰਾਜ ਤਾਂ ਵਢਾ ਦਿਓ, ਕੁਛ ਪਤਾ ਨਹੀਂ ਕਦੋਂ ਕਿੱਥੇ ਡਿੱਗ ਪਏ। ਹੁਣ ਉੱਥੇ ਬੰਦਾ ਸੋਚਦਾ ਵੀ ਜੇ ਨਾ ਕੋਈ ਹਨੇਰੀ, ਨਾ ਝੱਖੜ, ਨਾ ਕੋਈ ਰੌਲਾ, ਨਾ ਰੱਪਾ, ਤੇ ਵੀ ਇਹਨੂੰ ਰੁੱਖ ਨੂੰ ਹੋਇਆ ਕੀ। ਹੁਣ ਜੋ ਬਾਕੀ ਤਾਂ ਚਲੋ ਉਹਨਾਂ ਨੇ ਕਿਹਾ ਵੀ 2-3 ਦਿਨਾਂ 'ਚ ਜਾਂਚ ਕਰਕੇ ਦੱਸਾਂਗੇ, ਪਰ ਮੋਟੀ ਗੱਲ ਇਹ ਸਾਹਮਣੇ ਆਉਂਦੀ ਵੀ ਜਿਵੇਂ ਉਹ ਅੰਦਰ ਖਾਧਾ ਹੀ ਜ਼ਿਆਦਾ ਗਿਆ ਸੀਗਾ। ਹੁਣ ਵੈਸੇ ਮੈਂ ਸੋਚਦਾ ਸੀ ਵੀ ਚਲੋ ਰੋਕਿਆ, ਚੰਡੀਗੜ੍ਹ 'ਚ ਵੈਸੇ ਵੀ ਬੜੇ ਰੋਕਿਆ ਪੁਰਾਣੇ, ਕੋਈ ਮਹਿਕਮਾ ਤੇ ਹੋਊਗਾ ਜਿਹਦੀ ਡਿਊਟੀ ਹੋਊਗੀ ਵੀ ਮਾਰੇ ਤੁਸੀਂ ਚੈੱਕ ਕਰਨਾ ਵੀ ਰੁੱਖ ਠੀਕ ਹੈ। ਉਹਦੇ ਲਾਗੇ ਇੱਕ ਬੋਰਡ ਵੀ ਲੱਗਾ ਸੀ, ਹੈਰੀਟੇਜ ਟਰੀ, ਉਹਦੇ ਉੱਤੇ ਲਿਖ ਕੇ ਵੀ ਕਈ ਕੁਛ ਲਾਇਆ ਸੀ, ਮੈਂ ਚੰਡੀਗੜ੍ਹ ਦਾ ਹੈਰੀਟੇਜ ਰੁੱਖ ਹਾਂ, ਮੈਂ ਇੰਨੇ 100 ਸਾਲ ਪੁਰਾਣਾ ਹਾਂ, ਜੇ ਵੈਸੇ ਹੀ ਉਹਦੀ ਇੱਕ ਸਟੋਰੀ ਲਿਖੀ ਹੁੰਦੀ ਨਾ। ਵੱਡਾ ਬੋਰਡ ਲੱਗਾ ਸੀ ਕਿ ਹੈਰੀਟੇਜ ਟਰੀ ਹੈ ਜੀ ਚੰਡੀਗੜ੍ਹ ਦਾ। ਤੇ ਜਦੋਂ ਕੋਈ ਚੀਜ਼ ਹੈਰੀਟੇਜ ਹੁੰਦੀ ਹੈ ਨਾ, ਤਾਂ ਫਿਰ ਉਹਦੇ ਲਈ ਮਹਿਕਮਾ ਤਾਂ ਹੁੰਦਾ, ਉਹਨਾਂ ਨੇ ਆਣ ਕੇ ਦੇਖਣਾ ਹੁੰਦਾ ਕਿ ਭਾਈ ਇਹਦੇ ਕੋਈ ਖੋਖਲਾ ਤਾਂ ਨਹੀਂ ਹੋ ਰਿਹਾ, ਜੜ੍ਹਾਂ ਨੂੰ ਪੁਰਾਣਾ ਰੁੱਖ ਹੈ, ਕੋਈ ਗੱਲ ਨਹੀਂ। 2 ਹੀ ਚੀਜ਼ਾਂ ਹੋ ਸਕਦੀਆਂ ਸੰਧਾਲੀਆ ਸਾਹਿਬ, ਜਾਂ ਤਾਂ ਉਹਦੀਆਂ ਜੜ੍ਹਾਂ ਦੇ ਕੋਲੋਂ ਮਿੱਟੀ ਖੁਰ ਗਈ, ਤੇ ਜਿਹੜੇ ਸੰਬੰਧਿਤ ਵਿਭਾਗ ਵਾਲੇ ਬੰਦੇ ਤਨਖਾਹਾਂ ਲੈਂਦੇ ਆ ਮੋਟੀਆਂ, ਉਹਨਾਂ ਨੇ ਆਣ ਕੇ ਦੇਖਣਾ ਕਿ ਭਾਈ ਇਹਦੀਆਂ ਜੜ੍ਹਾਂ ਨੰਗੀਆਂ ਹੋ ਰਹੀਆਂ, ਜੜ੍ਹਾਂ ਕਮਜ਼ੋਰ ਹੋ ਰਹੀਆਂ, ਮਿੱਟੀ ਲਾਓ ਠੋਕ ਕੇ, ਉਹਨੂੰ ਥੰਮੀ ਲਾਓ, ਬੜੇ ਕੰਮ ਹੋ ਸਕਦੇ ਆ। ਤੇ ਜੇ ਅੰਦਰ ਹੀ ਅੰਦਰ ਉਹ ਖੋਖਲਾ ਹੋ ਰਿਹਾ, ਉਹਦੀਆਂ ਜੜ੍ਹਾਂ ਖਾਧੀਆਂ ਜਾ ਰਹੀਆਂ, ਤਾਂ ਉਹਦਾ ਵੀ ਪਤਾ ਜਿਹੜਾ ਉਹ ਮਾਹਿਰਾਂ ਨੂੰ ਤਾਂ ਲੱਗ ਹੀ ਜਾਂਦਾ ਹੋਣਾ। ਮੈਂ ਕਹਿੰਦਾ ਕਿ ਆਮ ਦਰਖਤ ਦੀ ਦੇਖਭਾਲ ਕਰਨ ਨੂੰ ਨਹੀਂ ਹੋਊਗਾ ਕੋਈ ਡਿਪਾਰਟਮੈਂਟ, ਨਹੀਂ ਹੋਣਗੇ ਕਰਮਚਾਰੀ, ਹੈਰੀਟੇਜ ਟਰੀ ਦੀ ਤਾਂ ਦੇਖਭਾਲ ਕਰਦੇ ਹੋਣੇ ਆ, ਉਹਦੇ ਲਈ ਤਾਂ ਅੱਡ ਮਹਿਕਮਾ ਬਣਿਆ, ਅਧਿਕਾਰੀ ਕਰਮਚਾਰੀ ਤਨਖਾਹਾਂ ਲੈਂਦੇ ਆ। ਇਸ ਕਰਕੇ ਡਿਊਟੀ ਦਾ ਕਿਤੇ ਨਾ ਕਿਤੇ ਹੈਗੀ ਆ। ਹਾਂ, ਜੇ ਅਸਾਮੀ ਖਾਲੀ ਪਈ ਆ, ਜੇ ਸੰਬੰਧਿਤ ਇਲਾਕੇ ਦੇ ਵਿੱਚ ਉਹ ਬੰਦਾ ਤਾਇਨਾਤ ਨਹੀਂ, ਫਿਰ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਤੁਸੀਂ ਦੇਖੋ ਕਿ ਇੱਕ ਸਾਡੀ ਧੀ ਤਾਂ ਦੁਨੀਆ ਤੋਂ ਚਲੇਗੀ ਨਾ, ਇੱਕ ਹੋਰ ਬੱਚਾ ਵਿਦਿਆਰਥੀ, ਕਿਉਂਕਿ ਲੰਚ ਕਰ ਰਿਹਾ ਸੀ, ਉਸ ਵੇਲੇ ਦੁਪਹਿਰ ਦਾ ਖਾਣਾ ਖਾ ਰਿਹਾ ਸੀ, ਬੱਚੇ ਥੱਲੇ ਆ ਗਏ, ਇੱਕ ਦੀ ਬਾਂਹ ਵੱਢਣੀ ਪੈ ਗਈ ਹੈ, ਕੁਝ ਅਜੇ ਵੀ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਨੇ। ਇੱਕ ਉਹਨਾਂ ਬੱਚਿਆਂ ਨੂੰ ਅਟੈਂਡ ਕਰਨ ਵਾਲੀ ਅਟੈਂਡੈਂਟ ਜਿਹੜੀ ਬੀਬੀ ਹੈ, ਉਹ ਵੀ ਗੰਭੀਰ ਹਾਲਤ ਦੇ ਵਿੱਚ ਹੈ। ਸੋ ਹੁਣ ਜਾਂਚ ਪੜਤਾਲ ਹੋਵੇ, ਚੰਗੇ ਤਰੀਕੇ ਪਤਾ ਲੱਗੇ, ਤਾਂ ਜੋ ਭਵਿੱਖ ਦੇ ਵਿੱਚ ਇਦਾਂ ਦੀ ਕੋਈ ਹੋਰ ਘਟਨਾ ਵਾਪਰੇ ਨਾ। ਪਰ ਹਾਂ, ਉਹਨਾਂ ਪਰਿਵਾਰਾਂ ਦਾ ਦੁੱਖ ਨਹੀਂ ਘਟਾਇਆ ਜਾ ਸਕਦਾ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਜੀ ਜਿਹੜੇ ਉਹ ਚਲੇ ਗਏ ਨੇ। ਵੈਸੇ ਮੈਂ ਸੋਚਦਾ ਵੀ ਹੈਰੀਟੇਜ ਇਤਿਹਾਸਕ, ਪਤਾ ਨਹੀਂ ਕਿਉਂ ਜੇ ਉਹ ਕਿਤਾਬਾਂ 'ਚ ਲਿਖਣ ਬਹਿ ਜਾਓ ਕਿਤੇ, ਤੇ ਉੱਥੇ ਸੁਣ ਲਓ ਤੇ ਉਹ ਕਹਿੰਦੇ ਉਹ ਇਤਿਹਾਸ ਨੂੰ ਵਿਗਾੜ ਕੇ ਰੱਖਤਾ ਜੀ, ਇਤਿਹਾਸ ਤਰੋੜ ਮਰੋੜ ਕੇ ਲਿਖਤਾ ਜੀ, ਇਹ ਕਿੰਨੇ ਲਿਖਾਤਾ ਜੀ, ਕਿਸੇ ਨੂੰ ਪਤਾ ਹੀ ਨਹੀਂ ਜੀ ਇਹ ਕਿੰਨੇ ਬਦਲਤਾ ਜੀ। ਜੇ ਆਪਾਂ ਬਿਲਡਿੰਗਾਂ ਦੀ ਗੱਲ ਕਰ ਲਈ ਤਾਂ ਉਹ ਕਦੇ ਡਿੱਗਦੀਆਂ ਜਾਂਦੀਆਂ ਜੀ, ਉਹਨਾਂ ਵਾਲੇ ਪਾਸੇ ਕੋਈ ਧਿਆਨ ਨਹੀਂ ਦਿੰਦਾ ਜੀ, ਕੋਈ ਨਿਸ਼ਾਨੀ ਨਹੀਂ ਰੱਖ ਕੇ ਰਾਜ਼ੀ। ਹੁਣ ਜੇ ਆਖਰੀ ਗੱਲ ਇੱਕ ਆਹ ਸੁਣ ਲਈ ਰੁੱਖਾਂ ਵਾਲੀ, ਵੀ ਉਹ ਵੀ ਇਤਿਹਾਸਕ ਰੁੱਖ ਸੀਗਾ ਜੀ, ਪੁਰਾਣਾ ਸੀਗਾ ਜੀ, ਉਹਨੂੰ ਕਿਸੇ ਨੇ ਨਹੀਂ ਸਾਂਭਿਆ।
ਆਪਾਂ ਵੈਸੇ ਸੁਣਦੇ ਪੜ੍ਹਦੇ ਹੁੰਦੇ ਆ ਵੀ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਉਹ ਅੱਗੇ ਜਾ ਕੇ ਖਤਮ ਹੋ ਜਾਂਦੀਆਂ, ਤੇ ਜੇ ਆਪਾਂ ਇੱਧਰ ਝਾਤੀ ਮਾਰੀਏ ਤੇ ਫਿਰ ਕੁਝ ਸੰਭਾਲ ਕਿਸੇ ਪਾਸੇ ਹੋ ਰਹੀ ਲੱਗਦੀ। ਆਪਾਂ ਇੱਧਰ ਵੇਖਦੇ ਹਾਂ ਕਿੰਨੀਆਂ ਕਿੰਨੀਆਂ ਪੁਰਾਣੀਆਂ ਬਿਲਡਿੰਗਾਂ ਚੰਗੀਆਂ ਭਲੀਆਂ ਲੋਕਾਂ ਨੇ ਰੱਖੀਆਂ, ਵਰਤਦੇ ਉਹਨਾਂ ਨੂੰ। ਉਹਦੇ ਤੋਂ ਮੇਰੇ ਖਿਆਲ ਨਾਲ ਬਹੁਤ ਘੱਟ ਸਾਲ ਪੁਰਾਣੀਆਂ ਜਿਹੜੀਆਂ ਆਪਣੇ ਵਾਲੇ ਪਾਸੇ ਉਧਰ ਬਿਲਡਿੰਗਾਂ ਸੀਗੀਆਂ, ਇਤਿਹਾਸਿਕ ਵੀ ਲਾ ਲਓ ਜਾਂ ਕਿਸੇ ਦੀਆਂ ਵੈਸੇ ਪੁਰਾਣੀਆਂ ਹਵੇਲੀਆਂ ਲਾ ਲਓ, ਉਹ ਕਿਤੇ ਲੱਭਦੀਆਂ ਹੀ ਨਹੀਂ। ਨਹੀਂ, ਬੜੀ ਅਜੀਬ ਸਥਿਤੀ ਹੈ ਜੀ। ਪਤਾ ਨਹੀਂ ਮਟੀਰੀਅਲ ਮਾੜਾ, ਪਤਾ ਨਹੀਂ ਸੋਚ ਮਾੜੀ, ਪਤਾ ਨਹੀਂ ਸਾਂਭ ਸੰਭਾਲ ਮਾੜੀ ਹੈ, ਪਰ ਅਸੀਂ ਗਵਾ ਰਹੇ ਹਾਂ, ਜਾਨਾਂ ਵੀ ਗਵਾ ਰਹੇ ਹਾਂ, ਬਿਲਡਿੰਗਾਂ ਵੀ ਗਵਾ ਰਹੇ ਹਾਂ, ਇਤਿਹਾਸ ਵੀ ਆਪਣਾ ਗਵਾ ਰਹੇ ਹਾਂ। ਹੁਣ ਸੰਧਾਲੀਆ ਸਾਹਿਬ ਥੋੜ੍ਹਾ ਜਿਹਾ ਆਪਾਂ ਅਗਲੇ ਪਾਸੇ ਨੂੰ ਵਧੀਏ, ਕਿਉਂਕਿ ਮਸਲੇ ਬੜੇ ਗੰਭੀਰ ਨੇ ਸਾਰੇ। ਸਿਆਸੀ ਤੌਰ ਦੇ ਉੱਤੇ ਜੇ ਗੱਲ ਕਰਨੀ ਹੋਵੇ ਤਾਂ ਹੁਣ ਭਾਰਤੀ ਜਨਤਾ ਪਾਰਟੀ ਨੇ ਆਪਣਾ ਪੰਜਾਬ ਵਾਲਾ ਮਿਸ਼ਨ ਦੁਬਾਰਾ ਸ਼ੁਰੂ ਕਰਤਾ। ਪਿਛਲੇ ਦਿਨੀ ਜਦੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਈ ਹੈ ਤੇ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਵੋਟਾਂ ਵਧੀਆਂ। ਨੰਬਰ ਜਿਹੜਾ ਸਿਮਰਨਜੀਤ ਸਿੰਘ ਮਾਨ ਸਾਹਿਬ ਆਮ ਆਦਮੀ ਪਾਰਟੀ ਤੇ ਕਾਂਗਰਸ ਤੋਂ ਬਾਅਦ ਚੌਥਾ ਆਇਆ, ਅਕਾਲੀ ਦਲ 5ਵੇਂ ਤੇ ਰਿਹਾ। ਉਹਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਉਤਸ਼ਾਹ ਆ ਕਿ ਭਾਈ ਆਪਾਂ ਕੁਛ ਨਾ ਕੁਛ ਕਰ ਸਕਦੇ ਹਾਂ, ਕੁਛ ਨਾ ਕੁਛ ਖੱਟ ਸਕਦੇ ਹਾਂ। ਹੁਣ ਤੁਸੀਂ ਦੇਖੋ ਕਿ ਬਠਿੰਡੇ ਪਹੁੰਚੇ ਨੇ ਹਰਦੀਪ ਸਿੰਘ ਪੁਰੀ ਸਾਹਿਬ, 2 ਦਿਨ ਰਹਿਣਾ। ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰ ਨੇ, ਖੁਦ ਆਪਣੀ ਸੀਟ ਅੰਮ੍ਰਿਤਸਰ ਤੋਂ ਹਾਰ ਗਿਆ ਸੀ। ਤੇ ਜਦੋਂ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਪੁੱਛਿਆ ਗਿਆ ਜੀ ਪੁਰੀ ਸਾਹਿਬ ਦੇ ਆਉਣ ਦਾ ਕਾਰਨ ਕੀ ਜੀ, ਮਕਸਦ ਕੀ ਜੀ, ਉਹ ਕਹਿੰਦੇ ਜੀ ਦੇਖੋ ਮਾਲਵਾ ਖੇਤਰ ਦੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨਾ, ਡਿਊਟੀਆਂ ਲੱਗ ਚੁੱਕੀਆਂ ਨੇ, 2 ਦਿਨ ਇੱਥੇ ਰਹਿਣਾ। ਕਿਉਂਕਿ ਤੁਹਾਨੂੰ ਯਾਦ ਹੋਣਾ ਭਾਰਤੀ ਜਨਤਾ ਪਾਰਟੀ ਨੇ ਇੱਕ ਪਿਛਲੇ ਸਮੇਂ 'ਚ ਮੁਹਿੰਮ ਚਲਾਈ ਸੀ ਕਿ ਭਾਰਤ ਦੇ ਜਿਹੜੇ ਹਲਕੇ ਕਮਜ਼ੋਰ ਨੇ ਭਾਰਤੀ ਜਨਤਾ ਪਾਰਟੀ ਦੇ ਵੋਟ ਬੈਂਕ ਦੇ ਪੱਖੋਂ, ਉੱਥੇ ਕੇਂਦਰੀ ਮੰਤਰੀਆਂ ਤੇ ਮੌਜੂਦਾ ਮੈਂਬਰ ਪਾਰਲੀਮੈਂਟਾਂ ਦੀਆਂ ਡਿਊਟੀਆਂ ਲਾ ਰਹੇ ਹੋ ਕਿ ਤੁਸੀਂ ਇੰਨੇ ਮਹੀਨਿਆਂ ਦੇ ਵਿੱਚ ਇੰਨੇ ਦਿਨ ਤੇ ਇੰਨੀਆਂ ਰਾਤਾਂ ਉਸ ਹਲਕੇ 'ਚ ਰਹਿਣਾ। ਤੁਸੀਂ ਉਹਦੀ ਉਹਨਾਂ ਪੋਲਿੰਗ ਬੂਥਾਂ ਦੀ ਪਹਿਚਾਣ ਕਰਨੀ ਹੈ ਜਿੱਥੋਂ ਭਾਜਪਾ ਨੂੰ ਇੱਕ ਵੀ ਵੋਟ ਨਹੀਂ ਪੈਂਦੀ, ਤੇ ਉੱਥੋਂ ਦੇ ਲੋਕਾਂ ਨੂੰ ਫਿਰ ਪਾਰਟੀ ਦੇ ਨਾਲ ਜੋੜਨਾ। ਹੋ ਸਕਦਾ ਹੈ ਹਰਦੀਪ ਸਿੰਘ ਪੁਰੀ ਸਾਹਿਬ ਨੂੰ ਬਠਿੰਡਾ ਮਿਲਿਆ ਹੋਵੇ, ਪਹਿਲੀ ਗੱਲ ਇਹ। ਦੂਸਰਾ, 1.5 ਸਾਲ ਬਾਅਦ ਲੋਕ ਸਭਾ ਦੀਆਂ ਚੋਣਾਂ ਨੇ, ਪੌਣੇ 2 ਸਾਲ ਬਾਅਦ, 1.25 ਸਾਲ ਬਾਅਦ ਪ੍ਰਚਾਰ ਸ਼ੁਰੂ ਹੋ ਜਾਣਾ ਸੰਧਾਲੀਆ ਸਾਹਿਬ। ਤੇ ਉਸ ਸਥਿਤੀ ਦੇ ਵਿੱਚ ਬਠਿੰਡੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਚੋਣ ਲੜਦੇ ਆ। ਬਠਿੰਡਿਓਂ ਜਿਸ ਤਰੀਕੇ ਮੁਹਿੰਮ ਸ਼ੁਰੂ ਕੀਤੀ ਗਈ ਹੈ, ਆਪਾਂ ਸਾਰਿਆਂ ਨੂੰ ਯਾਦ ਹੋਣਾ ਕਿ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਸੀ ਅਕਾਲੀ ਦਲ ਨੇ ਧੋਖਾ ਦਿੱਤਾ ਖੇਤੀ ਕਾਨੂੰਨਾਂ ਦੇ ਮੁੱਦੇ ਤੇ। ਅਕਾਲੀ ਦਲ ਵਾਲੇ ਕਹਿੰਦੇ ਸੀ ਜੀ ਸਾਨੂੰ ਕੇਂਦਰਾ ਨਹੀਂ ਪੇਸ਼ ਕਰਾਂਗੇ, ਨਹੀਂ ਪੇਸ਼ ਕਰਾਂਗੇ, ਤੁਸੀਂ ਰੋਕ ਲਓ। ਪਰ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਤੇ ਉਹ ਬਿੱਲ ਕਾਨੂੰਨ ਪੇਸ਼ ਕਰ ਦਿੱਤੇ। ਇਹਨਾਂ ਨੇ ਸਾਡੇ ਨਾਲ ਵੀ ਗੱਦਾਰੀ ਕੀਤੀ, ਪੰਜਾਬ ਦੇ ਲੋਕਾਂ ਨਾਲ ਵੀ। ਜੇ ਇਸ ਤਰੀਕੇ ਦੇ ਨਾਲ ਆਪਸ ਵਿੱਚ ਤਲਕਲਾਮੀ ਹੋਈ ਸੀ ਤੇ ਬਠਿੰਡੇ ਦੇ ਵਿੱਚ ਅਗਲੇ ਨੇ ਸਰਗਰਮੀ ਸ਼ੁਰੂ ਕਰਤੀ ਹੈ ਸੰਗਰੂਰ ਤੋਂ ਬਾਅਦ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਖਤਰੇ ਤਾਂ ਕੁਝ ਕੁ ਵੱਡੇ ਲੀਡਰਾਂ ਲਈ ਪੈਦਾ ਹੋਣਗੇ ਜ਼ਰੂਰ। ਇਹ ਦੇਖੋ ਖਤਰਾ ਹੋਵੇ ਨਾ ਹੋਵੇ, ਪਰ ਲੜਾਈ ਤੇ ਹੋ ਗਈ ਨਾ, ਟੱਕਰ ਹੋ ਗਈ। ਤੁਸੀਂ ਇਹ ਦੇਖੋ ਵੀ ਜੇ ਆਪਾਂ ਆ ਸੰਗਰੂਰ ਵਾਲੀ ਜ਼ਿਮਨੀ ਚੋਣ ਦੀ ਗੱਲ ਕਰ ਲਈਏ, ਵਿੱਚ ਜੇ ਗੱਲ ਚੱਲ ਗਈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨਾਲ ਗੱਲ ਨਹੀਂ ਬਣੀ, ਅਕਾਲੀ ਦਲ ਹੁਣ ਸ਼ਾਇਦ ਦੁਬਾਰਾ ਬੀਜੇਪੀ ਨਾਲ ਜਾਵੇ ਜੀ, ਕੀ ਉਹ ਗੱਠਜੋੜ ਫਿਰ ਹੋ ਸਕਦਾ? ਉਹ ਜੇ ਗੱਲ ਜੀ ਚੱਲਦੀ ਸੀ, ਫਿਰ ਬੀਜੇਪੀ ਦੇ ਲੀਡਰ ਸਾਹਿਬਾਨਾਂ ਨੇ ਕਲੀਅਰ ਕਰਤੀ ਗੱਲ ਵੀ ਉਹ ਕਹਿੰਦੇ ਨਹੀਂ ਇਹੋ ਜਿਹੀ ਗੱਲ ਕੋਈ ਨਹੀਂ, ਆਪਣੇ ਥਾਂ ਤੇ ਡਟੇ। ਫਿਰ ਕਿਉਂਕਿ ਖਬਰ ਤਾਂ ਖਬਰ ਹੈ, ਖਬਰ ਉਦੋਂ ਸਾਹਮਣੇ ਆਉਂਦੀ ਜਦੋਂ ਕੋਈ ਨਾ ਕੋਈ ਘਟਨਾ ਵਾਪਰਦੀ ਹੈ, ਪਰ ਜਿਹੜਾ ਕਾਰਵਾਈ ਵਾਲਾ ਕੰਮ ਜਾਂ ਜਿਹੜਾ ਕੰਮ ਹੈ ਉਹ ਕੰਟੀਨਿਊਸਲੀ ਚੱਲਦਾ ਰਹਿੰਦਾ। ਇਹਦਾ ਮਤਲਬ ਇਹ ਹੋ ਗਿਆ ਕਿ ਜੇ ਉਦੋਂ ਵੀ ਮਾੜੀ ਜਿਹੀ ਚਰਚਾ ਚੱਲੀ, ਅਗਲੇ ਉਸੇ ਵੇਲੇ ਝਾੜ ਕੇ ਲਾਂਬੇ ਕਰਦੇ ਨਹੀਂ ਬਈ ਇੱਦਾਂ ਦੀ ਗੱਲ ਕੋਈ ਨਹੀਂ। ਦੂਸਰੇ ਪਾਸੇ ਜੇ ਇੱਧਰਲੇ ਆਪਾਂ ਬਠਿੰਡੇ ਦੀ ਗੱਲ ਕਰਦੇ ਹਾਂ, ਤੇ ਤੁਸੀਂ ਦੇਖੋ ਬਠਿੰਡਾ ਮੇਰੇ ਖਿਆਲ ਨਾਲ ਪਹਿਲੀ ਵਾਰ ਕਿਤੇ ਨਾ ਕਿਤੇ ਇਸ ਚਰਚਾ 'ਚ ਆਇਆ ਜਿੱਥੇ ਇਹ ਚੱਕਰ ਆਵੇ ਕਿ ਵੀ ਕੇਂਦਰ ਤੋਂ ਚੱਲ ਕੇ ਲੀਡਰ ਸਾਹਿਬਾਨ ਆਏ ਜੀ ਤੇ ਉਹ ਬਠਿੰਡੇ ਦੇ ਵਿੱਚ ਮੀਟਿੰਗ ਕਰ ਰਹੇ, ਜਾਂ ਬਠਿੰਡੇ ਦੇ ਵਿੱਚ ਹੁਣ ਉਹਨਾਂ ਨੇ ਆਪਣੀ ਪਾਰਟੀ ਦੀਆਂ ਗਤੀਵਿਧੀਆਂ ਕਰਨੀਆਂ। ਪਹਿਲਾਂ ਵੱਧ ਤੋਂ ਵੱਧ ਅੰਮ੍ਰਿਤਸਰ ਦੀ ਗੱਲ ਕਰਦੇ, ਕਿਉਂਕਿ ਅੰਮ੍ਰਿਤਸਰ ਤੋਂ ਉਹਨਾਂ ਨੇ ਇਲੈਕਸ਼ਨ ਲੜੀ ਹਰਦੀਪ ਸਿੰਘ ਪੁਰੀ ਹੋਰਾਂ ਨੇ। ਅੰਮ੍ਰਿਤਸਰ ਵੀ ਲੋਕਾਂ ਦੇ ਦਿਮਾਗ 'ਚ ਆਉਂਦਾ ਸੀ, ਜਲੰਧਰ ਆ ਜਾਂਦਾ ਸੀ ਕਿਉਂਕਿ ਕਾਫੀ ਸਾਰੀਆਂ ਸੀਟਾਂ ਆਲਰੇਡੀ ਬੀਜੇਪੀ ਨੂੰ ਮਿਲਦੀਆਂ ਸੀ, ਲੁਧਿਆਣਾ ਵੀ ਆ ਜਾਂਦਾ ਸੀ, ਪਟਿਆਲਾ ਵੀ ਆ ਜਾਂਦਾ ਸੀ ਵਿੱਚ ਕਿਉਂਕਿ ਫਿਰ ਚਰਚਾ ਚੱਲਦੀ ਸੀ ਨਹੀਂ ਉਹ ਕੈਪਟਨ ਸਾਹਿਬ ਤੁਹਾਨੂੰ ਪਤਾ ਹੀ ਹੈ ਫਿਰ। ਪਰ ਬਠਿੰਡੇ ਹੁਣ ਜਦੋਂ ਤੁਸੀਂ ਉਹ ਸ਼ਬਦ ਵਰਤਿਆ ਨਾ ਵੀ ਹਾਂਜੀ ਉੱਥੋਂ ਹਰਸਿਮਰਤ ਬਾਦਲ ਹੋਰੀ ਇਲੈਕਸ਼ਨ ਲੜਦੇ ਹੁੰਦੇ ਆ, ਤੇ ਇਹਦੋਂ ਪਹਿਲਾਂ ਆਮ ਆਪਾਂ ਅਖਬਾਰਾਂ 'ਚ ਸ਼ਬਦ ਪੜ੍ਹਦੇ ਹੁੰਦੇ ਸੀਗੇ ਅਕਾਲੀ ਦਲ ਦਾ ਗੜ੍ਹ ਬਠਿੰਡਾ ਜੀ। ਹੁਣ ਜੇ ਸਿੱਧਾ ਬਠਿੰਡੇ ਤੇ ਉਹ ਵੀ ਹਰਦੀਪ ਸਿੰਘ ਪੁਰੀ ਹੋਰਾਂ ਦੀ ਅਗਲੇ ਨੇ ਡਿਊਟੀ ਲਾਈ, ਉਹ ਵੀ ਸਾਲ ਸਵਾ ਸਾਲ ਪਹਿਲਾਂ ਜਦੋਂ ਅਜੇ ਇਲੈਕਸ਼ਨ ਨੂੰ ਹੈਗਾ ਟਾਈਮ। ਇਹਦਾ ਮਤਲਬ ਇਹ ਹੋ ਗਿਆ ਵੀ ਅਜੇ ਕੁਛ ਹੋਵੇ ਭਾਵੇਂ ਨਾ ਹੋਵੇ, ਅਗਲੇ ਪਲਾਟ ਤੇ ਵੇਂਦੇ ਫਿਰਦੇ ਵੀ ਇੱਥੇ ਕੋਠੀ ਪਾਉਣੀ ਆ ਵੀਰ ਜੀ, ਨਿਗਾਹ ਹੈਗੀ ਆ, ਹਾਂ ਵੀ ਇੱਥੇ ਜੇ ਕੁਛ ਠੀਕ ਲੱਗਦਾ ਏਰੀਆ। ਮਤਲਬ ਇਹ ਥੋੜ੍ਹਾ ਜਿਹਾ ਹੈਰਾਨੀ ਵਾਲੀ ਗੱਲ ਹੋ ਸਕਦੀ ਆ। ਬਾਕੀ ਚਲੋ 2-4-6 ਮਹੀਨਿਆਂ ਦੇ ਵਿੱਚ ਉੱਥੇ ਉਹਨਾਂ ਨੂੰ ਕਿੰਨਾ ਕੁ, ਕਿਉਂਕਿ ਕਾਰਨ ਆ ਨਾ ਵੀ ਉਹਨਾਂ ਦਾ ਕੰਮ ਆ ਗੇੜਾ ਮਾਰਨਾ, ਬਾਕੀ ਤੇ ਬਠਿੰਡੇ ਏਰੀਏ ਦੇ ਵੋਟਰਾਂ ਨੇ ਦੇਖਣਾ ਨਾ ਵੀ ਉਹਨਾਂ ਨੇ ਕਿਹੜੀ ਪਾਰਟੀ ਵੱਲ ਜਾਣਾ, ਕਿਹੜੀ ਪਾਰਟੀ ਵੱਲ ਨਹੀਂ ਜਾਣਾ। ਅਸੀਂ ਤਾਂ ਸਿਰਫ ਇਹ ਕਹਿੰਦੇ ਆ ਸੰਧਾਲੀਆ ਸਾਹਿਬ ਕਿ ਕੋਈ ਵੀ ਭਾਜਪਾ ਨੂੰ ਹਲਕੇ 'ਚ ਨਾ ਲਓ। ਨਹੀਂ ਹਲਕੇ 'ਚ ਨਾ ਲਓ ਮਤਲਬ ਯਾਨੀ ਕਿ ਉਹਨੂੰ ਇੱਦਾਂ ਨਾ ਸਮਝੋ ਕਿ ਪੱਲੇ ਕੁਛ ਨਹੀਂ। ਅੱਛਾ ਠੀਕ, ਮੈਂ ਵੀ ਬਠਿੰਡੇ ਹਲਕੇ ਦੇ ਵੀ ਹਲਕੇ 'ਚ ਨਾ ਆਉਣ ਦਿਓ ਵੀ। ਨਹੀਂ ਬੀਬੀ ਮਮਤਾ ਬੈਨਰਜੀ ਹੋਰਾਂ ਨੂੰ ਲੱਗਦਾ ਸੀ ਕਿ ਭਾਜਪਾ ਕਿੱਥੇ, ਮੁਕਾਬਲਾ ਵੱਧ ਤੋਂ ਵੱਧ ਕਾਮਰੇਡਾਂ ਨਾਲ, ਥੋੜ੍ਹੀ ਬਹੁਤ ਕਾਂਗਰਸ ਹੋਊਗੀ। ਅਗਲੇ ਮੋਢਿਆਂ ਦੇ ਨੇੜੇ ਆ ਗਏ ਸੀ।
ਬਾਕੀ ਸਾਰਿਆਂ ਨੂੰ ਪਛਾੜ ਕੇ। ਹਰਿਆਣੇ ਦੇ ਵਿੱਚ ਕਿਸੇ ਨੂੰ ਲੱਗਦਾ ਸੀ ਇੰਡੀਅਨ ਨੈਸ਼ਨਲ ਲੋਕ ਦਲ ਦੇ ਓਮ ਪ੍ਰਕਾਸ਼ ਚੌਟਾਲਾ ਨੂੰ ਕਿ ਕਦੇ ਭਾਰਤੀ ਜਨਤਾ ਪਾਰਟੀ ਹਰਿਆਣੇ 'ਚ ਗੱਜ ਸਕਦੀ ਹੈ? ਲਗਾਤਾਰ 2 ਵਾਰੀ ਸਰਕਾਰ ਬਣਾਈ ਹੈ। ਇੱਦਾਂ ਹੀ ਪੰਜਾਬ ਦੇ ਵਿੱਚ ਵੀ ਯਤਨ ਤਾਂ ਉਹਨਾਂ ਨੇ ਕਰਨੇ ਆ। ਯਤਨਾਂ ਦੇ ਵਿੱਚੋਂ ਇੱਕ ਯਤਨ ਤੁਸੀਂ ਮੁਹਾਲੀ ਵਾਲੇ ਪਾਸੇ ਦੇਖ ਲਓ। ਸੰਧਾਲੀਆ ਸਾਹਿਬ, ਮੁਹਾਲੀ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨੇ ਮੀਟਿੰਗਾਂ ਕੀਤੀਆਂ, ਕਾਂਗਰਸ ਦੇ ਕੌਂਸਲਰ ਸੱਦੇ, 10 ਤੋਂ ਥੱਲੇ ਆਏ, 6 7 ਇੰਨੇ 30 ਤੋਂ ਉੱਪਰ ਹੈ ਗਿਣਤੀ। ਤੇ ਪਤਾ ਲੱਗਾ ਕਹਿੰਦੇ ਜੀ ਬਾਕੀ ਕਿੱਥੇ ਗਏ ਬੰਦੇ, ਬਾਕੀਆਂ ਦੇ ਪੀੜ ਹੁੰਦੀ ਜੇ, ਆਏ ਕਿਉਂ ਨਹੀਂ, ਕੀ ਗੱਲ ਹੈ? ਸਿਕ ਲੀਵ, ਬਿਮਾਰੀ ਦੀ ਅਰਜ਼ੀ, ਜ਼ਰੂਰੀ ਕੰਮ ਦੀ ਅਰਜ਼ੀ, ਗੱਲ ਕੀ ਹੈ, ਕਹਾਣੀ ਕਿੱਥੇ? ਉਹ ਕਹਿੰਦੇ ਜੀ ਪਤਾ ਲੱਗਾ ਬਲਵੀਰ ਸਿੰਘ ਸਿੱਧੂ ਹੋਰਾਂ ਲਗਾਏ ਉੱਥੇ ਮੀਟਿੰਗ ਹੈ ਕਰੇ। ਹੁਣ ਬਲਵੀਰ ਸਿੰਘ ਸਿੱਧੂ ਹੋਰੀ ਕਾਂਗਰਸ ਪਾਰਟੀ ਦੀ ਪਿਛਲੀ ਸਰਕਾਰ 'ਚ ਮੰਤਰੀ ਰਹੇ ਆ, ਐਤਕੀ ਟਿਕਟ ਤੇ ਸੀ ਜਿੱਤੇ ਨਹੀਂ, ਪਰ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਿਆ। ਇੱਕ ਪਾਸੇ ਅਕਾਲੀ ਦਲ ਦੇ ਗੜ੍ਹ ਬਠਿੰਡੇ ਦੇ ਵਿੱਚ, ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਹਲਕੇ ਮੁਹਾਲੀ ਦੇ ਵਿੱਚੋਂ ਜਿਸ ਤਰੀਕੇ ਭਾਜਪਾ 'ਚ ਗਏ ਬਲਵੀਰ ਸਿੰਘ ਸਿੱਧੂ ਹੋਰਾਂ ਨੇ ਵਿੱਚੋਂ ਹੌਲੀ ਹੌਲੀ ਭੋਰਨੀ ਸ਼ੁਰੂ ਕਰ ਦਿੱਤੀ ਪਾਰਟੀ, ਉਹ ਨੁਕਸਾਨ ਵੀ ਹੋ ਜੂ। ਤੇ ਜਦੋਂ ਰਾਜਾ ਵੜਿੰਗ ਸਾਹਿਬ ਨੇ ਦੇਖਿਆ ਕਿ ਨਹੀਂ ਸੂਤ ਨਹੀਂ ਆਉਂਦਾ, ਉਹਨਾਂ ਨੇ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਤੇ ਮੁਹਾਲੀ ਦੇ ਮੇਅਰ ਦੋਨੇ ਪਾਰਟੀ ਦੇ ਵਿੱਚੋਂ ਕੱਢ ਦਿੱਤੇ ਕਿ ਭਾਈ ਇਹਨਾਂ ਦੀਆਂ ਗਤੀਵਿਧੀਆਂ ਠੀਕ ਨਹੀਂ, ਸਮੈਲ ਆਉਂਦੀ ਹੈ, ਪਾਰਟੀ ਨੂੰ ਤੋੜਨ ਦਾ ਯਤਨ ਜਿਹੜਾ ਉਹ ਕਰ ਸਕਦੇ ਆ। ਹੁਣ ਤੁਸੀਂ ਦੇਖੋ ਕਿ ਪਿਛਲੇ ਸਮੇਂ 'ਚ ਆਪਾਂ ਦੇਖਿਆ ਚੰਡੀਗੜ੍ਹ ਦੇ ਵਿੱਚ ਵੀ ਕਾਂਗਰਸ ਪਾਰਟੀ ਟੁੱਟੀ, ਮੁਹਾਲੀ 'ਚੋਂ ਵੀ ਟੁੱਟੀ। ਮੁਹਾਲੀ ਦੇ ਵਿੱਚੋਂ ਤਾਂ ਦੋਨਾਂ ਪਾਰਟੀਆਂ ਦਾ ਬਹੁਤ ਨੁਕਸਾਨ ਹੋਇਆ। ਜਿਹੜੇ ਮੌਜੂਦਾ ਐਮਐਲਏ ਨੇ ਆਮ ਆਦਮੀ ਪਾਰਟੀ ਦੇ, ਉਹ ਅਕਾਲੀ ਦਲ ਦੇ ਵੱਡੇ ਲੀਡਰ ਹੁੰਦੇ ਸੀ। ਉਧਰਲੇ ਪਾਸਿਓਂ ਗੱਲ ਨਹੀਂ ਬਣੀ, ਆਮ ਆਦਮੀ ਪਾਰਟੀ ਵਾਲੇ ਟਿਕਟ ਲੈ ਕੇ ਅਗਲੇ ਜਿੱਤ ਗਏ। ਇਧਰਲੇ ਪਾਸਿਓਂ ਬਲਵੀਰ ਸਿੰਘ ਸਿੱਧੂ ਹੋਰੀ ਕਾਂਗਰਸ ਦੇ ਲੀਡਰ ਹੁੰਦੇ ਸੀ, ਅਗਲੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਵੜੇ। ਅਕਾਲੀ ਦਲ ਵੱਲੋਂ ਤਾਂ ਕਿਸੇ ਵੇਲੇ ਰਾਮੂਵਾਲੀਆ ਸਾਹਿਬ ਵੀ ਮੁਹਾਲੀ ਤੋਂ ਹੁੰਦੇ ਸੀ, ਉਹ ਵੀ ਨਹੀਂ ਗਏ। ਇਹਦੇ ਨਾਲ ਕੋਈ ਵੇਲਾ ਹੁੰਦਾ ਸੀ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਬਹੁਤ ਨੇੜਲੇ ਰਿਸ਼ਤੇਦਾਰ ਕੈਪਟਨ ਹੁੰਦੇ ਸੀ, ਉਹ ਵੀ ਹੁਣ ਢੀਂਡਸਾ ਪਰਿਵਾਰ ਵੀ ਪਾਰਟੀ 'ਚ ਨਹੀਂਗਾ। ਬੱਬੀ ਬਾਦਲ ਹੋਰੀ ਕਦੇ ਇੱਥੋਂ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਅਕਾਲੀ ਦਲ, ਉਹ ਵੀ ਹੁਣ ਪਾਰਟੀ 'ਚ ਨਹੀਂ ਗਏ। ਸੋ ਸਾਰੀਆਂ ਸਥਿਤੀਆਂ ਇਹ ਦੱਸਦੀਆਂ ਕਿ ਭਾਈ ਮੁਹਾਲੀ ਜਾਨੀ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਜਿਹੜੇ ਨੇ ਉਹ ਅਕਾਲੀ ਦਲ ਦੇ ਲਈ ਵੀ ਬਹੁਤੇ ਸੁਰੱਖਿਅਤ ਨਹੀਂ ਤੇ ਕਾਂਗਰਸ ਦੇ ਲਈ ਵੀ ਕਮਜ਼ੋਰ ਹੋ ਰਹੇ ਆ। ਨਹੀਂ, ਇਹਨੂੰ ਆਪਾਂ ਦੂਸਰੀ ਭਾਸ਼ਾ 'ਚ ਵੀ ਦੱਸ ਸਕਦੇ ਹਾਂ ਵੀ ਇਹ ਉਹ ਇਲਾਕੇ ਨੇ ਜਿੱਥੇ ਹੁਣ ਹੌਲੀ ਹੌਲੀ ਬੀਜੇਪੀ ਪੈਰ ਪਸਾਰ ਰਹੀ ਹੈ ਨਾ। ਹੁਣ ਜਦੋਂ ਤੁਸੀਂ ਬਲਵੀਰ ਸਿੰਘ ਸਿੱਧੂ ਹੋਰਾਂ ਦੀ ਗੱਲ ਕਰਦੇ, ਨਾਲ ਹੀ ਲੋਕਾਂ ਦੇ ਦਿਮਾਗ 'ਚ ਚਿਹਰਾ ਆ ਜਾਂਦਾ ਵੀ ਬਲਵੀਰ ਸਿੰਘ ਸਿੱਧੂ ਕੌਣ ਨੇ ਜੀ। ਫਿਰ ਲੋਕਾਂ ਦੇ ਦਿਮਾਗ 'ਚ ਆਉਂਦਾ ਬਲਵੀਰ ਸਿੰਘ ਸਿੱਧੂ ਕਾਂਗਰਸੀ ਲੀਡਰ, ਕਿਉਂਕਿ ਤੁਸੀਂ ਆਪ ਦੇਖੋ ਨਾ ਵੀ 4-4.5 ਸਾਲ ਜਿਨ੍ਹਾਂ ਨੇ ਮੰਤਰੀ ਦੇ ਰੂਪ 'ਚ ਦੇਖਿਆ ਹੋਵੇ, ਬਾਅਦ ਦੇ ਵਿੱਚ ਵੀ ਉਹਨਾਂ ਨੇ ਦੇਖਿਆ ਹੋਵੇ ਵੀ ਮਹਾਰਾਜ ਉਹ ਤਾਂ ਉਧਰਲੇ ਪਾਸੇ ਨੇ ਜੀ, ਉਧਰਲੇ ਲੀਡਰ ਨੇ, ਤੇ ਅਚਾਨਕ ਤੋਂ ਜਿਵੇਂ ਗੇੜਾ ਜਿਹਾ ਦੇ ਕੇ ਉਹਨਾਂ ਨੇ ਆਖਿਆ ਵੀ ਨਹੀਂ ਮਹਾਰਾਜ ਹੁਣ ਤਾਂ ਹੈ ਨਹੀਂ ਕੁਛ ਵੀ, ਪਹਿਲਾਂ ਵਾਲੀ ਗੱਲ ਨਹੀਂ ਰਹੀ, ਪਹਿਲਾਂ ਵਾਲੀ ਗੱਲ ਨਹੀਂ ਰਹੀ। ਇਹਦਾ ਮਤਲਬ ਇਹ ਹੋ ਗਿਆ ਕਿ ਵੀ ਪਾਰਟੀ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਅਗਲਿਆਂ ਦੇ ਕੋਲ ਬਹੁਤ ਕੁਝ ਹੋ ਰਿਹਾ। ਬਾਕੀ ਬਲਵੀਰ ਸਿੰਘ ਸਿੱਧੂ ਨਾਲ ਰਿਲੇਟਡ ਇੱਕ ਹੋਰ ਰੌਲਾ ਵੀ ਪਿਆ ਨਾ ਜੀ, ਖਬਰ ਜੀ ਦਾ। ਉਹ ਹਾਲਾਂਕਿ ਧਾਲੀਵਾਲ ਸਾਹਿਬ ਜਿਹੜੇ ਕਿ ਹੁਣ ਮੌਜੂਦਾ ਮੰਤਰੀ ਨੇ, ਉਹ ਕਹਿੰਦੇ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਹੈ, ਪਰ ਬਲਵੀਰ ਸਿੰਘ ਸਿੱਧੂ ਹੀ ਕਹਿੰਦੇ, ਉਹ ਕਹਿੰਦੇ ਅਦਾਲਤ ਦੇ ਵਿੱਚ ਜਾਵਾਂਗਾ, ਇਹਨਾਂ ਨੇ ਧੱਕਾ ਕੀਤਾ ਕਿਉਂਕਿ ਇੱਕ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਜਿਹੜੀ ਕਿ ਪਿਛਲੀ ਸਰਕਾਰ ਵੇਲੇ ਉਹ 33 ਸਾਲਾ ਲੀਜ਼ ਦੇ ਹਿਸਾਬ ਨਾਲ ਉਹਨਾਂ ਨੇ ਲਈ ਸੀ, ਉੱਤੇ ਉਹ ਗਊਸ਼ਾਲਾ ਕਹਿੰਦੇ ਉਹਨਾਂ ਦੀ। ਉਹ ਕਹਿੰਦੇ ਵੀ ਇਹ ਤਾਂ ਸਾਡੀ ਜਿਹੜੀ ਲੀਜ਼ ਅਸੀਂ ਆਲਰੇਡੀ ਕਾਨੂੰਨੀ ਤੌਰ 'ਤੇ ਸਾਰਾ ਕੁਛ ਕੀਤਾ, ਜੋ ਉਹਦਾ ਕੋਈ 2,62,000 ਬਣਦਾ ਸੀਗਾ ਉਸ ਹਿਸਾਬ ਨਾਲ ਲੀਜ਼ ਦਾ, ਉਹ ਅਸੀਂ ਦਿੱਤਾ ਵੀ ਆ, ਪਰ ਉਹਦੇ ਬਾਵਜੂਦ ਜਿਹੜੀ ਸਾਡੀ ਲੀਜ਼ ਰੱਦ ਕੀਤੀ, ਇਹ ਤਾਂ ਭਾਈ ਸਾਹਿਬ ਕਾਰਵਾਈ ਗਲਤ ਆ। ਸੰਧਾਲੀਆ ਸਾਹਿਬ, ਇਹ ਪਹਿਲਾਂ ਵੀ ਰੌਲਾ ਰੱਪਾ ਬਹੁਤ ਪਿਆ ਜਦੋਂ ਮੰਤਰੀ ਦੇ ਅਹੁਦੇ ਤੋਂ ਲਿਥ ਗਿਆ ਸੀ ਬਲਵੀਰ ਸਿੰਘ ਸਿੱਧੂ ਹੋਰੀ, ਉਦੋਂ ਚਰਚਾ ਚੱਲੀ। ਫਿਰ ਇੱਕ ਵਾਰੀ ਚਰਚਾ ਚੱਲੀ ਕਿ ਭਾਈ ਹਲਕੇ ਦੀਆਂ ਕਈ ਪੰਚਾਇਤੀ ਜ਼ਮੀਨਾਂ ਜਿਹੜੀਆਂ ਨੇ ਟਰਸਟ ਬਣਾ ਕੇ ਕਿ ਸਮਾਜ ਸੇਵਾ ਕਰਨੀ ਹੈ, ਉਹਦੇ ਮੁਤਾਬਕ ਲੀਜ਼ ਆਪਣੇ ਨਾਂ ਦੇ ਉੱਤੇ ਕਰਾ ਲਈ ਹੈ ਜਾਂ ਟਰਸਟ ਦੇ ਨਾਂ 'ਤੇ ਕਰਾ ਲਈ ਹੈ। ਹੁਣ ਇਹ ਬਲੌਂਗੀ ਪਿੰਡ ਦੀ ਘਟਨਾ, ਉੱਥੋਂ ਦੀ ਜ਼ਮੀਨ ਹੈ। ਬਲਵੀਰ ਸਿੰਘ ਸਿੱਧੂ ਹੋਰੀ ਕਹਿੰਦੇ ਕਿ ਪ੍ਰੋਪਰ ਚੈਨਲ, ਪੂਰੀ ਪ੍ਰਕਿਰਿਆ ਤਹਿਤ ਸਰਕਾਰ ਦੇ ਨਿਯਮ ਜੋ ਕਹਿੰਦੇ ਆ ਉਹਦੇ ਮੁਤਾਬਕ ਉਹ ਪੰਚਾਇਤੀ ਜ਼ਮੀਨ ਟਰਸਟ ਨੂੰ ਲੀਜ਼ ਤੇ ਦਿੱਤੀ ਗਈ ਹੈ। ਬਣਦੇ ਰੁਪਈਏ ਜਿੱਦਾਂ ਤੁਸੀਂ ਦੱਸਿਆ, ਉਹ ਕਹਿੰਦੇ ਪੰਚਾਇਤ ਦੇ ਖਾਤੇ 'ਚ ਟਰਾਂਸਫਰ ਕੀਤੇ ਆ ਵੇਲੇ ਸਿਰ, ਇੱਕ ਵੀ ਦਿਨ ਲੇਟ ਨਹੀਂ ਕੀਤਾ ਅਸੀਂ, ਠੀਕ ਹੈ ਜੀ। ਤੇ ਕਹਿੰਦੇ ਉੱਥੇ ਗਊਸ਼ਾਲਾ ਖੋਲ੍ਹਣ ਦੇ ਲਈ ਲਈ ਸੀ ਤੇ ਗਊਸ਼ਾਲਾ ਹੀ ਖੁੱਲੀ ਹੈ। ਚਲੋ ਠੀਕ ਹੈ ਜੀ, ਬਲਵੀਰ ਸਿੰਘ ਸਿੱਧੂ ਜੀ ਤੁਹਾਡੀ ਗੱਲ ਸੁਣ ਲਈ। ਦੂਸਰੇ ਪਾਸੇ ਹੁਣ ਉਹ ਕਹਿੰਦੇ ਸੀ ਕਿ ਨਾ ਇਹ ਠੀਕ ਤਰੀਕੇ ਖੁੱਲੀ ਨਹੀਂ, ਕਹਿੰਦੇ ਸਾਬਕਾ ਮੰਤਰੀ ਦੇ ਘਰ ਦੀ ਰਜਿਸਟ੍ਰੇਸ਼ਨ ਆ, ਜਾਨੀ ਟਰਸਟ ਜਦੋਂ ਆਪਾਂ ਰਜਿਸਟਰਡ ਕਰਾਉਣੇ ਉਹਦੇ ਐਡਰੈਸ ਲਿਖਿਆ ਹੁੰਦਾ ਕਿ ਕਿੱਥੇ ਦਾ ਰਜਿਸਟਰਡ ਹੈ। ਉਹ ਕਹਿੰਦੇ ਜੀ ਸਿੱਧੂ ਸਾਹਿਬ ਦੇ ਘਰ ਦਾ, ਬਲਵੀਰ ਸਿੰਘ ਸਿੱਧੂ ਹੋਰਾਂ ਦੇ ਘਰ ਦਾ ਰਜਿਸਟਰਡ ਹੈ ਟਰਸਟ ਇਹ। ਇਸ ਕਰਕੇ ਹੋਰ ਵੀ ਉਹ ਕਹਿੰਦੇ ਜੀ ਖੁਨਾਮੀਆਂ ਕਈ ਨੇ ਤੇ ਆਪਾਂ ਉਹ ਕੰਟਰੈਕਟ, ਉਹ ਲੀਜ਼ ਹੀ ਰੱਦ ਕਰ ਦਿੱਤੀ। ਇਹ ਤੁਸੀਂ ਠੀਕ ਦੱਸਿਆ। ਕੁਲਦੀਪ ਸਿੰਘ ਧਾਲੀਵਾਲ ਸਾਹਿਬ ਕਹਿੰਦੇ ਇਹ ਕਾਨੂੰਨ ਦੇ ਮੁਤਾਬਕ ਪੱਕੇ ਆ ਬਈ, ਜਿੱਦਾਂ ਕਾਨੂੰਨ ਕਹਿੰਦਾ ਸਾਨੂੰ ਉਹਦੇ ਵਿੱਚੋਂ ਗਲਤ ਲੱਗਾ ਅਸੀਂ ਰੱਦ ਕਰਤੀ। ਬਲਵੀਰ ਸਿੰਘ ਸਿੱਧੂ ਹੋਰੀ ਕਹਿੰਦੇ ਗਲਤੀ ਕੁਛ ਨਹੀਂ,
ਮੈਂ ਅਦਾਲਤ ਦੇ ਵਿੱਚ ਜਾਊਂਗਾ ਤੇ ਲੀਜ਼ ਤੁਹਾਡੇ ਸਾਹਮਣੇ ਬਹਾਲ ਕਰੂੰਗਾ ਕਿਉਂਕਿ ਸਾਰੇ ਕਾਗਜ਼ ਪੱਤਰ ਮੇਰੇ ਕੋਲ ਨੇ। ਸੰਧਾਲੀਆ ਸਾਹਿਬ ਦੇਖੋ, ਜੇ ਤਾਂ ਉਹ ਗਊਸ਼ਾਲਾ ਦੇ ਲਈ ਲਈ ਗਈ ਹੈ ਤੇ ਗਊਸ਼ਾਲਾ ਹੀ ਚੱਲ ਰਹੀ ਹੈ ਤੇ ਠੋਕ ਵਜਾ ਕੇ ਚੱਲ ਰਹੀ ਹੈ ਤਾਂ ਕੋਈ ਗੱਲ ਨਹੀਂ। ਇਹਦੇ ਨਾਲ ਜੇ ਉਹਦੇ ਵਿੱਚ ਨਿਯਮਾਂ ਤੇ ਕਾਨੂੰਨਾਂ ਦੀ ਪਾਲਣਾ ਕੀਤੀ ਗਈ ਹੈ ਤਾਂ ਕੋਈ ਗੱਲ ਨਹੀਂ। ਪਰ ਜੇ ਗਊਸ਼ਾਲਾ ਦੇ ਨਾਂ ਤੇ, ਸਮਾਜ ਸੇਵਾ ਕਰਨ ਦੇ ਨਾਂ ਤੇ ਸਰਕਾਰੀ ਜ਼ਮੀਨ ਜਾਂ ਪੰਚਾਇਤੀ ਜ਼ਮੀਨ ਜਾਂ ਸਾਂਝੀ ਜ਼ਮੀਨ ਆਪਣੇ ਨਾਂ ਦੇ ਉੱਤੇ ਚੱਲ ਰਹੇ ਟਰਸਟ ਦੇ ਨਾਂ ਦੇ ਉੱਤੇ ਲਵਾ ਲਈ ਜਾਵੇ ਜਾਂ ਲੀਜ਼ ਤੇ ਲੈ ਲਈ ਜਾਵੇ, ਫਿਰ ਤਾਂ ਕਿਤੇ ਨਾ ਕਿਤੇ ਘੋਖ ਪੜਤਾਲ ਸਾਰਾ ਕੁਝ ਹੋਣਾ ਬਣਦਾ। ਪਰ ਪਿਛਲੇ ਦਿਨੀ ਅਜੇ ਕੁਲਦੀਪ ਸਿੰਘ ਧਾਲੀਵਾਲ ਤੇ ਭਗਵੰਤ ਮਾਨ ਹੋਰਾਂ ਨੇ ਕਿਹਾ ਸੀ ਅਸੀਂ ਹੁਣ ਥੋੜ੍ਹਾ ਜਿਹਾ ਵੱਡੇ ਬੰਦਿਆਂ ਨੂੰ ਹੱਥ ਪਾਉਣਾ ਹੀ। ਅੱਗੇ ਕਹਿੰਦੇ ਨਾ 5 ਏਕੜ ਛਡਾ ਲਈ ਜੀ, 8 ਏਕੜ ਛਡਾ ਲਈ ਜੀ, ਵਿਰੋਧੀ ਵੀ ਕਹਿੰਦੇ ਸੀ ਕਿਸੇ ਵੱਡੇ ਬੰਦੇ ਨੂੰ ਹੱਥ ਪਾ ਕੇ ਦਿਖਾਓ। ਸ਼ਾਇਦ ਹੋ ਸਕਦਾ ਚੁੱਪ ਚਪੀਤੇ ਇੱਧਰ ਨੂੰ ਤੁਰ ਰਿਹਾ ਹੁਣ। ਨਹੀਂ, ਇਹ ਤਾਂ ਹੁਣ ਸਮਾਂ ਦੱਸ ਸਕਦਾ, ਕਿਉਂਕਿ ਕਾਰਨ ਹੈ ਵੀ ਅਜੇ ਇਹ ਗੱਲ ਸ਼ੁਰੂ 'ਚ ਹੈ, ਸ਼ੁਰੂਆਤੀ ਦੌਰ 'ਚ ਹੈ। ਕਿਉਂਕਿ ਦੋਵੇਂ ਧਿਰਾਂ ਦਾਅਵਾ ਕਰਦੀਆਂ, ਉਹ ਕਹਿੰਦੇ ਵੀ ਇਹਨਾਂ ਨੇ ਬਿਲਕੁਲ ਗਲਤ ਕੀਤਾ ਵੀ 10.5 ਕਿੱਲੇ ਜ਼ਮੀਨ ਸੀਗੀ, ਪਹਿਲਾਂ ਤਾਂ ਇਹਨਾਂ ਨੇ ਲੀਜ਼ ਦੇ ਪੈਸੇ ਦੇ ਦਿੱਤੇ 25,000 ਰੁਪਏ ਸ਼ਾਇਦ ਲਈਏ, ਤੇ ਹੁਣ ਗਾਂ ਉਸ ਤੋਂ ਬਾਅਦ ਪੈਸਾ ਕੋਈ ਨਹੀਂ ਦਿੱਤਾ ਜੀ। ਜੇ ਉਹ ਕਹਿੰਦੇ ਆ ਕਿ ਮਹਾਰਾਜ ਵੀ ਸਾਡੇ ਕੋਲੇ ਜੋ ਕੁਝ ਕਾਗਜ਼ਾਤ ਸੀਗੇ ਅਸੀਂ ਉਹਦੇ ਹਿਸਾਬ ਨਾਲ ਸਾਰਾ ਕੁਝ ਕਰ ਰਹੇ ਹਾਂ, ਮਾਮਲਾ ਤੇ ਜਾਣਾ ਅਦਾਲਤ 'ਚ ਜੀ। ਤੇ ਜੇ ਤੁਹਾਨੂੰ ਯਾਦ ਹੋਵੇ ਜਿੱਦਣ ਇਹ ਚਰਚਾ ਚੱਲੀ ਸੀਗੀ ਵੀ ਆਪਾਂ ਹੁਣ ਜੀ ਸਰਕਾਰੀ ਜ਼ਮੀਨਾਂ ਛਡਾਉਣੀਆਂ ਜੀ, ਪੰਚਾਇਤੀ ਜ਼ਮੀਨਾਂ ਛਡਾਉਣੀਆਂ ਜੀ, ਇਸ ਪਾਸੇ ਤੁਰਨਾ ਜੀ, ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ, ਮੈਂ ਕਿਹਾ ਵੀ ਯਾਰ ਇਹਦੇ ਵਿੱਚ ਅਦਾਲਤਾਂ ਦਾ ਚੱਕਰ ਪੈਂਦਾ ਹੁੰਦਾ। ਅੱਛਾ ਜੀ। ਤੇ ਅਦਾਲਤਾਂ ਦੇ ਚੱਕਰ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ। ਪਹਿਲੀ ਗੱਲ ਤਰੀਕ ਤੇ ਦੂਸਰੀ ਗੱਲ ਸਟੇ। ਬਸ ਇਹ ਦੋ ਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਕਿਤੇ ਨਾ ਕਿਤੇ ਜਿਹੜੇ ਵੀ ਬੰਦੇ ਨੂੰ ਮਿਲ ਜਾਣ ਉਹ ਕਹਿੰਦਾ ਵੀ ਹੁਣ ਠੀਕ ਹੈ, ਕੋਈ ਗੱਲ ਨਹੀਂ, ਚੱਲੀ ਜਾਣਾ, ਹੁਣ ਚੱਲੀ ਜਾਣਾ, ਹੁਣ ਦੇਖਾਂਗੇ ਅਗਲੀ ਵਾਰੀ ਤਰੀਕ ਕਦੋਂ ਪੈਂਦੀ ਆ। ਹਾਂ, ਹੁਣ ਮਤਲਬ ਇਹਦੇ 'ਚ ਹੁਣ ਇਹ ਤਾਂ ਧਾਲੀਵਾਲ ਸਾਹਿਬ ਜਾਂ ਉਹਦਾ ਮਹਿਕਮਾ ਜਾਂ ਜੋ ਵੀ ਆ ਉਹ ਅਫਸਰ ਜਾਂ ਸਾਹਿਬਾਨ ਉਹ ਜਾਣਦੇ ਨੇ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਡੀਲ ਕਰਨਾ। ਕਿਉਂਕਿ ਕਾਰਨ ਹੈ ਵੀ ਜਿਹੜੇ ਬੰਦੇ ਨੇ, ਬਾਕੀ ਆਪਾਂ ਇਹ ਨਹੀਂ ਕਹਿੰਦੇ ਵੀ ਸਿੱਧੂ ਸਾਹਿਬ ਨੇ ਗਲਤ ਕੀਤਾ, ਜਿਹੜੇ ਵੀ ਬੰਦੇ ਨੇ ABCD ਪਹਿਲੀਆਂ ਜ਼ਮੀਨਾਂ ਦੇ ਹਿਸਾਬ ਨਾਲ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਵੀ ਕੋਈ ਧਾਲੀਵਾਲ ਸਾਹਿਬ ਕੋਈ ਕੇਸ ਕੱਢ ਕੇ ਲੈ ਕੇ ਆਉਣਗੇ, ਉਹਦੇ ਵਿੱਚ ਜਿਹਨੇ ਜਿਹੜਾ ਵੀ ਕੰਮ ਕੀਤਾ ਉਹਨੂੰ ਇਹ ਤਾਂ ਪਤਾ ਹੁੰਦਾ ਨਾ ਵੀ ਆਹ ਚੀਜ਼ ਭਾਈ ਸਾਹਿਬ ਜੇ ਹਲਕੀ ਜੀ ਖੱਬੇ ਨੂੰ ਜਾਂਦੀ ਆ ਤੇ ਫਿਰ ਕੀ ਕਰਨਾ, ਜੇ ਸੱਜੇ ਨੂੰ ਜਾਂਦੀ ਫਿਰ ਆਪਾਂ ਕੀ ਕਰਨਾ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਜੇ ਇੱਧਰਲੇ ਪਾਸੇ ਦੇਖਦੇ ਹਾਂ ਹੁਣ ਅਦਾਲਤ ਕਿਹੜੀਆਂ ਘੁੰਡੀਆਂ ਵਿੱਚੋਂ ਕੱਢਦੀ ਆ, ਪਰ ਡਾਕਟਰ ਵਿਜੇ ਸਿੰਗਲਾ ਨੂੰ ਜ਼ਮਾਨਤ ਮਿਲ ਗਈ ਹੈ ਜੀ। ਤੁਸੀਂ ਦੇਖੋ, ਮੇਰਾ ਖਿਆਲ ਆ 42 ਦਿਨਾਂ ਤੋਂ ਵੱਧ ਸਮਾਂ ਜੇਲ੍ਹ ਦੇ ਵਿੱਚ ਜਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਰਹੇ ਆ। ਅਚਾਨਕ ਖਬਰ ਆਈ, ਕਿੱਡੀ ਵੱਡੀ ਖਬਰ ਸੀ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕੱਢਿਆ। ਦੂਜਾ ਟਾਈਟਲ ਨਾਲ ਚੱਲਦਾ ਸੀ ਭ੍ਰਿਸ਼ਟਾਚਾਰ ਦੇ ਲੱਗੇ ਦੋਸ਼, ਤੀਸਰਾ ਟਾਈਟਲ ਚੱਲਦਾ ਸੀ 1% ਦੀ ਮੰਗਦੇ ਸੀ ਕਮਿਸ਼ਨ, ਪੰਜਵਾਂ ਟਾਈਟਲ ਚੱਲਦਾ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਖੁਦ ਲਿਆ ਐਕਸ਼ਨ। ਹੁਣ ਰੌਲਾ ਪੈ ਗਿਆ ਸਾਰੇ ਪਾਸੇ ਕਿ ਭਾਈ ਮੀਡੀਆ 'ਚ ਰੌਲਾ ਨਹੀਂ, ਵਿਰੋਧੀ ਧਿਰ ਨੇ ਮੰਗ ਨਹੀਂ ਕੀਤੀ, ਆਪੇ ਹੀ ਆਪਣੀ ਸਰਕਾਰ ਦਾ ਮੰਤਰੀ 1% ਕਮਿਸ਼ਨ ਮੰਗਣ ਦੇ ਦੋਸ਼ਾਂ ਤਹਿਤ ਕੱਢ ਦਿੱਤਾ ਤੇ ਮੁੱਖ ਮੰਤਰੀ ਸਾਹਿਬ ਨੇ ਅੰਦਰ ਗੱਲ ਕੀਤੀ, ਕੱਢਿਆ ਬਾਹਰ ਹੀ ਪੁਲਿਸ ਨੇ ਫੜ ਲਿਆ। ਕਿਉਂਕਿ ਸ਼ੁਰੂਆਤੀ ਦੌਰ 'ਚ ਐਂ ਲੱਗਦਾ ਸੀ ਕਿ ਫੜਨਾ ਨਹੀਂ ਕਿਸੇ ਨੇ, ਕਾਰਵਾਈ ਥੋੜੀ ਕਰਾਉਣਗੇ, ਪਰ ਕਾਰਵਾਈ ਕਰਾਤੀ। ਡਾਕਟਰ ਵਿਜੇ ਸਿੰਗਲਾ ਹੋਰੀ ਪਹਿਲਾਂ ਤੋਂ ਹੀ ਕਹਿੰਦੇ ਦੇਖੋ ਜੀ, ਮੈਂ ਮਾਨਸੇ ਤੋਂ MLA ਆ, ਮੈਨੂੰ ਪਾਰਟੀ 'ਚ ਵੀ ਯਕੀਨ ਹੈ, ਮੁੱਖ ਮੰਤਰੀ ਦੇ ਵੀ ਯਕੀਨ ਹੈ, ਸਰਕਾਰ ਤੇ ਵੀ ਯਕੀਨ ਹੈ, ਮੈਂ ਨਹੀਂ ਜੀ ਕੁਛ ਵੀ ਕੀਤਾ, ਮੈਨੂੰ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ। ਹੁਣ ਲਗਾਤਾਰ 3 ਸੁਣਵਾਈਆਂ ਹੋਈਆਂ। ਪਹਿਲੀ ਸੁਣਵਾਈ ਦੇ ਵਿੱਚ ਕਿਉਂਕਿ ਉਹ ਹਾਈ ਕੋਰਟ ਚਲੇ ਗਿਆ ਸੀ ਕਿ ਮੈਨੂੰ ਜ਼ਮਾਨਤ ਦੇ ਦਿਓ, ਉਹ ਕਹਿੰਦੇ ਸੀ ਨਾ ਮੇਰੇ ਕੋਲੋਂ ਪੈਸੇ ਰਿਕਵਰ ਹੋਏ, ਨਾ ਕੋਈ ਹੋਰ ਗੱਲ ਹੈ, ਨਾ ਕੋਈ ਇਦਾਂ ਦੀ ਗੱਲ ਹੈ ਕਿ ਭਾਈ ਮੈਂ ਕਿਸੇ ਤੋਂ ਪੈਸੇ ਮੰਗੇ। ਹੁਣ ਮੈਨੂੰ ਤਾਂ ਐਵੇਂ ਹੀ ਅੰਦਰ ਰੱਖਿਆ, ਵੌਇਸ ਸੈਂਪਲ ਮੈਂ ਦੇਤੇ, ਜੇ ਤੁਹਾਡੇ ਕੋਲ ਆਡੀਓ ਵੀਡੀਓ ਕੋ ਰਿਕਾਰਡਿੰਗ ਆ ਤੁਸੀਂ ਉਹਦੇ ਨਾਲ ਮੈਚ ਕਰਕੇ ਦੇਖ ਲਿਓ। ਹਾਈ ਕੋਰਟ ਨੇ ਇੱਕ ਵਾਰੀ ਤਾਂ ਪੁੱਛਿਆ ਪੰਜਾਬ ਸਰਕਾਰ ਦੇ ਵਕੀਲ ਸਾਹਿਬ ਨੂੰ, ਕਹਿੰਦੇ ਜੀ ਮੈਂ ਦੱਸਦਾ, ਕਹਿੰਦੇ ਠੀਕ ਹੈ ਤਰੀਕ ਪਾਤੀ। ਦੂਜੀ ਵਾਰੀ ਕਹਿੰਦੇ ਜੀ ਆ ਇਨਵੈਸਟੀਗੇਸ਼ਨ ਆਫਿਸਰ ਨੇ, ਉਹ ਜੱਜ ਸਾਹਿਬ ਕਹਿੰਦੇ ਇਨਵੈਸਟੀਗੇਸ਼ਨ ਆਫਿਸਰ ਨੇ ਤੁਸੀਂ ਦੱਸਣਾ ਹੀ, ਤੁਸੀਂ ਵਕੀਲ ਹੋ, ਤੁਸੀਂ ਰੀਪ੍ਰੈਜ਼ੈਂਟ ਕਰਦੇ ਹੋ ਪੰਜਾਬ ਸਰਕਾਰ ਨੂੰ। ਝਾੜ-ਝੂੜ ਵੀ ਪਾਈ ਤੇ ਹੁਣ ਇਸ ਬਿਹਾਫ ਦੇ ਉੱਤੇ ਕਿ ਨਾ ਤਾਂ ਕੋਈ ਪੈਸਾ ਰਿਕਵਰ ਹੋਇਆ, ਨਾ ਕੋਈ ਹੋਰ ਗੱਲਬਾਤ ਹੈ। ਡਾਕਟਰ ਵਿਜੇ ਸਿੰਗਲਾ ਦੀ ਜ਼ਮਾਨਤ ਦੀ ਅਰਜ਼ੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਨਜ਼ੂਰ ਕਰ ਲਈ ਹੈ। ਹੁਣ ਬਾਹਰ ਆਉਣਗੇ, ਪੱਤਰਕਾਰਾਂ ਦੇ ਨਾਲ ਕੀ ਗੱਲਬਾਤ ਕਰਦੇ ਆ, ਕਿਹੜੀ ਨਵੀਂ ਚੀਜ਼ ਦੱਸਦੇ ਆ, ਪਤਾ ਲੱਗੂ। ਨਹੀਂ, ਗੱਲ ਠੀਕ ਹੈ, ਪਰ ਮੈਨੂੰ ਲੱਗਦਾ ਹੁੰਦਾ ਵੀ ਜਿਵੇਂ ਸੋਸ਼ਲ ਮੀਡੀਆ, ਚਲੋ ਆਪਣਾ ਵੀ ਇਹ ਜਿਹੜੀ ਗੱਲਬਾਤ ਸੋਸ਼ਲ ਮੀਡੀਆ ਜ਼ਰੀਏ ਵੀ ਕੇਰਾਂ ਪਹੁੰਚਦੀ ਹੈ ਪਿੰਡਾਂ ਥਾਵਾਂ ਤੇ, ਮੇਰੇ ਧਿਆਨ 'ਚ ਗੱਲ ਆਈ, ਉਹ ਗੱਲ ਚਰਚਾ ਬੜੀ ਓਹੋ ਗੁਰੂਓ ਦੇਖੋ ਭਗਵੰਤ ਮਾਨ ਹੋਣੀ ਇੱਧਰ ਵਿਆਹ 'ਚ ਰੁੱਝ ਗਏ, ਉੱਧਰੋਂ ਬੰਦਾ ਜ਼ਮਾਨਤ ਲੈ ਗਏ। ਮਤਲਬ ਇਹ ਤਾਂ ਨਾ, ਮਤਲਬ ਹੁਣ ਜਿਹੜੇ ਬੰਦੇ ਪਿੰਡਾਂ ਥਾਵਾਂ ਤੇ ਗੱਲ ਤੇ ਇੱਦਾਂ ਕਰ ਰਹੇ ਵੀ ਮਤਲਬ ਭਗਵੰਤ ਮਾਨ ਸਾਹਿਬ ਨੇ ਆਪ ਜਿੱਦਾਂ ਨਹੀਂ ਰੱਸੀ ਪਾ ਕੇ ਫੜਿਆ ਹੁੰਦਾ ਬੰਦਾ ਉੱਥੇ ਵੀ ਯਾਰ ਉਹਦਾ ਧਿਆਨ ਮਾੜਾ ਜਿਹਾ ਇੱਧਰ ਗਿਆ ਤੇ ਉਹ ਛੁੱਟ ਕੇ ਭੱਜ ਗਈ। ਮਤਲਬ ਇੱਦਾਂ ਤਾਂ ਹੈ ਨਹੀਂ, ਹਾਲਾਂਕਿ ਉਹ ਇੱਕ ਵੱਖਰਾ ਪ੍ਰੋਸੈਸ ਚੱਲਦਾ ਸੀ, ਉਹ ਇੱਕ ਵੱਖਰਾ ਚੱਲਦਾ ਸੀ ਵੀ ਲੋਕ ਹੁਣ ਇਹਨੂੰ ਇੱਦਾਂ ਵੀ ਜੋੜ ਰਹੇ ਆ ਵੀ 2 ਦਿਨ ਉਹਨਾਂ ਦਾ ਧਿਆਨ ਪਾਸੇ ਹੋਇਆ ਤੇ ਇੱਧਰ ਭਾਈ ਸਾਹਿਬ ਅਗਲੇ ਜ਼ਮਾਨਤ ਲੈ ਗਏ। ਪਰ ਚਲੋ ਜ਼ਮਾਨਤ ਮਿਲ ਗਈ ਆ। ਹੁਣ ਸਰਕਾਰ ਆਪਣੇ ਤੌਰ ਤੇ ਕਹਿੰਦੀ, ਉਹ ਗੱਲ ਤੁਹਾਡੀ ਠੀਕ ਹੈ, ਵਕੀਲ ਸਾਹਿਬ ਨੇ ਕਿਹਾ, ਉਹ ਕਹਿੰਦੇ ਵੀ ਅਸੀਂ ਆਪਣੇ ਤੌਰ ਤੇ ਜੋ ਕੁਝ ਪੁੱਛਣਾ ਸੀ ਉਹ ਸਾਨੂੰ ਪਤਾ ਲੱਗ ਗਿਆ ਜੀ, ਕੇਸ ਹੁਣ ਅਸੀਂ ਅੱਗੇ ਪਰਸਿਊ ਕਰਾਂਗੇ।
ਹਾਂ ਜ਼ਮਾਨਤ ਮਿਲ ਗਈ ਹੈ, ਜ਼ਮਾਨਤ ਹੀ ਮਿਲੀ ਹੈ, ਕੇਸ ਤਾਂ ਜੇ ਚੱਲ ਹੀ ਰਿਹਾ ਜੀ। ਉਹਦੇ ਵਿੱਚ ਜਦੋਂ ਉਹ ਬਰੀ ਹੋਣਗੇ ਤੇ ਉਸ ਤੋਂ ਬਾਅਦ ਹੋ ਸਕਦਾ ਵੀ ਸਰਕਾਰ ਦੁਬਾਰਾ ਉਹਨਾਂ ਨੂੰ ਅਹੁਦਾ ਵੀ ਮੋੜ ਦੇਵੇ, ਭਾਈ ਸਾਹਿਬ ਤੁਹਾਡੀ ਕੋਈ ਗਲਤੀ ਨਹੀਂ। ਇਹਦਾ ਮਤਲਬ ਹੈ ਜਾਣੀ ਵੀ ਜਿਨ੍ਹਾਂ ਨੂੰ ਹੁਣ ਅਹੁਦਾ ਤੁਹਾਨੂੰ ਤੇ ਲੈ ਲੈਣਗੇ? ਨਹੀਂ ਅਹੁਦੇ ਬੜੇ ਵੀਰ ਜੀ, ਇਹ ਕਿਹੜੀ ਗੱਲਾਂ ਦੀ ਗੱਲ ਹੈ? ਅਹੁਦੇ ਬੜੇ ਹੁੰਦੇ ਆ? ਅਹੁਦੇ ਸਰਕਾਰ ਇਹ ਕੌਣ ਕਹਿੰਦਾ ਸੀ ਇਸ ਤੋਂ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ? ਮੈਂ ਆਪਾਂ ਸੁਣੀ ਸੀ ਗੱਲ ਨਾ ਕਿਸੇ ਲੀਡਰ ਸਾਹਿਬਾਨ ਦੇ, ਉਹ ਕਹਿੰਦੇ ਵੀ ਸਰਕਾਰ ਕੋਲੇ ਬਹੁਤ ਅਹੁਦੇ ਹੁੰਦੇ ਆ, ਤੁਸੀਂ ਬਸ ਚਿੰਤਾ ਨਾ ਕਰੋ, ਡਿਜਸਟ ਕਰਾਂਗੇ ਤੁਹਾਨੂੰ, ਡਿਜਸਟ ਕਰ ਦਿਆਂਗੇ। ਵੈਸੇ ਵੀ ਕਹਿੰਦੇ ਆ ਕੋਈ ਕਮੇਟੀ ਬਣਨ ਲੱਗੀ ਆ ਤੇ ਉਹ ਕਮੇਟੀ ਦਾ ਵੀ ਰੌਲਾ ਨਾ ਇਹ ਹੈਗਾ ਆ, ਕੋਈ ਰੌਲਾ ਜਾਣੀ ਕਿ ਪੰਜਾਬ ਸਰਕਾਰ ਕਮੇਟੀ ਬਣਾਉਣ ਲੱਗੀ ਆ। ਦੇਖੋ ਅਜੇ ਸਾਨੂੰ ਨਹੀਂ ਪਤਾ ਕਿ ਉਹਦਾ ਅਹੁਦੇਦਾਰ, ਉਹਦਾ ਚੇਅਰਪਰਸਨ ਕੌਣ ਹੋਏਗਾ, ਪਰ ਕਹਿੰਦੇ ਆ ਤਾਕਤ ਬੜੀ ਹੋਏਗੀ, ਮੀਟਿੰਗਾਂ ਲੈ ਸਕਦਾ ਹੋਏਗਾ। ਤੇ ਚਰਚਾ ਇਹ ਵੀ ਆ ਕਿ ਕੋਈ ਬਾਹਰੋਂ ਬੰਦਾ ਲਿਆਉਣਾ ਹੈ। ਦੇਖੋ ਜੇ ਤੇ ਹਾਲਾਂਕਿ ਰਾਜਾ ਵੜਿੰਗ ਸਾਹਿਬ ਨੇ ਇਸ ਚੀਜ਼ ਤੇ ਉਜ਼ਰ ਕੀਤਾ, ਖਹਿਰਾ ਸਾਹਿਬ ਨੇ ਕਹਿੰਦੇ ਮੇਰਾ ਇਤਰਾਜ਼ ਹੈ। ਉਹ ਕਹਿੰਦੇ ਇਤਰਾਜ਼ ਇਸ ਕਰਕੇ ਹੈ ਵੀ ਪਹਿਲਾਂ ਵੀ ਕਮੇਟੀਆਂ ਬਣਦੀਆਂ ਹੁੰਦੀਆਂ ਸੀ, ਪਰ ਉਹ ਸੀਮਤ ਸਮੇਂ ਲਈ ਹੁੰਦੀਆਂ ਸੀ, ਵੀ ਆਹ 3 ਮਹੀਨੇ ਲਈ, 4 ਮਹੀਨੇ ਲਈ, 6 ਮਹੀਨੇ ਲਈ, ਐਂਡ ਸਿਰਫ ਇਸ ਕੰਮ ਲਈ, ਵੀ ਹੋਰ ਕਿਤੇ ਆਸੇ-ਪਾਸੇ ਨਹੀਂ ਸੀ ਹੁੰਦਾ। ਵੀ ਇਹ ਓਵਰਆਲ ਇੰਚਾਰਜ ਕਮੇਟੀ ਟਾਈਪ ਹੋਵੇ, ਵੀ ਜਿਹਦੇ ਕੋਲੇ ਪਾਵਰਾਂ ਸਾਰੀਆਂ ਹੋਣ, ਵੀ ਇਹੋ ਜਿਹੀ ਕਮੇਟੀ ਦਾ ਜੋ ਵੀ ਖਰੜਾ, ਜੋ ਵੀ ਹਿਸਾਬ ਕਿਤਾਬ ਆ, ਵੀ ਇਹਦੇ ਤੇ ਥੋੜ੍ਹਾ ਜਿਹਾ ਵਿਚਾਰ ਹੋਣਾ ਚਾਹੀਦਾ। ਗੱਲ ਠੀਕ ਹੈ ਵੀ ਜੇ ਵਿਰੋਧੀਆਂ ਨੂੰ ਲੱਗਦਾ ਵੀ ਉਹਨਾਂ ਨੂੰ ਕਲੈਰੀਫਾਈ ਕਰਨ ਦੀ ਲੋੜ ਆ, ਤੇ ਮੇਰੇ ਖਿਆਲ ਨਾਲ ਸਰਕਾਰ ਜ਼ਰੂਰ ਕਰ ਦੇਵੇ। ਬਾਕੀ ਇਹ ਉਹੀ ਗੱਲ ਬਾਹਰਲੇ ਬੰਦੇ ਵਾਲਾ ਰੌਲਾ ਪੈ ਗਿਆ, ਇਹ ਤੰਗ ਬਹੁਤ ਕਰੂ ਸਰਕਾਰ ਨੂੰ ਜੇ ਪੈ ਗਿਆ ਤੇ। ਨਹੀਂ ਤੰਗ ਕਰੂਗਾ। ਹੁਣ ਤਾਂ ਸੰਗਰੂਰ ਦੇ ਵਿੱਚ ਤੰਗੀ ਝੱਲ ਵੀ ਹਟੀ ਹੈ ਸਰਕਾਰ ਜ਼ਿਮਨੀ ਚੋਣ ਦੇ ਵਿੱਚ। ਬਾਕੀ ਸੰਧਾਲੀਆ ਸਾਹਿਬ ਮੈਨੂੰ ਹੋਰ ਲੱਗਦਾ ਤੁਸੀਂ ਵੀ ਚੁੱਪ ਚਪੀਤੇ ਜਾ ਆਏ। ਮੈਂ ਜੀ ਤੁਸੀਂ ਚੁੱਪ ਚਪੀਤੇ ਜਾਏ ਆ, ਜਿਹੜਾ ਹੁਣ ਸਿਹਤ ਵੀ ਠੀਕ ਨਹੀਂ, ਉਰਾ ਪਰਾ ਕੁਝ ਖਾ ਲਿਆ ਬਹੁਤਾ। ਅੱਛਾ। ਕਈ ਵਾਰੀ ਬੰਦਾ ਇਦਾਂ ਵੀ ਹੁੰਦਾ ਠੰਡੇ ਰਸਗੁੱਲੇ ਖਾ ਕੇ ਤੇ ਉੱਪਰੋਂ ਕੋਈ ਇਦਾਂ ਦੀ ਚੀਜ਼ ਖਾ ਲੈਂਦਾ ਜਿਹਦੇ ਨਾਲ ਗਲ ਬਹਿ ਜਾਂਦਾ, ਗਲ ਖਰਾਬ ਹੋ ਜਾਂਦਾ। ਕਿਉਂਕਿ ਮੈਂ ਉਦੋਂ ਤੁਹਾਨੂੰ ਪੁੱਛਿਆ ਕੱਲ ਕਿ ਵਿਆਹ ਨਹੀਂ ਗਏ, ਤੁਸੀਂ ਗੱਲ ਲੈ ਯਾਰ ਮੈਂ ਕਿੱਥੇ ਆ। ਹੁਣ ਮੈਨੂੰ ਲੱਗਦਾ ਕਿ ਮੰਤਰੀਆਂ ਦੇ ਨਾਲ ਚਾਹ ਦਾ ਕੱਪ ਤੁਸੀਂ ਵੀ ਭਗਵੰਤ ਮਾਨ ਸਾਹਿਬ ਕੋਲ ਪੀ ਆਏ ਆ। ਆਹੋ ਵੇਖੋ ਕਾਰਨ ਹੈ ਵੀ ਜਿੱਡੀ ਕੁ ਦੂਰ ਆਪਾਂ ਬੈਠੇ ਉੱਥੋਂ ਮੈਨੂੰ ਲੱਗਦਾ ਹੁੰਦਾ ਵੀ ਜੇ ਕੋਈ ਸਿੱਧੀ ਵਾਲੀ ਫਲੈਟ ਜਿਹੜੀ ਜਮਾਂ ਸਿੱਧਾ ਹੀ ਜਹਾਜ਼ ਨਹੀਂ ਚਲੇ ਜਾਂਦਾ, ਉਹਦੇ ਤੇ ਵੀ ਜਾ ਕੇ ਜੇ ਮੈਂ ਆਖਾਂ ਵੀ ਦੁਬਾਰਾ ਮੈਂ ਮੁੜ ਆਉਣਾ, ਉਹ ਵੀ ਮੇਰਾ ਖਿਆਲ ਨਹੀਂ ਵਜੇ ਬਣਿਆ। ਹਾਂ ਕੋਈ ਅਮਰੀਕਾ ਤੋਂ ਕੋਈ ਰਾਕਟ ਰੂਕਟ ਧਾਰਾ ਮੰਗ ਕੇ ਉੱਤੇ ਬਹਾ ਕੇ ਭੇਜ ਦਿੰਦੇ ਤੇ ਫਿਰ ਹੋ ਸਕਦਾ ਹੈ। ਨਹੀਂ ਤੁਸੀਂ ਇਹ ਦੇਖੋ ਨਾ, ਮੈਨੂੰ ਐਂ ਲੱਗਿਆ ਜਦੋਂ ਨਾ ਤੁਹਾਡੀ ਆਵਾਜ਼ ਬਦਲੀ ਹੋ ਸੀ ਕਿ ਮੈਂ ਕਿਹਾ ਇਹ ਬੰਦਾ ਪਹਿਲਾਂ ਜਾਂਦੇ ਹੀ ਗੋਲਗੱਪੇ ਨੂੰ ਪੈ ਗਈ। ਇਹਨੂੰ ਇਹ ਨਹੀਂ ਵੀ ਭਰਾ ਉਲਟਾ ਸੋਚੇ। ਕੀ ਸੋਚੇ? ਵੀ ਯਾਰ ਚਾਹ ਹੀ ਨਹੀਂ ਮਿਲੀ ਤੇ ਚਾਹ ਖੁਣੀ ਆ ਕੰਮ ਹੋ ਗਿਆ। ਚਾਹ ਖੁਣੋ ਮਰ ਹੁਣ ਚਾਹ ਨਾਲ ਤਾਂ ਤੁਹਾਡੀਆਂ ਨਾਸਾਂ ਭਾਂਦਿਆਂਗੇ ਸੰਧਾਲੀਆ ਸਾਹਿਬ, ਐਸੀ ਕਿਹੜੀ ਗੱਲ ਆ? ਬਸ ਇਹੋ ਕੋਈ ਹੁਣ ਭਰਾਵਾਂ ਕੋ ਆਸ ਕੀ ਕੀਤੀ ਆ। ਕਹਿਣ ਦਾ ਭਾਵ ਆ ਮੱਥਾ ਡੰਮ ਦਿਆਂਗੇ। ਆਹੋ ਫਿਰ ਇਹੋ ਕੁਛ ਹੀ ਕਰਨਾ। ਓਹੋ ਇਹੋ ਜੀ ਚਾਹ ਨੂੰ ਮੈਂ ਵੈਸੇ ਚੰਗਾ ਲੈਣਾ। ਇੱਦਾਂ ਕਰਦੇ ਨਾ, ਇਹਦਾ ਮੱਥਾ ਡੰਮ ਯਾਰ ਇਹਨੂੰ ਮਗਰੋਂ ਲਾ। ਆਨੇ ਚਲੋ ਮੰਤਰੀ ਸਾਹਿਬ ਨੂੰ ਵੈਸੇ ਸੱਦਿਆ ਸਾਰਿਆਂ ਨੂੰ, ਇਹ ਚੰਗੀ ਗੱਲ ਹੈ ਵੀ ਚਲੋ ਉਹਨਾਂ ਨੇ ਆਖਿਆ ਨਾ ਵੀ ਮਹਾਰਾਜ ਉੱਥੇ ਤੇ ਨਹੀਂ ਸੱਦਿਆ ਗਿਆ ਤੁਹਾਨੂੰ, ਪਰ ਆਓ ਕੋਈ ਨਹੀਂ ਵੱਖਰੇ ਤੌਰ ਤੇ ਚਾਹ ਛਕਾਉਂਦੇ ਆ। ਤੇ ਕਹਿੰਦੇ ਵੀ ਮੰਤਰੀ ਸਾਹਿਬ ਵੀ ਬੜੇ ਖੁਸ਼ ਸੀ, ਉਹ ਕਹਿੰਦੇ ਲੱਡੂ ਲੁੱਡੂ ਖਾਣ ਗਏ ਇਹ ਗੁਰੂ, ਅੱਜ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਕਰਨੀ। ਤੇ ਚਰਚਾ ਉੱਥੇ ਵੀ ਕਹਿੰਦੇ ਇਹੋ ਹੀ ਜੀ ਵੀ ਯਾਰ ਆ ਸਾਦੇ ਵਿਆਹ ਵਾਲਾ ਕੰਮ ਵਧੀਆ ਜੀ, ਕਿਤੇ ਲੋਕ ਵੀ ਇਸ ਰਾਹੇ ਤੁਰ ਪੈਣੇ, ਕਿਤੇ ਪੈਸੇ 4 ਬਚ ਜਾਣਗੇ, ਇੱਕ ਕਰਜ਼ੇ ਤੋਂ ਬਚ ਜਾਵਾਂਗੇ, ਇੱਕ ਆਪਣੀਆਂ ਪੁਰਾਣੀਆਂ ਜਿਹੜੀਆਂ ਰੀਤੀ ਰਿਵਾਜ ਨਾਲ ਵਧੀਆਂ ਚੀਜ਼ਾਂ ਸੀਗੀਆਂ ਉਹ ਦੁਬਾਰਾ ਜੀਵਤ ਹੋ ਜਾਣਗੀਆਂ। ਸੰਧਾਲੀਆ ਸਾਹਿਬ ਦੇਖੋ ਤੁਸੀਂ ਗੱਲ ਇਹ ਆ ਕਿ ਭਗਵੰਤ ਮਾਨ ਸਾਹਿਬ ਵਿਰੋਧੀ ਧਿਰਾਂ ਦੇ ਲੀਡਰ ਜਦੋਂ ਕਹਿੰਦੇ ਆ ਨਾ ਕਿ ਸਿੱਧੀ ਬਿਜਾਈ ਕਰੋ ਝੋਨੇ ਦੀ, ਲੋਕ ਮੰਨਦੇ ਆ। ਉਹ ਕਹਿੰਦੇ ਆ ਮੂੰਗੀ ਬੀਜੋ, ਲੋਕ ਮੰਨਦੇ ਆ। ਉਹ ਕਹਿੰਦੇ ਜੀ ਰੈਲੀਆਂ ਚਾਹੋ, ਲੋਕ ਮੰਨਦੇ ਆ। ਰੋਡ ਸ਼ੋਅ ਚਾਹੋ, ਲੋਕ ਮੰਨਦੇ ਆ। ਮੰਨਦੇ ਕਿ ਨਹੀਂ ਮੰਨਦੇ ਦੱਸੋ? ਉਹ ਕਹਿੰਦੇ ਜੀ ਬਿਨਾਂ ਨਸ਼ੇ ਪੱਤੇ ਤੋਂ ਵੋਟਾਂ ਪਾਓ, ਲੋਕ ਮੰਨਦੇ ਆ। ਲੋਕ ਇਹ ਵੀ ਮੰਨ ਲੈਣ ਕਿ ਪ੍ਰਚਾਰ ਤਾਂ ਕਰਨ, ਮੁਹਿੰਮ ਤਾਂ ਚਲਾਉਣ, ਮਾੜੀ ਮੋਟੀ ਕੋਈ ਅਗਲੇ ਪਾਸੇ ਨੂੰ ਤੋਰਨ। ਤਾਂ ਅਸੀਂ ਕਿਹੜੀ ਗੱਲ ਆ ਜਿਹੜੀ ਲੋਕਾਂ ਨੇ ਅੱਜ ਤੱਕ ਨਹੀਂ ਮੰਨੀ ਸਿਆਸਤਦਾਨਾਂ ਦੀ? ਨਾਲ ਮਾੜਾ ਮੋਟਾ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਭਾਈ ਕਲਾਕਾਰ ਵੀ ਨਾਲ ਹੋ ਜਾਣ, ਕਿਉਂਕਿ ਸਾਦਾ ਵਿਆਹ ਤਾਂ ਕਲਾਕਾਰਾਂ ਦੇ ਖਾੜੇ ਤਾਂ ਨਹੀਂ ਲੱਗਣੇ। ਫਿਰ ਥੋੜਾ ਜਿਹਾ ਮੁਹਿੰਮ ਚਲਾ ਕੇ ਦੇਖਣ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਜਿਹੜੀ ਭੋਰਾ ਇੱਕ ਮੈਂ ਬੇਨਤੀ ਕਰਾਂ, ਕਰੋ। ਭਗਵੰਤ ਮਾਨ ਸਾਹਿਬ ਖੁਦ ਕਲਾਕਾਰ ਨੇ, ਉਹਨਾਂ ਦੇ ਵਿਆਹ ਦੇ ਕਲਾਕਾਰ ਨਹੀਂ ਹੈ, ਫਿਰ ਕਿਹੜਾ ਵਿਆਹ ਨਹੀਂ ਹੋਇਆ? ਗੱਲ ਤੁਹਾਡੀ ਠੀਕ ਹੈ। ਹੋ ਸਕਦਾ ਕਲਾਕਾਰ ਵੀਰ ਇਤਰਾਜ਼ ਕਰਨ, ਯਾਰ ਆਹ ਤੁਸੀਂ ਚੰਗੀ ਗੱਲ ਕਰਦੇ। ਦੇਖੋ ਕਲਾਕਾਰ ਵੀਰਾਂ ਨੂੰ ਆਪਾਂ ਬੇਨਤੀ ਤਾਂ ਕਰਕੇ ਕਰਦੇ ਕਿਉਂਕਿ ਜਿਹੜੇ ਵਾਲਾ ਰੇਟ ਉਹਨਾਂ ਰੱਖਿਆ ਹੁੰਦਾ ਨਾ, ਉਹ ਰੇਟ ਫਿਰ ਮਾਤੜਵਾ ਦਾ ਕਹਿੰਦਾ ਯਾਰ ਉੱਥੇ ਡੈਕ ਤੇ ਲਾ ਲਾਂਗੇ ਉਹਦਾ ਗਾਣਾ, ਵੈਸੇ ਨਹੀਂ ਸੱਦਾ ਜਾਣਾ ਉਹਨੂੰ ਜਿੰਨੇ ਪੈਸੇ ਮੰਗਦਾ ਵਾ ਨਾ। ਗੁਰਪ੍ਰੀਤ ਘੁੱਗੀ ਵਰਗੇ ਬੰਦੇ ਨੇ ਕਹਿਣਾ ਆਹ ਸਾਦਾ ਵਿਆਹ ਵਧੀਆ ਹੁੰਦਾ ਭਗਵੰਤ ਮਾਨ ਜੀ, ਵੈਸੇ ਮਾਰੀ ਤੁਸੀਂ ਸਾਡੇ ਢਿੱਡ ਤੇ ਲਾਤੀ ਆ। ਆਹ ਵੀ ਚਲੋ ਕਹਿਣ ਤੋਂ ਭਾਵੇਂ ਆ ਵੀ ਸਾਰੇ ਪਾਸੇ ਹੀ ਵੇਖਣਾ ਪਊਗਾ ਵੀ ਜੇ ਹੁਣ ਨਹੀਂ ਪਹੁੰਚ ਭਾਈ ਸਾਹਿਬ ਕੋਈ ਚੀਜ਼ ਬਾਹਲੀ ਤੋਂ ਬਾਹਰ ਹੀ ਹੋਈ ਪਈ ਆ ਤੇ ਫਿਰ ਆਪਾਂ ਉਸ ਚੀਜ਼ ਤੋਂ ਥੋੜ੍ਹਾ ਜਿਹਾ ਬਾਜੀਏ। ਦੂਜੀ ਗੱਲ ਇਹ ਵੀ ਆ ਵੀ ਇਹ ਜੇ ਸਾਦੇ ਵਿਆਹ ਵਾਲੀ ਰੀਤ ਚਲਾਉਣੀ ਆ ਨਾ, ਤੇ ਮੈਨੂੰ ਲੱਗਦਾ ਇਹਦੇ 'ਚ ਇੱਕ ਆਪਸ਼ਨ ਰੱਖਤੀ ਆ। ਕੀ? ਆਮ ਤੌਰ ਤੇ ਹੁੰਦਾ ਵੀ ਯਾਰ ਉੱਥੇ ਫਿਰ ਮੰਤਰੀਆਂ ਨੇ ਵੀ ਆਉਣਾ, ਉੱਥੇ MLA ਨੇ ਆਉਣਾ, ਤੁਸੀਂ ਹੁਣ ਆਖੀਏ ਨੇ ਘਰੇ ਵਿਆਹ ਕਰਨਾ। ਨਹੀਂ ਚੰਗਾ ਪੈਲਸ ਕਰੋ, ਚੰਗਾ ਖਾਣਾ ਪੀਣਾ, VIP ਬੰਦੇ ਆਉਣੇ। ਮੈਂ ਨਾ ਸਗੋਂ ਜਿੰਨੇ MLA ਸਾਹਿਬਾਨ ਨੇ ਹੁਣ ਤਾਂ ਸਗੋਂ ਹੈ ਵੀ ਬੜੇ ਨੇ ਇਹਨਾਂ ਦੇ ਕੋਲ, ਉਹ ਇਹ ਕਰਦੇ ਨੇ ਵੀ ਭਾਈ ਸਾਹਿਬ ਜੇ ਤੁਸੀਂ ਸਾਦਾ ਵਿਆਹ ਕਰੋਗੇ ਫਿਰ ਅਸੀਂ ਜ਼ਰੂਰ ਆਵਾਂਗੇ।
ਵੀ ਸੱਦਿਓ ਜ਼ਰੂਰ। ਤੇ ਤੁਸੀਂ ਦੇਖੋਗੇ ਵੀ ਸਾਦੇ ਵਿਆਹ ਤੇ ਤੁਹਾਡੇ ਘਰੇ ਜਿਹੜਾ ਤੁਸੀਂ ਆਮ ਚਾਣਨੀ ਲਾ ਕੇ ਵਿਆਹ ਕਰਨਾ, ਉਸ ਵਿਆਹ ਤੇ ਅਸੀਂ ਜ਼ਰੂਰ ਆਵਾਂਗੇ। ਹਾਂ, ਜਿਹੜਾ ਤੁਸੀਂ ਬਹੁਤਾ ਹੀ ਖਲਾਰਾ ਜਿਹਾ ਪਾਉਣਾ ਵੀ ਇੰਨੀ ਸੰਗਤ ਸੱਦਣੀ ਆ ਤਾਂ ਇੰਨਾ ਖਰਚਾ ਕਰਨਾ, ਉੱਤੇ ਸ਼ਾਇਦ ਸਾਡੇ ਕੋਲੋਂ ਨਾ ਪਹੁੰਚਿਆ ਜਾਵੇ। ਇੰਨੀ ਗੱਲ ਆ, ਮੋਟੀ ਜੀ ਗੱਲ ਆ। ਕਹਿੰਦੇ ਜੀ ਉੱਥੇ ਫਿਰ ਸਾਨੂੰ ਆਉਣਾ ਪੈਂਦਾ ਆ, ਇੱਥੇ ਅਸੀਂ ਆਵਾਂਗੇ, ਇੱਥੇ ਹੀ ਇੰਨਾ ਫਰਕ ਹੈ ਨਾ। ਇਹਦੇ ਨੇ ਫਰਕ ਪੈਣਾ, ਉਹ ਤੇਰਾ ਭਲਾ ਉਹ ਟੌਰ ਤੇ ਆਪਣੀ ਉਹਦੇ ਨੇ ਬਣ ਜਾਣੀ, ਸਿੱਧਾ ਹੀ ਕੰਮ ਹੈ ਨਾ। ਇਹਦੇ 'ਚ ਦੇਖੋ ਲੱਗਣਾ ਕੁਛ ਨਹੀਂ, ਪਨੀਰ ਪਕੌੜੇ ਅਗਲਿਆਂ ਦੇ ਜੀ, ਚਟਨੀ ਅਗਲਿਆਂ ਦੀ, ਬਰਫੀ ਅਗਲਿਆਂ ਦੀ, ਗੁਲਾਬ ਜਾਮੁਨ ਅਗਲਿਆਂ ਦਾ। ਜੇ ਤੇ ਚਾਹ ਤੱਕ ਰਹਿਣਾ ਵਾ, ਨਹੀਂ 4 ਚੀਜ਼ਾਂ ਫੇਰ ਦੱਸਤੀਆਂ। ਮੈਂ ਵੈਸੇ ਦੇਖਿਆ ਲੀਡਰ ਸਾਹਿਬ ਕਹਿੰਦੇ ਜੀ 5% ਹੈ ਇਹਨਾਂ ਦਾ, 3% ਹੈ ਇਹਨਾਂ ਦਾ, 2 ਇਹਨਾਂ ਦਾ ਸੀਗਾ ਨਾ, ਕਹਿੰਦੇ ਜੀ 5000 ਉਹਨਾਂ ਦਿੰਦੇ। ਮੈਂ ਵਾਧੂ ਦੱਸੇ ਕੁਛ ਨਹੀਂ, ਇਹ ਤੋਂ ਥੱਲੇ ਹੁਣ ਕੀ ਵਿਆਹ ਕਰਦੇ ਫਿਰ। ਹਾਂ ਨਹੀਂ ਇਹ ਤਾਂ ਤੁਹਾਡੀ ਉਹੀ ਗੱਲ। ਇੰਨੇ ਦਾ ਤਾਂ ਭੈਣ ਜੀ ਆਇਆ ਆ, ਮੰਨ ਲਓ ਉਹਨਾਂ ਨੇ ਕਿਹਾ ਵੀ 500 ਦਾ, ਭੈਣ ਜੀ 250 ਦੇਣਾ, 400 ਦਾ ਤਾਂ ਭੈਣ ਜੀ ਆਇਆ, ਮੁੜ ਕੇ 300 ਦੇ ਦੇਣਾ। ਤੇ ਮੈਂ ਵੀ ਤੇ ਉਹੀ ਕਿਹਾ ਚਲੋ ਇਦਾਂ ਕਰ ਲੈ, ਬਰਫੀ ਕਢਾ ਲਈਏ, ਪਨੀਰ ਪਕੌੜੇ ਸਾਦਾ ਪਕੌੜਾ ਕਰ ਦਈਏ। ਚਲੋ ਠੀਕ ਆ, ਸਾਦਾ ਕਰਦੇ ਨੇ। ਬਰਫੀ ਜਿਹੜੀ ਉਹ ਬਰਫੀ ਦੇ ਗੁਲਾਬ ਜਾਮੁਨ ਦੇ ਵਿੱਚ ਇੱਕ ਚੀਜ਼ ਕਰ ਦਈਏ, ਮਿੱਠਾ ਇੱਕ ਕਰ ਦਿਓ। ਬਦਾਨੇ ਤੇ ਲੈ ਆਈਏ, ਬਹੁਤੀ ਗੱਲ ਤਾਂ ਚਲੋ ਆਹ ਫਿਰ ਮਿੱਠਾ ਹੀ ਚਾਹੀਦਾ, ਫਿਰ ਇਦਾਂ ਕਰ ਲੈਂਦੇ। ਅੱਛਾ ਸੰਧਾਲੀਆ ਸਾਹਿਬ, ਹੁਣ ਨਾ ਥੋੜੀ ਜਿਹੀ ਆਪਾਂ ਗੱਲ 1 ਕਰੋੜ ਦੀ ਕਰਨੀ ਆ। ਮੈਂ ਜਦੋਂ ਵੀ ਸੋਚਦਾ ਨਾ, ਮੈਨੂੰ ਭਰਾ ਇੱਥੇ ਲੱਗਦਾ, ਆਪਣਾ ਆਪ ਮੈਨੂੰ ਇੱਥੇ ਲੱਗਦਾ ਜੀ ਗਲਤ ਲੱਗਦਾ, ਇਹਨੂੰ ਬਦਲੋ ਹੁਣ ਥੋੜਾ। ਨਹੀਂ ਕਿਵੇਂ? ਕਿਉਂਕਿ ਅੱਜ ਕੱਲ ਉਲਟਾ ਚੱਲਣ ਡਿਆ ਨਾ। ਭਰਾ ਮੈਨੂੰ ਇੱਥੇ ਲੱਗਦਾ ਇਹਨਾਂ ਦੇ ਪਿੱਛੇ ਇਦਾਂ। ਸੰਧਾਲੀਆ ਸਾਹਿਬ, ਕਰੋੜ ਰੁਪਈਆ, 1 ਕਰੋੜ ਰੁਪਈਆ। ਅਸੀਂ 1 ਕਰੋੜ ਆਮ ਲੋਕਾਂ ਨੇ ਪਤਾ ਕਿੱਥੇ ਦੇਖਿਆ ਹੁੰਦਾ? ਦੀਵਾਲੀ ਬੰਪਰ 1 ਕਰੋੜ ਰੁਪਈਆ ਉੱਤੇ ਵੀ ਗੱਲ 2 ਲਿਖਣਾ, ਐਂ ਕਰਕੇ ਲਿਖਿਆ 2। ਹੁਣ ਪਤਾ ਨਹੀਂ, ਉਦੋਂ ਤਾਂ ਫਿਰ ਦੇਖਣਾ ਹੀ ਛੱਡ ਦਿੱਤਾ ਨਾ ਵੀ 1 ਕਰੋੜ ਦਾ ਪਹਿਲਾ ਨਾਮ। ਉਹਨਾਂ ਨੇ 1 ਕਰੋੜ ਥੋੜਾ ਹੋ ਸਕਦਾ, ਜਿੱਤ ਲਓ। ਤੇ ਕਹਿੰਦੇ ਜੀ ਉੱਥੇ ਚੁੱਪ ਕਰਕੇ ਜ਼ਿਲ੍ਹਾ ਪੱਧਰ ਦਾ ਇੱਕ ਜੰਗਲਾਤ ਅਧਿਕਾਰੀ ਕਹਿੰਦਾ ਵੀ ਕਰੋੜ ਰੁਪਏ ਦੇ ਦਿਓ, 20 ਲੱਖ ਮੁੜ ਕੇ ਮਹੀਨੇ ਦੇ ਦਿਓ, ਜਿੰਨੇ ਪ੍ਰੋਜੈਕਟ ਚੱਲਣਗੇ 5% ਉਹਨਾਂ 'ਚੋਂ ਦੇ ਦਿਓ। ਯਾਰ ਕਮਾਲ ਹੋ ਗਈ ਹੈ। ਯਾਨੀ ਵੀ ਇਹ ਤਾਂ ਇਹਦੇ ਹੋ ਨਾ ਬੰਦਾ ਕਣਕ ਤੋਂ 13ਵਾਂ ਪੀਪਾ ਸਾਡਾ ਜੀ। ਨਹੀਂ 13ਵੇਂ ਵਾਲਾ ਤਾਂ ਨਹੀਂ, ਅੱਜ ਇਸ ਹਿਸਾਬ ਨਾਲ ਤੁਸੀਂ ਰਕਮ ਦੱਸੀ। ਅਗਲਾ ਤੇ ਕਹਿੰਦਾ ਐਂ ਕਰੋ ਵੀ ਪਹਿਲਾਂ ਤੇ ਆ ਕਿੱਲੇ ਜੋ ਤੁਸੀਂ 2 ਕਨਾਲਾਂ ਪਾਸੇ ਕਰ ਦਿਓ, ਬਾਕੀ ਵੀ ਇਹਨੇ ਕੀ ਕਰਨਾ, ਬਾਕੀਆਂ ਦਾ ਕੀ ਕਰਨਾ। ਨਹੀਂ ਸੰਧਾਲੀਆ ਸਾਹਿਬ, ਕਰੋੜ ਰੁਪਈਆ, ਮੈਂ ਹੈਰਾਨ ਹੋ ਗਿਆ। ਮੰਨ ਲਓ ਕਿੰਨਾ ਵੀ ਵੱਡਾ ਕੰਮ ਸੀ, ਤੁਸੀਂ ਕਰੋੜ ਰੁਪਈਆ ਰਿਸ਼ਵਤ ਲੈ ਲਈ, ਉਹ ਯਾਰ ਲੋਕਾਂ ਦੇ ਹੱਡਾਂ 'ਚੋਂ ਅਗਲਾ ਬੰਦਾ ਜਿਹਨੇ ਕਰੋੜ ਦਿੱਤਾ 2 ਕਰੋੜ ਤਾਂ ਕੱਢੂਗਾ ਹੀ ਨਾ। ਜਦੋਂ ਮੈਂ ਇਹ ਖਬਰ ਪੜ੍ਹ ਰਿਹਾ ਸੀ ਕਿ ਉਹ ਅਧਿਕਾਰੀ ਸਾਹਿਬ ਵਿਸ਼ਾਲ ਚੌਹਾਨ, ਜੰਗਲਾਤ ਵਿਭਾਗ ਦੇ ਅਧਿਕਾਰੀ, ਕਿ ਉਹਨਾਂ ਨੇ ਕਿਹਾ ਕਿ ਭਾਈ ਆ ਜਿਹੜੇ ਕਲੋਨਾਈਜ਼ਰ ਜਾਂ ਹੋਣਗੇ ਕਿ ਇੱਥੇ ਭਾਈ ਆ ਜ਼ਮੀਨ ਜਿਹੜੀ FIR ਕਰਾ ਦੇਵਾਂਗੇ, ਆ ਜਿਹੜੇ ਨੁਕਸ਼ੇ ਬਣਾਈ ਫਿਰਦੇ ਵਗਾ ਕੇ ਮਾਰਨੇ ਜੇ ਪਰੇ। ਉਹ ਕਹਿੰਦੇ ਜੀ ਪ੍ਰੋਜੈਕਟ ਚੱਲਣ ਦਿਓ, ਇੱਦਾਂ ਨਾ ਕਰੋ। ਕਹਿੰਦੇ ਕੋਈ ਗੱਲ ਚੱਲ ਦਿੰਦੇ ਆ, ਮਾੜਾ ਜਿਹਾ 2 ਵਾਰੀ ਗਿਣ ਕੇ ਥੁੱਕ ਨਹੀਂ ਲਾਉਣਾ, ਪਾਣੀ ਲਾ ਕੇ ਰੱਖ ਲੈਣਾ, ਕਰੋੜ ਰੁਪਈਆ ਰੱਖ ਕੇ ਦਿਓ ਗਿਣ ਕੇ ਜਰਾ। ਡੱਬੀ ਲਿਆਉਣੀ, ਉਹ 'ਚ ਸਪੰਜ ਰੱਖਣੀ, ਉਹ ਤੇ ਪਾਣੀ ਪਾਉਣਾ ਤੇ ਫਿਰ ਗਿਣਨੇ ਆ। ਇਹ ਨਹੀਂ ਵੀ ਮਤਲਬ ਤੁਸੀਂ ਥੁੱਕ ਲਾ ਲਓ ਵੀ ਉਹ ਥੁੱਕ ਵੀ। ਹੁਣ ਕਰੋੜ ਰੁਪਈਆ ਗਿਣਨ ਨੂੰ ਵੀ ਬੰਦਾ ਇੱਕ ਨਾਲ ਰੱਖਣਾ ਪੈਣਾ। ਕੀ ਹੋਇਆ ਯਾਰ, ਥੁੱਕ ਲਾਉਣਾ ਹੀ, ਆਪਣੀ ਜੀਵ ਦਾ ਥੁੱਕ ਮੁੱਕ ਜਾਣਾ। ਉਹ ਸ਼ਾਮ ਨੂੰ ਥੁੱਕ ਮੁਕਾਈ ਫਿਰ ਵਿਚਾਰਾ। ਪਰ ਚਲੋ ਇੱਕ ਗੱਲ ਤੇ ਹੈਗੀ ਆ ਵੀ ਜਿਹੜੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ, ਇਹਦਾ ਮਤਲਬ ਜਿਹੜਾ ਆਪਾਂ ਉਹ ਸੁਣਦੇ ਹੁੰਦੇ ਸੀ ਵੀ ਉੱਪਰਲੀ ਕਮਾਈ ਜੀ, ਮਲਾਈਦਾਰ ਅਹੁਦਾ ਜੀ, ਇਹ ਜੀ ਉਹ ਜੀ, ਹੈ ਨਾ। ਮਹੱਤੜ ਬੰਦਾ ਤਾਂ ਸੋਚ ਵੀ ਨਹੀਂ ਸਕਦਾ ਵੀ ਇੰਨੀ ਮਲਾਈ ਵੀ ਆਉਂਦੀ ਹੋਊਗੀ। ਤੁਸੀਂ ਇਹ ਸੋਚੋ ਵੀ ਜੇ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਕੁਰਸੀਆਂ ਜਿਹਦੇ ਤੇ ਬੰਦਾ ਕਰੋੜ ਰੁਪਈਆ ਐਂ ਮੰਗ ਲੈਂਦਾ, ਪਰਸੈਂਟੇਜ ਐਂ ਮੰਗ ਲੈਂਦਾ, 20 ਲੱਖ ਐਂ ਮੰਗ ਲੈਂਦਾ। ਹੁਣ ਜਿਹੜਾ ਮਹੱਤੜ ਬੰਦਾ ਉਹ ਤੇ ਸੋਚਣਾ ਵੀ ਯਾਰ ਹਾਂ ਲੈ ਲੂ ਲੈਂਦੇ ਪੈਸੇ ਥੋੜ੍ਹੇ 100 200 500 ਉੱਪਰ ਸਭ ਕੁਛ ਚੱਲਦਾ ਹੈ ਨਾ। ਮਤਲਬ ਆਪਣੀ ਤਾਂ ਸੋਚ ਵੀ ਨਹੀਂ ਜਾਂਦੀ ਉੱਥੋਂ ਤੱਕ, ਤੇ ਅਗਲਿਆਂ ਦਾ ਕੰਮ ਚੱਲੀ ਜਾਂਦਾ। ਸੰਧਾਲੀਆ ਸਾਹਿਬ, ਹਲਟ ਫੇਲ ਹੋ ਸਕਦਾ ਕਿਸੇ ਦੇ ਘਰੇ ਕਰੋੜ ਰੁਪਈਆ ਪਿਆ ਹੋਵੇ, ਤੁਹਾਨੂੰ ਪਤਾ ਹੋਵੇ ਪਿਆ ਆ। ਨਹੀਂ ਕਰੋੜ ਦਾ ਬਹੁਤ ਜ਼ਿਆਦਾ, ਇੱਕ ਦਾ ਨਹੀਂ ਹੋਣਾ, ਫਿਰ 5-7 ਦਾ ਹੋਣਾ। 1 ਕਰੋੜ ਦਾ ਬਹੁਤ ਰਕਮ ਆ ਵੀਰ ਜੀ। ਦੇਖੋ ਤੁਸੀਂ ਉੱਥੇ ਹੋ ਸਕਦਾ ਕਿ ਬੰਦਾ ਅੱਧੀ ਰਾਤ ਨੂੰ ਯਾਰ ਦੇਖੇ ਪਏ ਹੈਗੇ, ਤੇ ਬੀਬੀ ਪਹਿਲੇ ਹੀ ਡਾਂਗ ਫਰੇ, ਪੁੱਤ ਮੈਨੂੰ ਤਾਂ ਨੀਂਦ ਹੀ ਨਹੀਂ ਆਈ, ਮੈਨੂੰ ਪਤਾ ਪੈਸੇ ਪਏ ਆ ਘਰੇ ਬਾਲਟੀ ਦੇ ਵਿੱਚ, ਉੱਪਰ ਕੱਪੜੇ ਰੱਖੇ ਧੋਣ ਵਾਲੇ। ਕਿਸੇ ਨੇ ਆਣਾ, ਹਾਂ ਧੀਏ ਤੂੰ ਚਾਹ ਬਣਾ ਲੈ। ਨਹੀਂ ਬੀਬੀ ਮੇਰਾ ਨਹੀਂ ਜੀ ਕਰਦਾ ਇੱਥੋਂ ਲਾਗੋਂ ਉੱਠਣ ਨੂੰ। ਹਾਂ ਉਹਨੇ ਸਟੋਵ ਇੱਥੇ ਲੈ, ਨਾ ਇੱਥੇ ਨਾ ਲੈ, ਉਹ ਅੱਗ ਲੱਗ ਜੂ, ਹੈ ਨਾ। ਬੱਤੀ ਨਾ, ਬੱਤੀ ਵਾਲਾ ਜਗਾ ਪੁੱਤ ਰਹਿਣ ਦੇ, ਹਨੇਰਾ ਹੀ ਚੰਗਾ, ਨਹੀਂ ਪਤਾ ਕਿੱਥੇ ਕੌਣ ਦੇਖੇ। ਹੁਣ ਸੰਧਾਲੀਆ ਸਾਹਿਬ, ਇੱਕ ਪਾਸੇ 1 ਕਰੋੜ ਸੀ ਤੇ ਦੂਜੇ ਪਾਸੇ 1 ਕਰੋੜ ਦਾ ਚਰਚਾ ਚੱਲਦਾ ਸਿੱਧੂ ਮੂਸੇਵਾਲੇ ਹੋਰਾਂ ਦੇ ਕਤਲ ਕੇਸ ਦੇ ਵਿੱਚ। ਪ੍ਰਿਯਵਰਤ ਫੌਜੀ ਤੇ ਕਸ਼ਿਸ਼ ਨਾਂ ਦੇ 2 ਬੰਦੇ ਗੈਂਗਸਟਰ ਜਿਹੜੇ ਉਹ ਫੜੇ ਸੀ, ਉਹ ਦੂਰੋਂ ਜਾ ਕੇ ਫੜੇ ਗੁਜਰਾਤ ਦੇ ਵਿੱਚੋਂ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਪੁੱਛਗਿੱਛ ਕਰਦਾ ਤੇ ਉਹ ਬਹੁਤੀਆਂ ਜਾਣਕਾਰੀਆਂ ਪ੍ਰੈਸ ਨੂੰ ਦੇ ਦਿੰਦੇ ਆ ਕਿ ਉਹ ਰਾਹ ਦੱਸਿਆ ਹੋਇਆ, ਇੱਥੇ ਤੱਕ ਗੱਲ ਪਹੁੰਚੀ ਹੈ। ਹੁਣ ਚਰਚਾ ਚੱਲ ਰਹੀ ਹੈ ਕਿ ਕਹਿੰਦੇ ਆ ਕਿ ਕਰੋੜ ਰੁਪਈਆ ਆਇਆ, 1 ਕਰੋੜ। ਜਿੰਨੇ ਬੰਦੇ ਕਤਲ ਦੇ ਵਿੱਚ ਸ਼ਾਮਲ ਸੀ 5-5 ਲੱਖ ਤਾਂ ਉਹਨਾਂ ਨੂੰ ਗਿਆ, ਜਿਹੜੇ ਸਿੱਧੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ 2 ਕਾਰਾਂ 'ਚ ਗਏ।
ਬਾਕੀ ਕਿਸੇ ਨੇ ਕਾਰ ਉਪਲਬਧ ਕਰਾਈ, ਕਿਸੇ ਨੇ ਹਥਿਆਰ ਉਪਲਬਧ ਕਰਾਏ, ਕਿਸੇ ਨੇ ਸਿਮ ਉਪਲਬਧ ਕਰਾਈ, ਕਿਸੇ ਨੇ ਰੇਕੀ ਕੀਤੀ, ਕਿਸੇ ਨੇ ਪਹਿਲਾਂ ਇਹ ਬੰਦੇ ਆਪਣੇ ਕੋਲ ਰੱਖੇ, ਕਿਸੇ ਨੇ ਬਾਅਦ ਵਿੱਚ ਪਨਾਹ ਦਿੱਤੀ। ਸਾਰਿਆਂ ਨੂੰ ਵੰਡ ਕੇ ਕਰੋੜ ਰੁਪਈਆ ਇਨਵੈਸਟ ਹੋਇਆ ਤੇ ਕਤਲ ਅੰਜਾਮ ਤੱਕ ਪੁੱਜਾ। ਫਿਰ ਇਹ ਵੀ ਕਹਿੰਦੇ ਜੀ ਪੰਜਾਬ ਹਰਿਆਣਾ ਦੇ ਬਾਰਡਰ ਨੇੜਲੇ ਕਿਸੇ ਪਿੰਡ ਦੇ ਵਿੱਚ ਟ੍ਰੇਨਿੰਗ ਦਿੱਤੀ ਹਥਿਆਰ ਚਲਾਉਣ ਦੀ ਇਹਨਾਂ ਦੋਨਾਂ ਨੂੰ, ਵਿਦੇਸ਼ੀ ਹਥਿਆਰ ਸੀ ਕਿ ਭਾਈ ਐਂ ਚਲਾਉਣੇ ਹੀ ਨਾ ਹੋਵੇ ਕਿ ਉਸ ਵੇਲੇ ਤੁਹਾਡੇ ਕੋਲ ਲੋਕ ਹੀ ਨਾ ਖੁੱਲੇ। ਇਹ ਵੀ ਚਰਚਾ ਚੱਲਦੀ ਹੈ ਕਿ 10 ਲੱਖ ਰੁਪਈਆ ਤਾਂ ਉਹਨਾਂ ਕਾਰਾਂ 'ਚ ਵੀ ਪਿਆ ਸੀ ਉਦੋਂ ਜਦੋਂ ਉਹ ਕਤਲ ਕਰਕੇ ਗਏ ਆ। ਕਿੰਨੀਆਂ ਗੱਲਾਂ ਇਹ 'ਚੋਂ ਸੱਚੀਆਂ ਨੇ ਕਿੰਨੀਆਂ ਨਹੀਂ, ਪਰ ਕਰੋੜ ਰੁਪਈਏ ਦੇ ਲਈ ਭਾਈ ਤੁਸੀਂ ਕਲਾਕਾਰ ਨੌਜਵਾਨ ਜਿਹੜਾ ਲੋਕਾਂ ਦਾ ਚਹੇਤਾ ਤੁਸੀਂ ਉਹ ਵਗਾ ਕੇ ਪਰੇ ਮਾਰਿਆ, ਮੌਤ ਹੋ ਗਈ। ਉਹਦਾ ਬਾਪੂ ਅੱਜ ਵੀ ਕਹਿੰਦਾ 40 ਦਿਨ ਹੋ ਗਿਆ ਜੀ, ਕਹਿੰਦੇ ਕਾਤਲ ਅਜੇ ਫੜਨ ਵਾਲੇ ਪਏ ਆ, ਬੂਟੇ ਲਾਉਂਦਾ ਫਿਰਦਾ ਆਪਣੇ ਪੁੱਤ ਦੀ ਯਾਦ ਦੇ ਵਿੱਚ। ਸਿੱਧੂ ਮੂਸੇ ਬਲਕੌਰ ਸਿੰਘ ਹੋਰਾਂ ਦੀ ਗੱਲ ਕਰਦਾ। ਹੁਣ ਸੰਧਾਲੀਆ ਸਾਹਿਬ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈ ਕਿ ਕਿਹਨੇ ਭੇਜੇ, ਕਿਹਨਾਂ ਨੂੰ ਮਿਲੇ, ਇੱਕ ਵੱਖਰੀ ਗੱਲ ਹੈ ਯਾਰ। ਕਰੋੜ ਰੁਪਈਆ ਇਹਦਾ ਮਤਲਬ ਹੈ ਕਿ ਉਹਨਾਂ ਦੀ ਪਹੁੰਚ ਦੇ ਵਿੱਚ ਆ ਕਿ ਕੋਈ ਬੰਦਾ ਟੈਲੀਫੋਨ ਕਰਦਾ ਕਿ ਇਸ ਬੰਦੇ ਨੂੰ ਕਤਲ ਕਰਨਾ ਜਾਂ ਇਹਦਾ ਕੰਡਾ ਕੱਢਣਾ, ਉਹ ਟੈਲੀਫੋਨ ਕਰਦੇ ਤੇ ਕਰੋੜ ਰੁਪਈਆ ਕੈਸ਼ ਆ ਜਾਂਦਾ ਆ। ਉਹ ਟੈਲੀਫੋਨ ਕਰਦੇ ਤੇ AK-47 ਆ ਜਾਂਦੀ ਹੈ, ਜਰਮਨੀ ਦੇ ਪਿਸਤੌਲ ਆ ਜਾਂਦੇ ਆ। ਇਹ ਕਿੱਥੇ ਚੱਲੀ ਜਾਂਦਾ ਕੰਮ? ਯਾਨੀ ਕਰੋੜ ਰੁਪਈਆ ਆਪਣੇ ਕੋਲੇ ਤਾਂ ਜਿੱਦਣ ਨਾ 5-7 ਹਜ਼ਾਰ ਘਰ ਹੋ ਜਾਂਦਾ ਬੰਦੇ ਕਹਿੰਦੇ 3000 ਜਮ੍ਹਾਂ ਕਰਾਇਆ ਵਾ ਯਾਰ, ਕੀ ਕਰਨੇ ਇੰਨੇ ਪੈਸੇ ਰੱਖ ਕੇ? ਉਹ ਕਰੋੜ ਰੱਖੀ ਫਿਰਦੇ ਆ ਯਾਰ। ਨਹੀਂ ਇਹ ਤੇ ਗੱਲ ਹੈਗੀ। ਵੈਸੇ ਇੱਕ ਗੱਲ ਇਹਦਾ ਐਂਗਲ ਇਹ ਵੀ ਸੋਚਣ ਵਾਲਾ, ਮੰਨ ਲਓ ਚਲੋ ਇਹ ਤੇ ਇੱਕ ਘਟਨਾ ਹੋ ਗਈ, ਇਹ ਤੋਂ ਬਿਨਾਂ ਵੀ ਆਪਾਂ ਦੇਖਦੇ ਹਾਂ ਵੀ ਕੋਈ ਘਟਨਾਵਾਂ ਉਹ ਚੱਲਦੀਆਂ ਰਹਿੰਦੀਆਂ। ਫਲਾਨਾ ਕਹਿੰਦੇ ਪਹਿਲਾਂ ਇਸ ਕੰਮ 'ਚ ਸੀਗਾ, ਉਹ ਇਸ ਕੰਮ ਤੋਂ ਪੈਸੇ ਕਮਾਉਂਦਾ ਸੀ, ਫਿਰ ਅੱਜ ਕੱਲ੍ਹ ਉਹ ਛੱਡ ਗਿਆ ਜਾਂ ਅੱਜ ਕੋਈ ਜੇਲ੍ਹ 'ਚ ਚਲੇ ਗਿਆ। ਹੁਣ ਗੱਲ ਇਹ ਆ ਵੀ ਜਿਹੜੇ ਲੱਖਾਂ ਰੁਪਈਆ ਇਹ ਤਾਂ ਹੈ ਨਹੀਂ ਗਾ ਵੀ ਉੱਥੇ ਢਾਬੇ 'ਤੇ ਲਾ ਕੇ ਆਪਾਂ ਯਾਰ ਲੱਖ ਰੁਪਈਏ ਦੇ ਨੋਟ ਹੈ ਤੇ ਰੋਟੀ ਜਾਂ ਸਬਜ਼ੀ ਬਣਾ ਕੇ ਖਾ ਲਈਏ। ਕੁਛ ਨਾ ਕੁਛ ਤਾਂ ਉਹਨਾਂ ਦਾ ਖਰੀਦਣਾ ਹੀ ਆ ਨਾ ਜੀ। ਫਿਰ ਜੇ ਉਹ ਖਰੀਦਣਾ ਆ ਤੇ ਜਿਹੜਾ ਬੰਦਾ ਹੁੰਦਾ ਕੋਈ ਨਾ ਕੋਈ, ਚਲੋ ਬਹੁਤਾ ਕਰਕੇ ਤਾਂ ਆਪਾਂ ਇਹੀ ਸੁਣਦੇ ਗਣਦੇ ਹੁੰਦੇ ਵੀ ਉਹ ਪਰਿਵਾਰਾਂ ਤੋਂ ਦੂਰ ਨੇ ਬੰਦੇ, ਵੀ ਪਰਿਵਾਰਾਂ ਨਾਲ ਲਿੰਕ ਕੋਈ ਨਹੀਂ ਹੈਗਾ। ਪਰ ਇਹ ਵੀ ਆਪਾਂ ਦੇਖਦੇ ਹਾਂ ਵੀ ਕਈ ਜਰਾਮ ਪੇਸ਼ਾ ਲੋਕ ਜਿਹੜੇ ਨੇ ਉਹਨਾਂ ਦੇ ਪਰਿਵਾਰ ਵੀ ਹੁੰਦੇ ਨੇ, ਪਰਿਵਾਰ ਵੀ ਚੱਲਦੇ ਨੇ। ਕਈ ਵਾਰ ਪਰਿਵਾਰਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਬੰਦਾ ਜਿਹੜਾ ਕਿੱਥੋਂ ਲਿਆਉਂਦਾ ਪੈਸੇ। ਹੁਣ ਤੁਸੀਂ ਸੋਚੋ ਵੀ ਯਾਰ ਜੇ ਇੱਕ ਲਾਈਨ ਦੇ ਵਿੱਚ ਵੇਖਿਆ ਜਾਵੇ ਵੀ ਕਮਾਈ ਕਾਹਦੀ, ਵੀ ਬੰਦਾ ਮਾਰਿਆ ਸੀ ਤਾਂ ਪੈਸੇ ਆਏ ਤੇ ਉਹਦੇ ਪੈਸੇ ਦੇ ਨਿਆਣੇ ਨੇ ਰੋਟੀ ਖਾਣੀ। ਲਾਈਨ ਹੀ ਸੋਚ ਕੇ ਦੇਖੋ ਤੁਸੀਂ ਆਪਸ ਦੇ ਵਿੱਚ ਕੀ ਬਣਦੀ ਹੈ ਤੇ ਕਿੱਧਰ ਨੂੰ ਤੁਰ ਪਿਆ ਕੰਮ। ਨਹੀਂ ਮੈਨੂੰ ਹੁਣ ਸੰਧਾਲੀਆ ਸਾਹਿਬ ਇਹ ਲੱਗਦਾ ਕਿ ਕਈਆਂ ਦੇ ਪਰਿਵਾਰਾਂ ਦੀ ਗੱਲ ਆਉਂਦੀ ਹੈ, ਕਿਸੇ ਦੀਆਂ ਜੀ 2 ਭੈਣਾਂ ਵਿਆਹੁਣ ਵਾਲੀਆਂ, ਕਿਸੇ ਦਾ ਬਾਪ ਮਜ਼ਦੂਰੀ ਕਰਦਾ, ਕੋਈ ਕਹਿੰਦਾ ਜੀ 4 ਸਾਲ ਹੋ ਗਏ ਘਰੇ ਨਹੀਂ ਵੜਿਆ, ਕੋਈ ਕਹਿੰਦਾ ਜੀ ਕੁੱਟ ਕਟਾਪਾ ਕਰਦਾ। ਯਾਨੀ ਐਡੇ ਦਿਮਾਗ ਦੂਜੇ ਪਾਸੇ ਨੂੰ ਤੁਰ ਪੈ ਕੇ ਆਪਾਂ ਆਪਣੀਆਂ ਫੋਟੋ ਐਂ ਕਰਕੇ ਪਾ ਦਿੰਦੇ ਆ, ਐਂ ਕਰਕੇ ਪਾ ਦਿੰਦੇ ਆ, ਪਤਾ ਨਹੀਂ ਕਿੱਦਾਂ ਇੱਕ ਐਂ ਕਰਕੇ ਪਿਆ ਇੱਦਾਂ ਨਿਸ਼ਾਨ ਜਿਹਾ, ਪਤਾ ਨਹੀਂ ਹੁਣ ਕਾਹਦੇ ਹੁੰਦੇ ਆ। ਪਰ ਦੂਸਰੇ ਪਾਸੇ ਪਰਿਵਾਰਾਂ ਦੇ ਪੱਲੇ ਫੱਕਾ ਵੀ ਨਹੀਂ ਛੱਡਦੇ ਯਾਰ। ਤੁਹਾਡੀ ਦੁਨੀਆ ਦੇ ਵਿੱਚ ਉਸਤਤ ਦਾ ਕੀ ਜੇ ਤੁਹਾਡੇ ਟੱਬਰਾਂ ਦੀ ਮੁੜ ਕੇ ਖਿੱਚ ਤੂ ਹੋਈ ਫਿਰੇ। ਯਾਨੀ ਐਸੀ ਵੀ ਕਿਹੜੀ ਗੱਲ। ਹੁਣ ਤੁਸੀਂ ਹੋਰ ਦੇਖੋ ਚਰਚਾ ਕੀ ਚੱਲਦੀ ਹੈ ਕਿ ਉਹਨਾਂ ਦੇ ਵਿੱਚੋਂ ਜਿਹੜੇ ਮੁੰਡੇ ਨੇ ਨੇੜੇ ਜਾ ਕੇ ਗੋਲੀਆਂ ਮਾਰੀਆਂ ਮਨਪ੍ਰੀਤ ਮਨੂ ਨੇ, ਉਹਦੇ ਬਾਬਤ ਕਿਹਾ ਜਾਂਦਾ ਸੀ ਕਿ ਉਹ ਜੇਲ੍ਹ 'ਚ ਸੀ ਤੇ ਉਹਦਾ ਕਟਾਪਾ ਚਾੜਿਆ ਜੇਲ੍ਹ 'ਚ। ਇੱਕ ਗੈਂਗ ਗਰੁੱਪ ਨੇ ਵੀਡੀਓ ਬਣਾਈ ਤੇ ਵਾਇਰਲ ਕੀਤੀ, ਉਹ ਖੁੰਦਕ ਖਾਂਦਾ ਸੀ ਕਿ ਮੈਂ ਬਦਲਾ ਲੈਣਾ, ਤੇ ਕਹਿੰਦੇ ਜੀ ਬਦਲਾ ਲੈਣ ਦੇ ਚੱਕਰ 'ਚ ਪਹਿਲੀ ਗੋਲੀ ਉਹਨੇ ਮਾਰੀ। ਹੁਣ ਭਾਈ ਤੈਨੂੰ ਕੁੱਟਿਆ, ਤੇਰੀ ਵੀਡੀਓ ਵਾਇਰਲ ਕਰਤੀ, ਇਹਦਾ ਕੀ ਕਸੂਰ ਬੰਦੇ ਦਾ? ਠੀਕ ਹੈ ਨਾ। ਕਾਨੂੰਨੀ ਤੌਰ ਦੇ ਉੱਤੇ ਲੜਾਈ ਲੜੋ ਯਾਰ। ਹੁਣ ਭੱਜਿਆ ਫਿਰੇਗਾ ਸਾਰਾ ਟੱਬਰ, ਥੇੜਾ ਵੱਜਿਆ ਫਿਰੂਗਾ, ਜਾਊਗਾ ਕਿੱਧਰਲੇ ਪਾਸੇ? ਪਰ ਆਹ ਸਾਰੀਆਂ ਘਟਨਾਵਾਂ, ਮੈਂ ਤਾਂ ਇਹ ਸੋਚਦਾ ਸੀ ਪਾਕਿਸਤਾਨ ਦੀ ਇੱਕ ਵੀਡੀਓ ਆਉਂਦੀ ਨਾ, ਖਿਡਾਰੀ ਕਤਲ ਕਰਤਾ ਖੇਡ ਮੈਦਾਨ ਦੇ ਵਿੱਚ, ਸਿੱਧੀਆਂ ਗੋਲੀਆਂ, ਉਹ ਫੋਟੋ ਫਾਟੋ ਖਿਚਾਈ ਜਾਂਦਾ, ਬਾਕੀਆਂ ਨੇ ਠਾ ਪਿੱਛੋਂ ਆ ਕੇ ਗੋਲੀਆਂ ਮਾਰੀਆਂ। ਯਾਨੀ ਇਹ ਹਾਲਾਤ ਹੋ ਰਹੇ ਨੇ। ਅਮਰੀਕਾ 'ਚ ਕੀ ਘਟਿਆ ਵਾਪਰਿਆ ਯਾਰ, ਕਿੰਨੇ ਨਿਆਣੇ ਮਾਰ ਦਿੱਤੇ। ਇਹ ਕੋਈ ਗੱਲ ਥੋੜੀ ਆ। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਹੋਰਾਂ ਦੇ ਗੋਲੀ ਮਾਰ ਦਿੱਤੀ। ਸੰਧਾਲੀਆ ਸਾਹਿਬ ਪੂਰਾ ਕੋ ਚਰਚਾ ਕਰੀਏ ਜ਼ਰੂਰ। ਕਹਿੰਦੇ ਜੀ ਗਨ ਕੈਮਰੇ ਵਰਗੀ ਸੀ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੀ। ਇਹਦਾ ਮਤਲਬ ਹੈ ਕਿ ਭੜਕ ਨੂੰ ਜੇ ਕੋਈ ਪੱਤਰਕਾਰ ਕੈਮਰਾ ਲੈ ਕੇ ਜਾਊਗਾ, ਮਾਈਕ ਲੈ ਕੇ ਜਾਊਗਾ, ਅਗਲਾ ਲੀਡਰ ਕੀ ਕਹੂਗਾ? ਪਹਿਲਾਂ ਯਾਰ ਚੈੱਕ ਕਰਾਂ, ਮੈਂ ਪਤਾ ਕਰਾਂ ਤੂੰ ਪੱਤਰਕਾਰਾਂ 'ਚ ਤੂੰ ਕੁਛ ਹੋਰ ਹੈ। ਇਹ ਦੋਹਰਾ ਨੁਕਸਾਨ ਹੋਇਆ, ਉਸ ਦੇਸ਼ ਦਾ ਤਾਂ ਨੁਕਸਾਨ ਹੋਇਆ ਕਿ ਉਹਨਾਂ ਨੇ ਇੱਕ ਲੀਡਰ ਗਵਾ ਲਿਆ। ਨਾਲ ਦੀ ਨਾਲ ਜਿਹੜੇ ਆਪਣੇ ਭਾਈਚਾਰੇ ਦੇ ਉੱਤੇ ਹੁਣ ਆਉਣ ਵਾਲੇ ਸਮੇਂ 'ਚ ਸ਼ੱਕ ਸ਼ੁਬੇ ਖੜੇ ਹੋਣੇ ਆ, ਉਹ ਵੀ ਆਪਣਾ ਬਹੁਤ ਵੱਡਾ ਨੁਕਸਾਨ ਹੈ। ਨਹੀਂ ਨੁਕਸਾਨ ਤਾਂ ਵਾਕਈ ਬੜਾ ਵੱਡਾ ਹੋਇਆ। ਦੇਖੋ ਸ਼ਿੰਜੋ ਆਬੇ ਸਾਹਿਬ ਇੰਡੀਆ ਕਾਫੀ ਵਾਰ ਆਏ, ਬਹੁਤ ਸਾਰੇ ਪ੍ਰੋਜੈਕਟਾਂ ਦੀ ਚਰਚਾ ਵੀ ਚੱਲਦੀ ਸੀ। ਇਹੀ ਕਾਰਨ ਆ ਭਾਰਤ ਸਰਕਾਰ ਨੇ ਇੱਕ ਦਿਨ ਦਾ ਸ਼ੋਕ ਵੀ ਉਹਨਾਂ ਦਾ ਕਰਕੇ ਰੱਖਿਆ। ਹੁਣ ਗੱਲ ਇਹ ਦੇਖੋ, ਪਹਿਲੀ ਗੱਲ ਤਾਂ ਇਹ ਵੀ ਮੈਨੂੰ ਲੱਗਦਾ ਵੀ ਇਹ ਕੋਈ ਇੱਕ ਸਿੰਪਲ ਗੱਲ ਨਹੀਂ, ਆਉਣ ਵਾਲੇ ਦਿਨਾਂ 'ਚ ਹੋ ਸਕਦਾ ਨਿਕਲ ਸਕਦੀ, ਕਿਉਂਕਿ ਆਮ ਤੌਰ 'ਤੇ ਇਹ ਕਿਹਾ ਜਾਂਦਾ ਵੀ ਜਾਪਾਨ ਜਿਹੜਾ ਜੀ ਉੱਥੇ ਇਹੋ ਜਿਹਾ ਕੁਛ ਨਹੀਂ ਘਟਦਾ ਵਾਪਰਦਾ, ਉਹ ਬੜੇ ਸਖਤ ਨੇ ਬੰਦੇ, ਜਾਂ ਉੱਥੇ ਇਹੋ ਜਿਹਾ ਕੁਛ ਨਹੀਂ ਹੁੰਦਾ। ਹੁਣ ਜਿਸ ਜਲਸੇ ਦੇ ਵਿੱਚ ਜਾਂ ਜਿੱਥੇ ਜਾ ਕੇ ਉਹ ਤਕਰੀਰ ਕਰ ਰਹੇ ਸੀ ਸ਼ਿੰਜੋ ਆਬੇ ਸਾਹਿਬ, ਇਹ ਵੀ ਸੁਣ 'ਚ ਆਉਂਦਾ ਵੀ ਉਹਦਾ ਉਹਦੇ ਬਾਰੇ 'ਚ ਪਹਿਲਾਂ ਇਨਫੋਰਮੇਸ਼ਨ ਹੈ ਹੀ ਨਹੀਂ ਸੀ। ਚੰਦ ਕੁ ਲੋਕਾਂ ਨੂੰ ਪਤਾ ਸੀ ਵੀ ਉਹਨਾਂ ਨੇ ਆਉਣਾ, ਬਹੁਤਿਆਂ ਨੂੰ ਨਹੀਂ ਸੀ ਪਤਾ ਵੀ ਉਹਨੇ ਆਉਣਾ। ਹੁਣ ਤੁਸੀਂ ਇਹ ਦੇਖੋ ਵੀ ਜੇ ਚੰਦ ਕੁ ਲੋਕਾਂ ਨੂੰ ਪਤਾ ਸੀ, ਉਹਦੇ ਬਾਵਜੂਦ ਵੀ ਬੰਦਾ ਜਿਹੜਾ ਉੱਥੇ ਪਹੁੰਚਿਆ ਉਹ ਇਹੋ ਜਿਹਾ ਪ੍ਰਬੰਧ ਕਰਕੇ ਪਹੁੰਚਿਆ ਵੀ ਮੇਰੀ ਗਨ ਵੀ ਚਲੇ ਜਾਵੇ ਤੇ ਮੈਂ ਉਸ ਹਿਸਾਬ ਨਾਲ ਕੈਮਰੇ ਜਾਂ ਲੁਕਾ ਕੇ ਲੈ ਗਿਆ ਜਾਂ ਕਿੱਦਾਂ ਲੈ ਗਿਆ ਵੀ ਉੱਥੇ ਜਾ ਕੇ ਮੈਂ ਆਹ ਕੰਮ ਕਰਨਾ। ਇਹਦਾ ਮਤਲਬ ਇਹ ਹੋ ਗਿਆ ਵੀ
ਬਾਕੀ ਲੋਕਾਂ ਤੱਕ ਗੱਲ ਪਹੁੰਚੇ ਨਾ ਪਹੁੰਚੇ, ਉਹਦੇ ਤੱਕ ਪਹੁੰਚ ਗਈ। ਦੂਜੀ ਗੱਲ ਇਹ ਵੀ ਜਿਹੜਾ ਉਹਨੇ ਢੰਗ ਤਰੀਕਾ ਵਰਤਿਆ, ਗੱਲ ਤੁਹਾਡੀ ਠੀਕ ਹੈ ਵੀ ਹੁਣ ਜੇ ਸਭ ਤੋਂ ਵੱਧ ਕੋਈ ਕਿਸੇ ਵੀ VIP, ਚਾਹੇ ਉਹ ਕੋਈ ਪੋਲੀਟੀਕਲ ਲੀਡਰ ਹੈ, ਚਾਹੇ ਕੋਈ ਸਟਾਰ ਆ, ਕਲਾਕਾਰ ਆ ਜਾਂ ਜੋ ਵੀ ਹੈ, ਜੇ ਉਹਦੇ ਸਭ ਤੋਂ ਵੱਧ ਨੇੜੇ ਤੇ ਸਭ ਤੋਂ ਵੱਧ ਗਿਣਤੀ 'ਚ ਕੋਈ ਚੀਜ਼ ਹੁੰਦੀ ਹੈ ਤੇ ਉਹ ਕੈਮਰਾ ਹੁੰਦਾ ਮੀਡੀਆ ਵਾਲਿਆਂ ਦਾ। ਹੁਣ ਜੇ ਉਹਦੇ ਨਾਲ ਹੀ ਆ ਕੁਛ ਕੀਤਾ ਗਿਆ ਹੋਊਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਗੱਲ ਤੁਹਾਡੀ ਸਹੀ ਹੈ ਵੀ ਹੋ ਸਕਦਾ ਵੀ ਉਸ ਬੰਦੇ ਦੀ ਉਹ ਕਹਿੰਦਾ ਮੇਰੀ ਕੋਈ ਆਪਣੀ ਨਿੱਜੀ ਖੁੰਦਕ ਸੀ ਜਿਹਦਾ ਕਰਕੇ ਮੈਂ ਆ ਕੁਛ ਕੀਤਾ, ਉਹ ਚਲੋ ਗੱਲ ਨਿਕਲ ਆਊਗੀ ਵੀ ਅਸਲ 'ਚ ਗੱਲ ਕੀ ਸੀ, ਉਹਦਾ ਕਰਕੇ ਭੁਗਤਣਾ ਕਿਹਨਾਂ ਨੂੰ ਪੈਣਾ। ਨਹੀਂ ਜੀ, ਦੂਰ ਤੱਕ ਉਹ ਗੱਲ ਜਾਣੀ ਆ। ਲੀਡਰ ਡਰਿਆ ਕਰਨਗੇ, ਭਲਕ ਨੂੰ 20 ਤਰ੍ਹਾਂ ਦੀਆਂ ਪਾਬੰਦੀਆਂ ਲਾਉਣਗੇ, ਮੁੜ ਕੇ ਪੱਤਰਕਾਰ ਕਹਿਣਗੇ ਜੇ ਸਾਨੂੰ ਲੇਟ ਕਰ ਦਿੱਤਾ, ਸਾਨੂੰ ਇਹਨਾਂ ਜਾਂਚ ਪੜਤਾਲਾਂ ਦੇ ਵਿੱਚੋਂ ਜਿਹੜਾ ਉਹ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਆਹ ਕੁਛ ਹੀ ਹੁੰਦਾ ਸਾਰੇ ਪਾਸੇ। ਹੁਣ ਸੰਤਾਲੀਆ ਸਾਹਿਬ ਨਾਲ ਲੱਗਦੀ ਇੱਕ ਗੱਲ ਥੋੜ੍ਹੀ ਜਿਹੀ ਆਪਾਂ ਬੀਬੀ ਕੰਗਣਾ ਰਣੌਤ ਦੀ ਜ਼ਰੂਰ ਕਰਨੀ ਹੈ। ਕਿਸਾਨ ਅੰਦੋਲਨ ਚੱਲਦਾ ਸੀ, ਬੀਬੀ ਜੀ ਟਵੀਟ ਬਹੁਤ ਕਰਦੇ ਸੀ, ਵੀਡੀਓ ਵੀ ਬਣਾ ਕੇ ਪੇਸ਼ ਕਰਦੇ ਸੀ। ਇੱਕ ਟਵੀਟ ਉਹਨਾਂ ਨੇ ਬੀਬੀ ਮਹਿੰਦਰ ਕੌਰ ਬਾਰੇ ਕਰ ਦਿੱਤਾ ਸੀ, ਪਤਾ ਨਹੀਂ ਇਹਨੂੰ ਭੁਲੇਖਾ ਪੈ ਗਿਆ ਜਾਂ ਕੀ ਹੈ। ਇੱਕ ਬੀਬੀ ਦਿੱਲੀ ਦੇ ਵਿੱਚ ਬੜੀ ਚਰਚਾ ਦੇ ਵਿੱਚ ਆਈ ਸੀ ਜਦੋਂ ਇੱਕ ਉੱਥੇ ਵੀ ਮੋਰਚਾ ਲੱਗਿਆ ਹੋਇਆ ਸੀ। ਉਧਰਲੇ ਪਾਸੇ ਇਧਰੋਂ ਬੀਬੀ ਮਹਿੰਦਰ ਕੌਰ ਦੀ, ਕਿਉਂਕਿ ਬੀਬੀ ਜੀ ਬਜ਼ੁਰਗ ਨੇ, 80 ਸਾਲਾਂ ਨੂੰ ਢੁੱਕਿਓ ਆ, ਉਹ ਬੀਬੀ ਦੇ ਬਾਬਤ ਲਿਖ ਦਿੱਤਾ ਕਿ 100 ਰੁਪਈਏ ਲੈ ਕੇ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਬੀਬੀਆਂ ਆਉਂਦੀਆਂ। ਕੰਗਣਾ ਰਣੌਤ ਨੇ ਲਿਖਤਾ। ਬੀਬੀ ਨੇ ਫਿਰ ਬਹੁਤ ਕੁਝ ਜਦੋਂ ਆਖਿਆ ਸੀ। ਬਾਅਦ ਵਿੱਚ ਜਦੋਂ ਪੱਤਰਕਾਰ ਜਾਂਦੇ ਸੀ, ਬੀਬੀ ਤੁਹਾਨੂੰ ਤਾਂ ਐਂ ਆਖ ਗਈ ਹੈ ਕੰਗਣਾ ਰਣੌਤ, ਉਹ ਕਹਿੰਦੀ ਸੀ ਇੱਥੇ ਆ ਕੇ ਸਾਡੇ ਬਰਾਬਰ ਨਰਮਾ ਚੋਗੇ 500 ਦੇਵਾਂਗੇ, ਇੱਧਰ ਆ ਕੇ ਸਾਡੇ ਨਾਲ ਧਰਨੇ 'ਚ ਬੈਠੇ ਫੁਲਕੇ ਲਹਾਵੇ, ਦਾਲ ਦੇ ਵਿੱਚ ਕੜਛੀ ਫੇਰੇ, ਵੱਡੀ ਵੱਡੀ ਬਲਟੋਈ ਦੇ ਵਿੱਚ ਜਿਹੜੀ ਦਾਲ ਬਣਦੀ ਹੈ, ਆਹ ਪਤੀਲਾ ਜਿਹਦੇ 'ਚ ਸਬਜ਼ੀ ਬਣਦੀ ਹੈ ਕੜਾਈਏ ਦੇ ਵਿੱਚ, ਉਹਦੇ 'ਚ ਆ ਕੇ ਖੁਰਪਾ ਫੇਰੇ, ਰੁਪਈਆ 250 ਗਿਣ ਕੇ ਦੇਵਾਂਗੇ। ਉਹ ਤਾਂ ਸਾਨੂੰ 100 ਦੱਸਦੀ ਹੈ ਨਾ। ਇਹ ਸਾਡੀ ਹੋਂਦ ਦਾ, ਸਾਡੇ ਭਵਿੱਖ ਦਾ, ਸਾਡੀਆਂ ਫਸਲਾਂ ਦਾ, ਸਾਡੀਆਂ ਨਸਲਾਂ ਦਾ ਸਵਾਲ ਹੈ। ਬੀਬੀ ਬਹੁਤ ਸਖਤ ਬੋਲੀ ਸੀ। ਨਾਲ ਹੀ ਅਦਾਲਤ ਦੇ ਵਿੱਚ ਇੱਕ ਕੇਸ ਕਰ ਦਿੱਤਾ ਬਠਿੰਡੇ ਕਿ ਭਾਈ ਇਹ ਤਾਂ ਮਾਣਹਾਨੀ ਕੀਤੀ ਹੈ, ਸਾਨੂੰ 100 ਰੁਪਈਏ ਦੇ ਵਿੱਚ ਬੀਬੀ ਦੱਸਦੀ ਹੈ, ਇਹ ਗੱਲ ਗਲਤ ਹੈ। 13 ਮਹੀਨੇ ਇਸੇ ਗੱਲ ਦੇ ਉੱਤੇ ਜਦੋਜਹਿਦ ਅਦਾਲਤ ਦੇ ਵਿੱਚ ਚੱਲੀ ਕਿ ਬੀਬੀ ਕੰਗਣਾ ਰਣੌਤ ਨੂੰ ਸੱਦਣਾ ਵੀ ਹੈ ਕਿ ਲੋੜ ਹੀ ਨਹੀਂ ਹੈ ਬੀਬੀ ਨੂੰ ਸੱਦਣ ਦੀ। ਹੁਣ ਸਮਨ ਭੇਜ ਦਿੱਤੇ ਜੱਜ ਸਾਹਿਬ ਨੇ ਤੇ ਬੀਬੀ ਕੰਗਣਾ ਰਣੌਤ ਨਾਲ ਲੱਗਦੇ ਹੀ ਹਾਈ ਕੋਰਟ ਚਲੇ ਗਏ। ਉਹ ਕਹਿੰਦੇ ਜੀ ਦੇਖੋ ਗਲਤ ਹੈ, ਕੇਸ ਖਾਰਜ ਕੀਤਾ ਜਾਵੇ ਕਿ ਨਹੀਂ ਹੈ ਇਦਾਂ ਦੀ ਕੋਈ ਗੱਲ। ਮੈਨੂੰ ਲੱਗਦਾ ਕਿ ਅੱਜ ਹਾਈ ਕੋਰਟ ਦੇ ਵਕੀਲ ਦੀਆਂ ਫੀਸਾਂ ਭਰਨ ਦੀ ਥਾਂ ਦੇ ਉੱਤੇ ਉਦੋਂ ਜੇ ਥੋੜ੍ਹਾ ਜਿਹਾ ਹਿਸਾਬ ਕਿਤਾਬ ਨਾਲ, ਥੋੜ੍ਹਾ ਜਿਹਾ ਪੁਣ ਛਾਣ ਕੇ, ਥੋੜ੍ਹਾ ਜਿਹਾ ਜਾਣਕਾਰੀ ਹਾਸਲ ਕਰਕੇ ਟਵੀਟ ਕੀਤਾ ਹੁੰਦਾ ਤਾਂ ਚੰਗੇ ਰਹਿੰਦੇ। ਜੇ ਟਵੀਟ ਵੀ ਕੀਤਾ ਹੁੰਦਾ, ਮੇਰਾ ਖਿਆਲ ਪਿਛਲੇ ਦਿਨ ਹੀ ਵੀ ਇੱਕ ਘਟਨਾ ਵਾਪਰੀ ਸੀ ਜਦੋਂ ਚੰਡੀਗੜ੍ਹ ਦੇ ਕੋਲ ਰਸਤੇ ਦੇ ਵਿੱਚ ਧਰਨਾ ਲੱਗਿਆ ਸੀਗਾ ਤੇ ਉੱਥੇ ਵੀ ਬੀਬੀਆਂ ਨੇ ਰੋਕ ਕੇ ਗੱਡੀ ਰੋਕੀ ਸੀ। ਫਿਰ ਬੜਾ ਰੌਲਾ ਪੈ ਗਿਆ ਜੀ, ਕੰਗਣਾ ਰਣੌਤ ਦੀ ਗੱਡੀ ਰੋਕੀ। ਉੱਥੇ ਪੰਜਾਬੀ 'ਚ ਗੱਲਬਾਤ ਵੀ ਕੀਤੀ, ਉੱਥੇ ਮਾਫੀ ਵਾਲੀ ਗੱਲ ਵੀ ਹੋਈ। ਉਹਨਾਂ ਨੇ ਕਿਹਾ ਵੀ ਬੀਬੀਆਂ ਨੇ ਵੀ ਹਾਂ ਉਹਨੇ ਮਾਫੀ ਮੰਗ ਲਈ ਜੀ, ਗੱਲ ਮੁੱਕ ਗਈ। ਜਾ ਕੇ ਫਿਰ ਕਿਹਾ ਲੈ ਮੈਂ ਤਾਂ ਮੰਗੀ ਨਹੀਂ ਮਾਫੀ, ਹੈ ਨਾ। ਵੀ ਮਤਲਬ ਜਿਹੜਾ ਇੱਕ ਵਾਰ ਗਲਤੀ ਹੋ ਗਈ ਉਸ ਤੋਂ ਬਾਅਦ ਜਦੋਂ ਉਹਨੂੰ ਦੁਹਰਾਉਣ ਵਾਲੇ ਪਾਸੇ ਨੂੰ ਬੰਦਾ ਤੁਰ ਪੈਂਦਾ, ਫਿਰ ਕਿਤੇ ਨਾ ਕਿਤੇ ਜਦੋਂ ਇਹੋ ਜਿਹਾ ਰੇੜਕਾ ਪੈਂਦਾ ਤੇ ਉੱਥੇ ਜਾ ਕੇ ਫਿਰ ਬੰਦਾ ਇਹ ਕਵੇ ਵੀ ਹਾਂ ਵੀ ਮੈਂ ਬੇਕਸੂਰ ਹਾਂ, ਉਹ ਮੇਰੇ ਖਿਆਲ ਨਾਲ ਹਰੇਕ ਦੇ ਲਈ ਮੰਨਣਾ ਔਖਾ ਹੋ ਜਾਂਦਾ। ਹੁਣ ਗੱਲ ਤੁਹਾਡੀ ਸਹੀ ਆ ਵੀ ਹੁਣ ਇਹ ਅਦਾਲਤਾਂ ਦੇ ਵਿੱਚ ਜਾ ਕੇ ਤੇ ਵਕੀਲ ਕਰਨੇ ਤੇ ਉਸ ਤੋਂ ਬਾਅਦ ਇਹ, ਕਿਉਂਕਿ ਬੰਬੇ ਤੋਂ ਜੇ ਉਹਨੇ ਪੰਜਾਬ ਹਰਿਆਣਾ ਹਾਈ ਕੋਰਟ ਵਾਲੇ ਪਾਸੇ ਮੰਨ ਲਓ 1 2 3 4 ਜਦੋਂ ਵੀ ਆਉਣਾ ਪੈਂਦਾ, ਜੇ ਉਹ ਗੇੜੇ ਤੇ ਗੇੜਾ ਰੱਖਣਾ ਪੈਂਦਾ ਤੇ ਉਹ ਲੜਾਈ ਕਾਹਦੇ ਲਈ ਹੋਊਗੀ। ਕਿਤੇ ਨਾ ਕਿਤੇ ਬੰਦਾ ਬਹਿ ਕੇ ਸੋਚੂਗਾ ਤਾਂ ਸਹੀ ਨਾ ਵੀ ਇਹ ਕਾਹਦੀ ਲੜਾਈ ਹੈ ਬਈ, ਵੀ ਮੈਂ ਕੋਈ ਗਲਤੀ ਕੀਤੀ ਸੀ ਉਸ ਚੀਜ਼ ਦੀ ਲੜਾਈ ਹੈ ਜਾਂ ਬਾਅਦ ਦੇ ਵਿੱਚ ਆਪਣਾ ਅਕਸ ਬਚਾਉਣ ਦੀ ਲੜਾਈ ਹੈ। ਇਹ ਜ਼ਰੂਰੀ ਹੈ ਸੰਧਾਲੀਆ ਸਾਹਿਬ। ਵੈਸੇ ਵੀ ਦੇਖੋ ਮੈਨੂੰ ਐਂ ਲੱਗਦਾ ਹੁੰਦਾ ਕਿ ਅਦਾਲਤਾਂ 'ਚ ਲੱਖਾਂ ਕੇਸ ਪੈਂਡਿੰਗ ਨੇ, ਅਦਾਲਤਾਂ ਦੇ ਵਿੱਚ ਬਹੁਤ ਸਾਰੇ ਜੱਜ ਸਾਹਿਬਾਨਾਂ ਦੀਆਂ ਕੁਰਸੀਆਂ ਖਾਲੀ ਆ। ਜਦੋਂ ਲੱਖਾਂ ਕੇਸ ਪਹਿਲੇ ਪੈਂਡਿੰਗ ਆ, ਜਿਹੜੇ ਪਿੱਛੇ ਜ਼ਰੂਰੀ ਕੇਸ ਆਉਂਦੇ ਆ ਉਹਨਾਂ ਨੂੰ ਤਰੀਕਾਂ ਨਹੀਂ ਮਿਲਦੀਆਂ, ਫਿਰ ਜੱਜਾਂ ਦੇ ਉੱਤੇ ਬੋਝ ਵਧਿਆ ਰਹਿੰਦਾ। ਜੱਜ ਸਾਹਿਬ 50-50 ਕੇਸ ਇੱਕ ਦਿਨ ਦੇ ਵਿੱਚ ਕਿਵੇਂ ਸੁਣ ਸਕਦੇ ਆ? ਪੋਸੀਬਲ, ਅਸੰਭਵ ਹੀ ਨਹੀਂ ਹੈਗਾ। ਪਰ ਲਿਸਟਾਂ ਤੁਸੀਂ ਕਦੇ ਭਾਰਤ ਦੀਆਂ ਅਦਾਲਤਾਂ ਦੇ ਬਾਹਰ ਜਾ ਕੇ ਖੜੇ ਹੋਵੋ, ਕਦੇ ਮੌਕਾ ਮਿਲਿਆ ਹੋਵੇ ਤਾਂ ਉੱਥੇ 3-3 ਸਫ਼ਿਆਂ ਦੀ ਲਿਸਟ ਲੱਗਦੀ ਹੈ। ਪਹਿਲਾ ਕੇਸ ਇੰਨੇ ਵਜੇ ਇਹਦੀ ਸੁਣਵਾਈ, 5-5 10-10 ਮਿੰਟ ਬਾਅਦ ਸੁਣਵਾਈ ਹੁੰਦੀ ਹੈ। ਕੀ ਜੱਜ ਸਾਹਿਬ ਨੇ ਫਾਈਲਾਂ ਦੇਖਣੀਆਂ? ਕੀ ਦੋਨਾਂ ਧਿਰਾਂ ਦਾ ਪੱਖ ਉਦੋਂ ਸੁਣ ਸਕਦੇ ਆ? ਪ੍ਰੈਸ਼ਰ ਪਹਿਲਾਂ ਹੀ ਬੜਾ। ਤਾਂ ਜੇ ਇੱਦਾਂ 4 ਅੱਖਰਾਂ ਦੇ ਕਰਕੇ ਆਪਾਂ ਹੋਰ ਕੇਸ, ਪਹਿਲਾਂ ਬਠਿੰਡੇ ਦੀ ਅਦਾਲਤ ਦਾ ਸਮਾਂ ਲੱਗਿਆ, ਉਹਦੇ ਤੋਂ ਬਾਅਦ ਹੁਣ ਹਾਈ ਕੋਰਟ ਦਾ ਸਮਾਂ ਲੱਗੂ, ਉਹਦੇ ਵਿੱਚੋਂ ਕੋਈ ਫੈਸਲਾ ਚੱਜ ਦਾ ਨਾ ਆਇਆ ਫਿਰ ਸੁਪਰੀਮ ਕੋਰਟ ਦੇ ਕੋਲੇ ਮਾਮਲਾ ਜਾਊ। ਸੰਧਾਲੀਆ ਸਭ ਲੋਕਾਂ ਦੇ ਅਸਲ ਮਸਲੇ ਬਹੁਤ ਨੇ ਜਿਨ੍ਹਾਂ ਦਾ ਨਿਪਟਾਰਾ ਹੋਣਾ ਜ਼ਰੂਰੀ ਹੈ। ਇੱਦਾਂ ਦੇ ਕੇਸਾਂ ਕਰਕੇ ਉਹ ਵੀ ਲੰਮ ਲੇਟ ਪੈਂਦੇ ਆ। ਨਹੀਂ ਉਹ ਤਾਂ ਗੱਲ ਹੈਗੀ ਹੈ, ਪਰ ਖੈਰ ਉਹ ਇੱਕ ਘਟਨਾ ਨਹੀਂ ਸੀ, ਕਿਉਂਕਿ ਕੰਗਣਾ ਰਣੌਤ ਥੋੜ੍ਹੀ ਲਗਾਤਾਰ ਹੀ ਕੋਈ ਮਸਲਾ ਕਿਤੇ ਵਾਪਰੇ, ਕੋਈ ਬਿਆਨ ਕਿਤੇ ਦੇਵੇ, ਉਹਦੇ 'ਤੇ ਟਵੀਟ ਉਹ ਜ਼ਰੂਰ ਕਰਦੇ ਜਾਂ ਵੀਡੀਓ ਆਪਣੀ ਜ਼ਰੂਰ ਜਾਰੀ ਕਰਦੇ ਆ। ਅਤੇ ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਇਹੋ ਜਿਹੇ ਕੇਸ 2-3 ਹੋਰਨਾਂ ਸਟੇਟਾਂ ਦੇ ਵਿੱਚ ਵੀ ਚੱਲਦੇ ਪਏ ਆ। ਸੋ ਮੇਰਾ ਖਿਆਲ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਜੇ ਠੀਕ ਹੈ ਰਾਜਨੀਤੀ 'ਚ ਆਉਣਾ, ਜਾਂ ਕਿਉਂਕਿ ਜੇ ਬੰਦਾ ਇਹ ਕਹੇ ਵੀ ਉਹ ਲਾਈਮਲਾਈਟ ਲਈ ਕਰਦੇ, ਲਾਈਮਲਾਈਟ ਵਾਲੀ ਤਾਂ ਗੱਲ ਹੈ ਨਹੀਂ, ਕਿਉਂਕਿ ਆਲਰੇਡੀ ਬੀਬੀ ਨੂੰ ਸਾਰੀ ਦੁਨੀਆ ਜਾਣਦੀ ਹੈ ਜੀ। ਹਾਂ, ਜੇ ਰਾਜਨੀਤੀ ਵਾਲੇ ਪਾਸੇ ਕਰੀਅਰ ਦੇ ਵਿੱਚ ਆਉਣਾ ਤੇ ਰਾਜਨੀਤੀ ਕਰਨ ਦਾ ਇਹ ਢੰਗ ਤਰੀਕਾ ਠੀਕ ਨਹੀਂ ਠੀਕ ਜੀ। ਉਧਰਲੇ ਪਾਸੇ ਰਾਜ ਸਭਾ ਦੇ ਮੈਂਬਰ ਚੁਣੇ ਗਿਆ ਸੀ ਬਾਬਾ ਬਲਵੀਰ ਸਿੰਘ ਸੀਚੇਵਾਲ।
ਸਹੁੰ ਚੁੱਕ ਲਈ ਆ, ਰਾਜ ਸਭਾ ਦੇ ਮੈਂਬਰ ਦੇ ਰੂਪ ਦੇ ਵਿੱਚ ਉਹਨਾਂ ਦਾ ਕਾਰਜਕਾਲ ਸ਼ੁਰੂ ਹੋ ਗਿਆ ਤੇ ਉਹਨਾਂ ਦੇ ਸਹੁੰ ਚੱਕਦਿਆਂ ਸਾਰੀ ਇੱਕ ਚਰਚਾ ਜਿਹੜੀ ਚੱਲੀ ਸੀ ਮੱਤੇਵਾੜੇ ਦੇ ਜੰਗਲਾਂ ਦੀ, ਸਤਲੁਜ ਦੇ ਪਾਣੀ ਦੀ, ਬੁੱਢੇ ਨਾਲੇ ਦੀ। ਹੁਣ ਸੰਧਾਲੀਆ ਸਾਹਿਬ ਜਦੋਂ ਸਾਰੀ ਦੀ ਸਾਰੀ ਚਰਚਾ ਚੱਲਦੀ ਸੀ ਤਾਂ ਅੱਗੇ ਹੋ ਕੇ ਬੁੱਢੇ ਨਾਲੇ ਦੀ ਸਫਾਈ ਦੇ ਕੰਮ 'ਚ ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰੀ ਭੂਮਿਕਾ ਨਿਭਾਉਂਦੇ ਸੀ। ਰੁੱਖ ਲਾਉਣ 'ਚ, ਵਹੀਂ ਸਾਫ਼ ਕਰਨ ਦੇ ਵਿੱਚ, ਪਾਣੀਆਂ ਦੀ ਸੰਭਾਲ ਦੇ ਲਈ ਸੀਚੇਵਾਲ ਪ੍ਰੋਜੈਕਟ ਤੱਕ ਇਹਨਾਂ ਨੇ, ਫਾਰਮੂਲਾ ਸੀਚੇਵਾਲ ਹੋਰਾਂ ਦਾ ਉਹ ਬੜਾ ਚੱਲਦਾ ਸੀ ਕਿ ਤੁਸੀਂ ਪਿੰਡਾਂ ਦਾ ਸੀਵਰੇਜ ਵਾਲਾ ਛੱਪੜਾਂ ਦਾ ਪਾਣੀ ਸਾਫ਼ ਕਰਕੇ ਫਸਲਾਂ ਨੂੰ ਕਿਵੇਂ ਲਾਉਣਾ ਹੈ, ਪ੍ਰੋਜੈਕਟ ਚੱਲੀ ਜਾਂਦੇ ਸੀ। ਹੁਣ ਜਦੋਂ ਮੱਤੇਵਾੜੇ ਦੇ ਜੰਗਲਾਂ ਦੇ ਕੋਲ ਕੂਮ ਕਲਾਂ ਵਾਲਾ ਟੈਕਸਟਾਈਲ ਪਾਰਕ ਬਣਨਾ ਤੇ ਉਸ ਸੰਬੰਧ ਦੇ ਵਿੱਚ ਕਈ ਸੱਜਣਾ ਨੇ ਕਿਹਾ ਸੀ ਕਿ ਬਾਬਾ ਸੀਚੇਵਾਲ ਰਾਜ ਸਭਾ ਦੇ ਮੈਂਬਰ ਬਣ ਗਏ, ਆਮ ਆਦਮੀ ਪਾਰਟੀ ਨੇ ਬਣਾਏ ਆ, ਕੀ ਉਹਨਾਂ ਦਾ ਸਟੈਂਡ ਪਹਿਲਾਂ ਵਾਲੇ ਹੋਊਗਾ ਜਾਂ ਕੀ ਹੋਊਗਾ। ਉਹਨਾਂ ਨੇ ਸਹੁੰ ਚੁੱਕੀ, ਰਾਜ ਸਭਾ ਦੇ ਮੈਂਬਰ ਬਣੇ ਤੇ ਪਹਿਲਾਂ ਹੀ ਕਹਿ ਗਿਆ, ਕਹਿੰਦੇ ਜੀ ਦੇਖੋ ਇੱਕ ਗੱਲ ਪੱਕੀ ਹੈ, ਮੈਂ 100% ਮੱਤੇਵਾੜੇ ਦੇ ਜੰਗਲਾਂ ਦੀ ਸੁਰੱਖਿਆ ਦੇ ਹੱਕ 'ਚ ਆ, ਪਹਿਲਾਂ ਵੀ ਸੀ ਤੇ ਹੁਣ ਵੀ ਰਹੂੰਗਾ। ਦੂਸਰਾ ਉਹ ਕਹਿੰਦੇ ਜੇ ਟੈਕਸਟਾਈਲ ਪਾਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਐ ਮਹਿਸੂਸ ਹੋਇਆ ਕਿ ਕੰਮ ਖਰਾਬ ਹੋ ਜਾਊਗਾ, ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਦੇ ਨਾਲ ਆਪ ਗੱਲ ਕਰੂੰਗਾ, ਖਰਾਬੀ ਨਹੀਂ ਹੋਣ ਦੇਵਾਂਗੇ। ਨਹੀਂ ਚਲੋ ਚੰਗੀ ਗੱਲ ਹੈ ਜੇ ਉਹ ਇਹਨਾਂ ਨੇ ਇਹ ਗੱਲ ਕਹੀ ਆ ਤਾਂ, ਕਿਉਂਕਿ ਕਾਰਨ ਇਹ ਆ ਨਾ ਵੀ ਉਹਨਾਂ ਦੇ ਰਾਜ ਸਭਾ 'ਚ ਜਾਣ ਤੋਂ ਬਾਅਦ ਹੋਰ ਕੋਈ ਆਸ ਕਰੇ ਨਾ ਕਰੇ, ਖਾਸ ਕਰਕੇ ਜਿਹੜੇ ਵਾਤਾਵਰਨ ਪ੍ਰੇਮੀ ਨੇ ਉਹਨਾਂ ਨੂੰ ਬਹੁਤ ਆਸਾਂ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਜਿਹੜਾ ਬੰਦਾ ਪਹਿਲਾਂ ਇੱਕ ਆਮ ਸਧਾਰਨ ਜੀਵਨ ਜਿਉਂਦਿਆਂ ਇੰਨਾ ਕੁਝ ਕਰ ਸਕਦਾ, ਹੁਣ ਤੇ ਉਹਨਾਂ ਕੋਲ ਆਉਦਾ ਜੀ। ਹੁਣ ਤੇ ਮੇਰੇ ਖਿਆਲ ਨਾਲ ਉੱਥੇ ਜਿਹੜੇ ਵੀ ਲੀਡਰ ਸਾਹਿਬਾਨ ਨੇ ਜਾਂ ਜਿਹੜੇ ਉਹ ਥਾਵਾਂ ਨੇ ਜਿੱਥੇ ਜਾ ਕੇ ਉਹ ਆਪਣੀ ਗੱਲ ਰੱਖ ਸਕਦੇ ਨੇ, ਉਹਨਾਂ ਦੀ ਆਵਾਜ਼ ਸੁਣੀ ਵੀ ਜਾਣੀ ਹੈ। ਉੱਥੇ ਜਾ ਕੇ ਹੁਣ ਉਹ ਕੀ ਸਾਡੇ ਲਈ ਕਰਨਗੇ, ਮੇਰੇ ਖਿਆਲ ਨਾਲ ਆਸਾਂ ਹੈਗੀਆਂ। ਬਾਕੀ ਚਲੋ ਜੇ ਉਹਨਾਂ ਨੇ ਸਹੁੰ ਚੁੱਕ ਲਈ, ਉਹਨਾਂ ਨੇ ਕਿਹਾ ਵੀ ਆਪਾਂ ਉਸ ਪਾਸੇ ਤੁਰਨਾ ਤੇ ਆਪਾਂ ਆਸ ਕਰਦੇ ਹਾਂ ਵੀ ਸਾਰਾ ਕੁਝ ਹੋਵੇ, ਪਰ ਆਪਾਂ ਉਦਣ ਵੀ ਬੇਨਤੀ ਕੀਤੀ ਸੀ ਵੀ ਯਾਰ ਇਹ ਜ਼ਰੂਰ ਪਤਾ ਕਰ ਲਿਆ ਜਾਵੇ ਵੀ ਜ਼ਰੂਰੀ ਆ ਵੀ ਜੇ ਕਾਗਜ਼ਾਂ 'ਚ ਲਿਖਿਆ ਗਿਆ ਵੀ ਫਲਾਨੀ ਫੈਕਟਰੀ ਫਲਾਣੇ ਥਾਂ 'ਤੇ ਲਾਉਣੀ ਆ, ਵੀ ਉਹ ਪਿਛਲਿਆਂ ਨੇ ਸਲਾਹ ਕੀਤੀ ਸੀ, ਕੀ ਕਾਰਨ ਕੀ ਨਹੀਂ ਸੀਗਾ। ਜੇ ਆਪਾਂ ਗਾਂਹ ਹੁਣ ਚੇਂਜ ਦੇ ਹਿਸਾਬ ਨਾਲ ਦੇਖ ਰਹੇ ਹਾਂ ਤੇ ਕੋਈ ਖੇਤੀ ਨਾਲ ਰਿਲੇਟਡ ਸਨਤਾਂ ਜਿਹੜੀਆਂ ਨੇ ਉਹ ਹੋਰਨਾਂ ਥਾਵਾਂ ਦੇ ਉੱਪਰ ਵੀ ਤਾਂ ਲਾਈਆਂ ਜਾ ਸਕਦੀਆਂ ਜਿਨ੍ਹਾਂ ਦੇ ਨਾਲ ਪ੍ਰਦੂਸ਼ਣ ਨਾ ਹੋਵੇ, ਸਗੋਂ ਜਿਹੜੀ ਫਸਲ ਆ ਉਪਜਿਆ, ਜਿਹੜੀ ਕਿ ਅੱਜ ਆਪਾਂ ਕਹਿੰਦੇ ਉਹ ਤੇਰਾ ਭਲਾ ਯਾਰ, ਜੇ ਅੱਜ ਸਬਜ਼ੀ ਚੱਲ ਗਈ ਸ਼ਾਮ ਤੱਕ ਨਾ ਕੋਈ ਮਸਲਾ ਹੱਲ ਹੋਇਆ ਤੇ ਅਗਲੇ ਦਿਨ ਜਮਾਂ ਹੀ ਮਿੱਟੀ ਹੋ ਜਾਣੀ ਹੈ, ਤੇ ਉਹਨੂੰ ਵੀ ਸੰਭਾਲਿਆ ਜਾ ਸਕੇ। ਉਹ ਜਾਣੇ ਪੰਜਾਬੋਂ ਬਾਹਰ ਸਬਜ਼ੀ ਤਾਂ ਜਾਣੀ ਸ਼ੁਰੂ ਹੋਵੇ, ਜੇ ਸਬਜ਼ੀ ਜਾਣ ਲੱਗੂਗੀ ਹੋਰ ਚੀਜ਼ਾਂ ਜਾਣ ਲੱਗਣਗੀਆਂ, ਫਿਰ ਕਿਸਾਨ ਨੂੰ ਵੀ ਲੱਗੂਗਾ ਵੀ ਨਹੀਂ ਯਾਰ ਵਿਕਦੀ ਹੈ ਚੀਜ਼। ਸੰਧਾਲੀਆ ਸਾਹਿਬ ਬੜਾ ਕੁਛ ਹੁਣ ਤਾਂ ਹੁੰਦਾ, ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈ। ਉੱਥੇ ਵੀ ਆਪਣੀਆਂ ਬੀਬੀਆਂ ਹੁਣ ਕੱਢੇ ਕਢਾਏ ਮਟਰ ਲੈ ਆਉਂਦੀਆਂ, ਅੱਗੇ ਹੁੰਦਾ ਸੀ ਮਟਰ ਦੀਆਂ ਫਲੀਆਂ, ਮਟਰ ਕੱਢੇ ਮਿਲ ਜਾਂਦੇ। ਹੁਣ ਭੈਣ ਜੀ ਮੈਂ ਤਾਂ ਫਰਿੱਜ ਲਿਆ ਕੇ ਰੱਖੇ, ਫਰਿੱਜ ਦੇ ਚਲਾ ਲਈਦੇ ਆ। ਇਹ ਭੋਲੇ ਦਾ ਪਾਪਾ ਕਿ ਲੇਟ ਸ਼ੇਟ ਆਉਂਦਾ ਨਾ, ਆਉਂਦੇ ਫਿਰ ਉਹਦਾ ਤਾਂ ਜਿਹੜਾ ਚੀਜ਼ ਕਰਦਾ ਉਹੀ, ਉਹ ਮਟਰ ਬੜੇ ਖਾਂਦਾ, ਆਉਂਦੇ ਕਦੇ ਖਾਣ ਮਟਰ ਬਣਾ, ਫਿਰ ਭੈਣ ਜੀ ਉਹਲੇ ਬੰਦਾ ਮਟਰ ਕੱਢੇ ਕੀ ਕਰੇ, ਆਪਾਂ ਤਾਂ ਉਹੀ ਲੈ ਆਈਦੇ। ਕਿੰਨਾ ਕੁਛ ਆ ਪੈਕ ਕੀਤਾ ਮਿਲਦਾ ਆਪਣੇ ਕੋਲੇ, ਤਾਂ ਕੱਚਾ ਮਾਲ ਰਾ ਮਟੀਰੀਅਲ ਆਪਣੇ ਖੇਤਾਂ 'ਚੋਂ ਪੈਦਾ ਹੁੰਦਾ। ਮਸਲਾ ਤਾਂ ਸਿਰਫ ਉਸ ਕੱਚੇ ਮਾਲ ਨੂੰ ਥੋੜ੍ਹੀ ਦੇਰ ਸਾਂਭ ਕੇ ਉਹਨੂੰ ਪ੍ਰੋਸੈਸ ਕਰਕੇ ਪੈਕਟਾਂ ਦੇ ਵਿੱਚ ਬੰਦ ਕਰਕੇ ਅੱਗੇ ਤੋਰਨ ਦਾ ਹੀ ਆ। ਤੀਜੀ ਚੌਥੀ ਚੀਜ਼ ਤਾਂ ਕੋਈ ਹੈ ਹੀ ਨਹੀਂ। ਜਾਂ ਤਾਂ ਆਪਾਂ ਕਹਿੰਦੇ ਕਿ ਰਾ ਮਟੀਰੀਅਲ ਹੈ ਨਹੀਂ ਜੀ, ਫੈਕਟਰੀ ਲਾ ਕੇ ਕੀ ਕਰੀਏ, ਉਹ ਹੈਗਾ ਫੈਕਟਰੀ ਲਾਓ। ਚਲੋ ਆਸ ਕਰਦੇ ਹਾਂ ਵੀ ਇੱਧਰ ਵੀ ਕੋਈ ਤੁਰੂਗਾ ਜੀ, ਆਪਾਂ ਚੱਲੀਏ। ਬਹੁਤ ਸ਼ੁਕਰੀਆ ਜੀ, ਤੁਸੀਂ ਥੋੜ੍ਹਾ ਜਿਹਾ ਹਿਸਾਬ ਨਾਲ ਖੱਟੀ ਚੀਜ਼ ਤਲੀ ਚੀਜ਼ ਬਿਲਕੁਲ ਨਹੀਂ ਖਾਣੀ, ਮੈਨੂੰ ਦੇ ਦੇਣੀ ਆ। ਹਾਂ ਵਧੀਆ, ਮੈਂ ਵੀ ਆਖਾਂ ਬੰਦੇ ਨੇ ਇਹ ਨਹੀਂ ਕਿਹਾ ਆਹ 3 ਗੋਲੀਆਂ, ਇੱਕ ਸਵੇਰੇ ਇੱਕ ਦੁਪਹਿਰੇ ਇੱਕ ਸ਼ਾਮ। ਚਲੋ ਠੀਕ ਆ ਜੀ, ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।